ਰਹੇ ਸਾਰੇ ਹੀ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੁੜ ਗਏ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਦਸਾਂਝ ਸਾਹਿਬ ਜੀ, ਆਇਆਂ ਨੂੰ ਸਵਾਗਤ ਜੀ। ਬਹੁਤ ਸ਼ੁਕਰੀਆ ਜੀ। ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ। ਹਰਜੀਤ ਗਿੱਲ ਜੀ। ਆਪਾਂ ਜਿੱਥੋਂ ਖਬਰ ਛੱਡੀ ਸੀ ਜੀ ਪ੍ਰੋਗਰਾਮ ਦੇ ਪਹਿਲੇ ਭਾਗ 'ਚ ਅਸੀਂ ਕਿਸਾਨ ਅੰਦੋਲਨ ਦੀ ਗੱਲਬਾਤ ਕਰ ਰਹੇ ਸੀਗੇ। ਲਾਸਟ ਕੁਐਸਚਨ ਇਹੀ ਸੀਗਾ ਤੇ ਉੱਥੋਂ ਹੀ ਮੈਂ ਤੁਹਾਡੇ ਨਾਲ ਸ਼ੁਰੂ ਕਰਦਾ। ਅੱਜ ਉੱਥੇ ਵੂਮਨ ਪਾਰਲੀਮੈਂਟ ਲੱਗੀ ਹੈ ਜੀ, ਤੇ ਉਹਦੀ ਕੋਈ ਖਬਰ ਕਿਸ ਤਰ੍ਹਾਂ ਦਾ ਰਿਹਾ ਅੱਜ ਦਾ ਦਿਨ, ਔਰ ਉਹਦਾ ਕੀ ਸੰਦੇਸ਼ ਗਿਆ, ਔਰ ਤੁਹਾਡੇ ਕੋਈ ਪ੍ਰੋਮੀਨੈਂਟ ਲੇਡੀਜ਼ ਕੌਣ ਕੌਣ ਉਹ 'ਚ ਸ਼ਾਮਲ ਹੋਈਆਂ, ਜੇ ਤੁਹਾਡੇ ਕੋਲ ਕੋਈ ਖਬਰ ਹੋਵੇ। ਸਾਡੇ ਵੱਲੋਂ ਖਬਰ ਇਹ ਆ ਕਿ ਡਾਕਟਰ ਕਮਲਜੀਤ ਢਿੱਲੋਂ ਉੱਥੇ ਸੀਗੇ ਗਏ ਹੋਏ, ਕਿਉਂਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਇਹ ਖਬਰ ਸਾਂਝੀ ਕੀਤੀ ਸੀਗੀ। ਸਾਨੂੰ ਖੁਸ਼ੀ ਆ ਕਿ ਟੋਰਾਂਟੋ ਦੀ ਵੀ ਹਾਜ਼ਰੀ ਲੱਗੀ ਆ, ਘੱਟੋ ਘੱਟ ਕਮਲਜੀਤ ਰਾਂ ਦੇ ਰਾਹੀਂ ਹੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਇਸ ਗੱਲ ਲਈ ਪ੍ਰਸ਼ੰਸਾ ਕਰ ਚੁੱਕੇ ਹਾਂ, ਸਲਾਮ ਆਪਣਾ ਪੇਸ਼ ਕਰ ਚੁੱਕੇ ਹਾਂ। ਤੇ ਅੱਜ ਦੀ ਵੂਮਨ ਜਿਹੜੀ ਪਾਰਲੀਮੈਂਟ ਹੈ ਉਹ ਕਿਸ ਤਰ੍ਹਾਂ ਦੀ ਰਹੀ। ਦੂਜੇ ਪਾਸੇ ਬੜੀ ਅਜੀਬ ਸਥਿਤੀ ਹੈ ਕਿ ਜਿਹੜਾ ਖੇਤੀ ਮੰਤਰੀ ਹੈ ਉਹਦੇ ਬਿਆਨ, ਪਤਾ ਨਹੀਂ ਉਹਨੂੰ ਬਿਆਨ ਦੇਣ ਲਈ ਰੱਖਿਆ ਜਾਂ ਕਿੱਦਾਂ, ਉਹ ਕਹਿੰਦੇ ਆ ਕਿ ਪਾਰਲੀਮੈਂਟ ਇੱਕ ਹੀ ਹੁੰਦੀ ਹੈ, ਬਾਕੀ ਸਭ ਪਖੰਡ ਹੈ। ਪਾਰਲੀਮੈਂਟ ਲੋਕਾਂ ਦੀ ਚੁਣੀ ਹੋਈ ਇੱਕ ਹੀ ਹੈ ਤੇ ਉਹਦੇ ਮਾਲਕ ਅਸੀਂ ਹਾਂ। ਉਹਨਾਂ ਦਾ ਅੱਜ ਫਿਰ ਬਿਆਨ ਇੱਦਾਂ ਦਾ ਆਇਆ ਜੀ। ਦੇਖੋ, ਇੱਕ ਤਾਂ ਇਹ ਹੈ ਕਿ ਕਿਸਾਨ ਬੀਬੀਆਂ ਦੀ ਜਿਹੜੀ ਪਾਰਲੀਮੈਂਟ ਹੈ ਇੱਕ ਦਿਨ ਦੀ ਜਿਹੜੀ ਸੀ ਉਹ ਬੜੀ ਸਫਲ ਰਹੀ ਹੈ। ਡਾਕਟਰ ਸੁਭਾਸ਼ਨੀ ਅਲੀ ਜਿਹੜੇ ਸੀ ਉਹਨਾਂ ਨੇ ਚਲਾਈ ਹੈ ਸਾਰੀ ਪਾਰਲੀਮੈਂਟ ਤੇ ਐਜ਼ ਏ ਸਪੀਕਰ। ਤੇ ਉਹਦੇ 'ਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਚੰਡੀਗੜ੍ਹ ਤੋਂ ਡਾਕਟਰ ਕਮਲਜੀਤ ਢਿੱਲੋਂ ਜਿਹੜੇ ਆ ਵਿਸ਼ੇਸ਼ ਤੌਰ ਤੇ ਗਏ ਸੀ। ਅਸੀਂ ਟੋਰਾਂਟੋ ਤੋਂ ਕਹਿ ਰਹੇ ਹਾਂ ਸਰ, ਟੋਰਾਂਟੋ ਤੋਂ ਕਹਿ ਰਹੇ ਹਾਂ। ਠੀਕ ਹੈ, ਬਿਲਕੁਲ। ਉਹ ਅੱਜ ਕੱਲ੍ਹ ਕੈਨੇਡੀਅਨ ਸਿਟੀਜ਼ਨ ਨੇ ਤੇ ਟੋਰਾਂਟੋ ਦੇ ਵਸਨੀਕ ਨੇ, ਤੁਹਾਡੇ ਮੁਲਕ ਤੇ ਵਿਜ਼ਿਟ ਕਰਨ ਗਏ। ਉਹ ਇੱਦਾਂ ਨਾ ਕਰੋ। ਜਦੋਂ ਹਰਜੀਤ ਗਿੱਲ ਹੋਰੀ ਇੱਥੋਂ ਕਿਤੇ ਜਾਣਗੇ ਤਾਂ ਅਸੀਂ ਤਾਂ ਅੰਮ੍ਰਿਤਸਰ ਤੋਂ ਕਹਾਂਗੇ ਟੋਰਾਂਟੋ ਵਿਜਵਾ। ਹਾਂਜੀ, ਸਾਰੀ ਉਮਰ ਉਹਨਾਂ ਨੇ ਇੱਥੇ ਪੜ੍ਹਾਇਆ। ਡਾਕਟਰ ਕਮਲਜੀਤ ਢਿੱਲੋਂ ਹੋਰਾਂ ਨੇ ਇੱਥੋਂ ਰਿਟਾਇਰ ਹੋਏ ਨੇ, ਪ੍ਰੋਫੈਸਰ ਰਹੇ ਨੇ, ਤੇ ਇਸ ਕਰਕੇ ਸਾਨੂੰ ਥੋੜਾ ਸੌਖ ਰਹਿੰਦੀ ਉਹਨਾਂ ਨੂੰ ਇਹ ਕਹਿਣਾ ਵੀ ਉਹ ਚੰਡੀਗੜ੍ਹ ਤੋਂ। ਤੇ ਤੁਹਾਨੂੰ ਸੌਖ ਓਸ਼ਵਾ ਤੋਂ ਹੈਗੇ ਨੇ, ਅੱਜ ਕੱਲ੍ਹ ਟੋਰਾਂਟੋ ਤੋਂ ਕਹਿੰਦੇ ਤੁਸੀਂ, ਤੇ ਚੰਗੀ ਗੱਲ ਹੈ। ਓਨਟਾਰੀਓ ਦਾ ਹਿੱਸਾ ਹੀ ਆ ਓਸ਼ਵਾ ਵੀ। ਤੇ ਪਰ ਵਧੀਆ, ਡਾਕਟਰ ਕਮਲਜੀਤ ਢਿੱਲੋਂ ਜਿਹੜੇ ਆ ਅਸਲ ਦੇ ਵਿੱਚ ਜਿੱਥੇ ਕਿਤੇ ਵੀ ਹੁੰਦੇ ਆ ਐਕਟਿਵ ਰਹਿੰਦੇ ਨੇ ਜੀ। ਚਾਹੇ ਉਹ ਇੱਥੇ ਪੰਜਾਬ 'ਚ ਨੇ, ਚੰਡੀਗੜ੍ਹ 'ਚ ਨੇ, ਚਾਹੇ ਉਹ ਟੋਰਾਂਟੋ ਨੇ, ਹਰ ਥਾਂ ਦੇ ਉੱਤੇ ਉਹ ਐਕਟਿਵ ਨੇ। ਕੇਵਲ ਔਰਤਾਂ ਦੇ ਮਾਮਲੇ ਤੇ ਨਹੀਂ, ਓਵਰਆਲ ਜਿਹੜੇ ਸਮਾਜਿਕ ਜਿਹੜੇ ਸਾਡੇ ਮਸਲੇ ਨੇ ਉਹਨਾਂ ਤੇ ਉਹਨਾਂ ਦੀ ਸਰਗਰਮੀ ਰਹਿੰਦੀ ਆ। ਮੈਨੂੰ ਯਾਦ ਹੈ ਕਿ ਪਿਛਲੀ ਵਾਰ ਜਦੋਂ ਇੱਥੇ ਸੀਗੇ ਤੇ ਜਦੋਂ ਧਾਰਾ 370 ਹਟਾਈ ਗਈ ਕਸ਼ਮੀਰ ਤੋਂ ਤੇ 35 ਹਟਾਈ ਗਈ, ਤੇ ਜਿਹੜਾ 6 ਮੈਂਬਰੀ ਇੱਕ ਔਰਤਾਂ ਦੀ ਟੀਮ ਗਈ ਗੁਪਤ ਤੌਰ ਦੇ ਉੱਤੇ ਕਸ਼ਮੀਰ ਦੇ ਵਿੱਚ, ਉੱਥੋਂ ਦੇ ਜਿਹੜੇ ਗਰਾਊਂਡ ਰਿਐਲਿਟੀਜ਼ ਜਿਹੜੀਆਂ ਉਹ ਜਾਣਨ ਵਾਸਤੇ, ਤਾਂ ਉਹ 6 ਮੈਂਬਰੀ ਟੀਮ ਦੇ ਵਿੱਚ ਭਾਰਤ ਵੱਲੋਂ ਗਈ ਸੀ। ਉਹ ਜਿਹੜੀ ਭਾਰਤ ਦੇ 6 ਮੈਂਬਰੀ ਟੀਮ ਗਈ ਸੀ, ਉਹ 'ਚ ਕਮਲਜੀਤ ਢਿੱਲੋਂ ਵੀ ਸ਼ਾਮਲ ਸੀ। ਤੇ ਉਹ ਬਕਾਇਦਾ ਰਿਪੋਰਟ ਜਿਹੜੀ ਉੱਥੋਂ ਲੈ ਕੇ ਆਏ, ਪਤਾ ਨਹੀਂ ਕਿੱਦਾਂ ਪਹੁੰਚੇ ਕਿੱਦਾਂ ਨਹੀਂ, ਉਹ ਬੜੀ ਵੱਡੀ ਸਟੋਰੀ ਹੈ। ਤੇ ਇੱਥੇ ਅਸੀਂ ਕਲਾ ਭਵਨ ਦੇ ਵਿੱਚ ਬਕਾਇਦਾ ਇੱਕ ਸਮਾਗਮ ਰਚਾ ਕੇ ਉਹਨਾਂ ਤੋਂ ਸਾਰੀ ਕਹਾਣੀ ਸੁਣੀ, ਤੇ ਉਹ ਬਕਾਇਦਾ ਰਿਪੋਰਟ ਜਿਹੜੀ ਆ ਛਾਪੀ ਗਈ, ਜਨਤਕ ਕੀਤੀ ਗਈ। ਬੜੀਆਂ ਔਖੀਆਂ ਹਾਲਤਾਂ ਦੇ ਵਿੱਚ ਕਮਲਜੀਤ ਢਿੱਲੋਂ ਹੋਰੀ ਆਪਣੇ ਹੋਰ 5 ਸਾਥੀਆਂ ਦੇ ਨਾਲ ਕਸ਼ਮੀਰ ਦੀ ਉਹ ਸਾਰੀ ਹਾਲਾਤ ਜਿਹੜੇ ਉੱਥੇ ਦੇਖ ਕੇ ਆਏ ਤੇ ਉਹਨੂੰ ਆ ਕੇ ਬਿਆਨ ਕੀਤਾ। ਸੋ ਸਾਡਾ ਵੀ ਸਲਾਮ ਹੈ ਕਮਲਜੀਤ ਢਿੱਲੋਂ ਹੋਰਾਂ ਨੂੰ, ਜਿੱਥੇ ਵੀ ਕਿਤੇ ਨੇ ਉੱਥੇ ਐਕਟਿਵ ਰਹਿੰਦੇ ਨੇ। ਜਿੱਦਾਂ ਮੈਂ ਮੰਨਦਾ ਇਹ ਆ ਵੀ ਮੋਰਚਾ ਜਿਹੜਾ ਦਿੱਲੀ ਬਾਰਡਰ ਤੇ ਲੱਗਾ ਹੋਇਆ, ਤੇ ਇੱਦਾਂ ਦੇ ਮੋਰਚੇ ਜਿਹੜੇ ਆ ਉਹ ਅੱਜ ਕੱਲ੍ਹ ਹਰ ਥਾਂ ਤੇ ਆ, ਦੁਨੀਆ ਦੇ ਹਰ ਕੋਨੇ 'ਚ ਇੱਦਾਂ ਦੇ ਮੋਰਚੇ ਆ। ਤੁਸੀਂ ਜਿੱਥੇ ਕਿਤੇ ਹੋ ਤੁਹਾਡੇ ਸਾਹਮਣੇ ਕੋਈ ਨਾ ਕੋਈ ਮੋਰਚਾ ਹੋਏਗਾ, ਤੇ ਤੁਹਾਡੀ ਸ਼ਮੂਲੀਅਤ ਜਿਹੜੀ ਆ ਉਸ ਮੋਰਚੇ ਦੇ ਵਿੱਚ ਲਾਜ਼ਮੀ ਚਾਹੀਦੀ ਹੈ। ਸੋ ਲੜਾਈ ਦੁਨੀਆ ਦੇ ਹਰ ਕੋਨੇ 'ਚ ਹੋ ਰਹੀ ਹੈ ਤੇ ਹਰ ਥਾਂ ਦੇ ਉੱਤੇ ਲੋਕ ਲੜ ਰਹੇ ਨੇ। ਤੁਹਾਡਾ ਫਰਜ਼ ਇਹ ਹੈ ਵੀ ਤੁਸੀਂ ਲੜਦੇ ਹੋਏ ਲੋਕਾਂ ਦੇ ਨਾਲ ਹੋ, ਤਾਂ ਫਿਰ ਤੁਸੀਂ ਉਸ ਮੋਰਚੇ 'ਚ ਸ਼ਾਮਲ ਹੋਣਾ ਚਾਹੀਦੇ ਹੋ। ਸੋ ਡਾਕਟਰ ਕਮਲਜੀਤ ਢਿੱਲੋਂ ਇਸੇ ਕਿਸਮ ਦੇ ਸ਼ਖਸੀਅਤ ਨੇ ਸਾਡਾ, ਫਿਰ ਉਹਨਾਂ ਨੂੰ ਸਲਾਮ ਹੈ। ਸੋ ਪਾਰਲੀਮੈਂਟ ਜਿਹੜੀ ਬੀਬੀਆਂ ਦੀ ਲੱਗੀ, ਡਾਕਟਰ ਸੁਭਾਸ਼ਨੀ ਅਲੀ ਨੇ ਉਹਨੂੰ ਐਜ਼ ਏ ਸਪੀਕਰ ਜਿਹੜਾ ਚਲਾਇਆ, ਸੰਚਾਲਨ ਕੀਤਾ ਉਹਦਾ। ਤੇ ਇਹ ਗੱਲ ਉੱਥੇ ਸਾਫ਼ ਤੌਰ ਤੇ ਉੱਭਰ ਕੇ ਆਈ ਵੀ ਜਿਹੜੀਆਂ ਔਰਤਾਂ ਨੇ, ਜੇ ਉਹ ਘਰ ਚਲਾ ਸਕਦੀਆਂ ਨੇ, ਰਸੋਈ ਚਲਾ ਸਕਦੀਆਂ ਨੇ, ਜੇ ਉਹ ਖੇਤਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਮਰਦਾਂ ਨਾਲ ਕੰਮ ਕਰ ਸਕਦੀਆਂ,
ਜੇ ਉਹ ਅੰਦੋਲਨ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਪਾ ਸਕਦੀਆਂ ਤਾਂ ਫਿਰ ਉਹ ਪਾਰਲੀਮੈਂਟ ਵੀ ਚਲਾ ਸਕਦੀਆਂ। ਜਿਹੜਾ ਨਰਿੰਦਰ ਤੋਮਰ ਦਾ ਤੁਸੀਂ ਜ਼ਿਕਰ ਕੀਤਾ, ਉਹ ਜਿੱਦਾਂ ਤੁਸੀਂ ਕਿਹਾ ਕਿ ਉਹਨੂੰ ਰੱਖਿਆ ਹੀ ਇਸ ਕੰਮ ਲਈ ਹੈ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਰਦਾ ਰਹਿੰਦਾ ਹੈ। ਅਤੇ ਜਿਵੇਂ ਉਹਨੇ ਕਿਹਾ ਕਿ ਇਹ ਪਾਰਲੀਮੈਂਟ ਤਾਂ ਇੱਕ ਹੁੰਦੀ ਹੈ, ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ ਸਾਡੀ ਹੈ ਜਿੱਥੇ ਅਸੀਂ ਬੈਠੇ ਹਾਂ, ਅਤੇ ਇਹ ਇੱਦਾਂ ਦੀ ਪਾਰਲੀਮੈਂਟ ਦਾ ਮਤਲਬ ਤਾਂ ਕੁਛ ਨਹੀਂ, ਇਹ ਤਾਂ ਬੇਤੁਕੀ ਗੱਲ ਹੈ। ਭਗਵੰਤ ਮਾਨ ਨੇ ਇਹਦਾ ਜਵਾਬ ਦਿੱਤਾ ਹੈ ਇਹ ਕਹਿ ਕੇ ਕਿ ਅਸਲ 'ਚ ਜਿਹੜਾ ਨਰਿੰਦਰ ਤੋਮਰ ਕਹਿੰਦੇ ਨੇ ਕਿ ਇਹ ਪਾਰਲੀਮੈਂਟ ਬੇਤੁਕੀ ਹੈ, ਇਹ ਪਾਰਲੀਮੈਂਟ ਬੇਤੁਕੀ ਨਹੀਂ ਹੈ। ਬੇਤੁਕੀ ਉਹ 3 ਖੇਤੀ ਕਾਨੂੰਨ ਨੇ ਜਿਹੜੇ ਥੋਪ ਦਿੱਤੇ ਗਏ ਨੇ ਕਿਸਾਨਾਂ ਦੇ ਉੱਤੇ, ਉਹਨਾਂ 'ਤੇ ਜਿਨ੍ਹਾਂ ਨੇ ਇਹ ਕਾਨੂੰਨ ਮੰਗੇ ਨਹੀਂ ਪਰ ਉਹਦੇ ਬਾਵਜੂਦ ਥੋਪੇ ਗਏ ਨੇ, ਇਸ ਕਰਕੇ ਉਹ ਬੇਤੁਕੇ ਕਾਨੂੰਨ ਨੇ। ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ। ਅਤੇ 5ਵੀਂ ਵਾਰ ਭਗਵੰਤ ਮਾਨ ਨੇ ਕੰਮ ਰੋਕੂ ਮਤਾ ਵੀ ਪੇਸ਼ ਕੀਤਾ, ਭਾਵੇਂ ਉਹ ਪ੍ਰਵਾਨ ਨਹੀਂ ਕੀਤਾ ਗਿਆ, ਪਰ ਪਾਰਲੀਮੈਂਟ ਦੇ ਵਿੱਚ ਕਾਫੀ ਹੰਗਾਮਾ ਹੋਇਆ ਇਸ ਮਸਲੇ ਦੇ ਉੱਤੇ। ਰਾਜ ਸਭਾ ਹੋਵੇ ਜਾਂ ਲੋਕ ਸਭਾ ਹੋਵੇ, ਉਹ ਬਾਰ-ਬਾਰ ਮੁਲਤਵੀ ਹੁੰਦੀ ਰਹੀ, ਬਾਰ-ਬਾਰ ਮੁਲਤਵੀ ਹੁੰਦੀ ਰਹੀ। ਅਤੇ ਪੈਰਲਲ ਜਿਹੜੀ ਪਾਰਲੀਮੈਂਟ ਸੀ, ਜਿਹੜੀ ਔਰਤਾਂ ਨੇ ਚਲਾਈ, ਉਹਦੇ 'ਚ ਬਕਾਇਦਾ ਚਰਚਾ ਹੋਈ, ਅਤੇ ਉਹ ਚਰਚਾ ਜਿਹੜੀ ਹੈ ਉਹ ਸਪੈਸ਼ਲੀ ਉਸ ਬਿੱਲ ਦੇ ਉੱਤੇ ਹੋਈ, ਖੇਤੀ ਬਿੱਲ ਜਿਹੜਾ ਸਟੋਰੇਜ ਵਾਲਾ ਬਿੱਲ ਹੈ, ਜ਼ਖੀਰੇਬਾਜ਼ੀ ਵਾਲਾ ਬਿੱਲ ਹੈ, ਅਤੇ ਬੜੇ ਤਰਕ ਨਾਲ ਉੱਤੇ ਗੱਲ ਹੋਈ। ਅਤੇ ਅਖੀਰ ਦੇ ਵਿੱਚ ਇਸ ਬੀਬੀਆਂ ਦੀ ਪਾਰਲੀਮੈਂਟ ਨੇ 3 ਖੇਤੀ ਕਾਨੂੰਨ ਰੱਦ ਕੀਤੇ। ਦੂਜੇ ਬੰਨੇ ਜਿਹੜੀ ਪਾਰਲੀਮੈਂਟ ਦਾ ਹਵਾਲਾ ਦਿੱਤਾ ਨਰਿੰਦਰ ਤੋਮਰ ਨੇ, ਉਹ ਬਾਰ-ਬਾਰ ਮੁਲਤਵੀ ਹੋਈ, ਰਾਜ ਸਭਾ ਵੀ ਅਤੇ ਲੋਕ ਸਭਾ ਵੀ। 1 ਵਾਰ ਨਹੀਂ, 2 ਵਾਰ ਨਹੀਂ, 3 ਵਾਰ ਉਹ ਮੁਲਤਵੀ ਹੋਈ, ਅਤੇ ਹੰਗਾਮਾ ਬਹੁਤ ਜ਼ਿਆਦਾ ਹੋਇਆ। ਅਤੇ ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੀ ਪਾਰਲੀਮੈਂਟ ਕੀ ਹੁੰਦੀ ਹੈ, ਅਤੇ ਜਿਹੜੀ ਇੱਕ ਚੁਣੀ ਹੋਈ ਸਰਕਾਰ ਜਿਹੜਾ ਹਵਾਲਾ ਦਿੱਤਾ ਹੈ, ਜਿਹੜੀ ਲੋਕਾਂ ਨੇ ਹੀ ਚੁਣੀ ਹੈ, ਪਰ ਲੋਕਾਂ ਦੇ ਖਿਲਾਫ ਕਿੱਦਾਂ ਕੰਮ ਕਰਦਾ। ਦਸਾਂਝ ਸਾਹਿਬ, ਇੱਕ ਪਾਸੇ ਤੇ ਇਹ ਖਬਰਾਂ ਆ ਰਹੀਆਂ ਕਿ ਪਾਰਲੀਮੈਂਟ ਚੱਲਣ ਨਹੀਂ ਦਿੱਤੀ ਜਾ ਰਹੀ, ਬਾਰ-ਬਾਰ ਜਿਵੇਂ ਤੁਸੀਂ ਕਹਿ ਰਹੇ ਰੱਦ ਹੋ ਗਈ। ਹੰਗਾਮਾ ਹੀ ਹੁੰਦਾ ਜਦੋਂ ਪਾਰਲੀਮੈਂਟ ਦੇ ਵਿੱਚ ਮੈਂਬਰ ਇਕੱਠੇ ਹੁੰਦੇ ਆ ਤੇ ਕਿਸਾਨ ਅੰਦੋਲਨ ਦੀ ਗੱਲ ਸ਼ੁਰੂ ਕਰਕੇ ਤੇ ਰੌਲਾ ਰੱਪਾ ਪੈ ਜਾਂਦਾ, ਤੇ ਜਿਹੜਾ ਬਾਹਰੋਂ ਆਦੇਸ਼ ਵੀ ਆ ਸੰਯੁਕਤ ਮੋਰਚੇ ਦਾ ਕਿ ਤੁਸੀਂ ਪਾਰਲੀਮੈਂਟ ਚੱਲਣ ਨਹੀਂ ਦੇਣੀ ਤੇ ਨਾ ਹੀ ਵਾਕਆਊਟ ਕਰਨਾ ਆ, ਉੱਤੇ ਅਜੇ ਤੱਕ ਤੇ ਕਾਮਯਾਬੀ ਮਿਲ ਰਹੀ ਹੈ। ਪਰ ਨਾਲ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਫਲਾਣੇ ਮੈਂਬਰ ਨੇ ਫਲਾਣਾ ਕੁਐਸਚਨ ਉਠਾਇਆ, ਆ ਜਿਹੜਾ ਮਾਮਲਾ ਜਸੂਸੀ ਵਾਲਾ ਚੱਲ ਰਿਹਾ ਪੈਗਾਸਸ ਵਾਲਾ, ਉਹਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉੱਤੇ ਚਰਚਾ ਹੋ ਰਹੀ ਆ। ਜਾਂ ਇਹ ਵੀ ਖਬਰ ਆ ਰਹੀ ਆ ਕਿ ਕਾਲੇ ਧਨ ਬਾਰੇ ਰਾਜ ਮੰਤਰੀ ਬਿਆਨ ਦੇ ਰਹੇ ਨੇ ਕਿ ਉੱਥੇ ਪਾਰਲੀਮੈਂਟ ਦੇ ਵਿੱਚ ਕਿ ਸਾਡੇ ਕੋਲ ਕੋਈ ਉਹਦੀ ਫਿਗਰ ਨਹੀਂ ਆ। ਕੁਝ ਇੱਦਾਂ ਦੀਆਂ ਹੋਰ ਖਬਰਾਂ ਵੀ ਨਾਲ ਨਾਲ ਆ ਰਹੀਆਂ, ਜਿਵੇਂ ਪਾਰਲੀਮੈਂਟ ਚੱਲ ਰਹੀ ਹੁੰਦੀ ਆ ਤੇ ਕੋਈ ਗੱਲਬਾਤ ਅੰਦਰ ਹੋਰ ਵੀ ਇਸ਼ੂ ਦੇ ਉੱਤੇ ਚੱਲ ਰਹੀ ਆ। ਇਹ ਜਦੋਂ ਪਾਰਲੀਮੈਂਟ ਚੱਲਦੀ ਨਹੀਂ ਤੇ ਫਿਰ ਇਹ ਬਿਆਨ ਕਿੱਥੋਂ ਆ ਜਾਂਦੇ ਨੇ ਨਾਲ ਨਾਲ? ਨਹੀਂ, ਵਿੱਚ ਕੋਈ ਨਾ ਕੋਈ ਥੋੜ੍ਹਾ ਬਹੁਤ ਟਾਈਮ ਕਈ ਵਾਰੀ ਮਿਲ ਜਾਂਦਾ ਜਿਹਦੇ 'ਚ ਇੱਦਾਂ ਦੀ ਕੋਈ ਗੱਲ ਹੋ ਜਾਂਦੀ ਹੈ, ਪਰ ਉਹ ਬਹੁਤ ਲੰਮਾ ਸਮਾਂ ਗੱਲ ਚੱਲਦੀ ਨਹੀਂ ਹੈ। ਰੌਲੇ ਰੱਪੇ ਦੇ ਵਿੱਚ ਬਹੁਤੀ ਗੱਲ ਨਿਕਲਦੀ ਹੈ। ਇਹ ਠੀਕ ਹੈ ਕਿ ਵਾਕਆਊਟ ਤੇ ਬਾਈਕਾਟ ਵਾਲੀ ਸਿਚੁਏਸ਼ਨ ਹਾਲੇ ਨਹੀਂ ਹੈ, ਅਤੇ ਜਿਹੜੀ ਪਬਲਿਕ ਵਿਪ ਜਾਰੀ ਕੀਤੀ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਨੇ, ਉਹਦੇ ਮੁਤਾਬਕ ਵੱਖ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਉੱਥੇ ਰੌਲਾ ਪਾ ਰਹੀਆਂ ਨੇ, ਪਰ ਚਰਚਾ ਨਹੀਂ ਹੋ ਪਾ ਰਹੀ ਕਿਸੇ ਵੀ ਮੁੱਦੇ ਦੇ ਉੱਤੇ। ਕੁਝ ਗੱਲਾਂ ਦੇ ਉੱਤੇ ਕਿਤੇ ਥੋੜ੍ਹਾ ਬਹੁਤ ਟਾਈਮ ਵਿੱਚ ਆ ਜਾਂਦਾ ਅਤੇ ਉਹਦੇ 'ਚ ਕੋਈ ਗੱਲ ਰੱਖੀ ਜਾਂਦੀ ਹੈ ਅਤੇ ਕੋਈ ਉੱਥੇ ਉੱਠ ਕੇ ਮੰਤਰੀ ਬਿਆਨ ਦੇ ਦਿੰਦਾ ਜਾਂ ਕੋਈ ਮੈਂਬਰ ਪਾਰਲੀਮੈਂਟ ਬੋਲ ਲੈਂਦਾ, ਪਰ ਉਹਦੀ ਕੰਟੀਨਿਊਟੀ ਨਹੀਂ ਹੈ ਸਾਡੇ ਕੋਲ, ਕਿਉਂਕਿ ਇੰਨਾ ਸਮਾਂ ਵੀ ਨਹੀਂ ਹੁੰਦਾ ਵੀ ਅਸੀਂ ਉਹ ਸਾਰੀਆਂ ਚੀਜ਼ਾਂ ਦੇਖ ਸਕੀਏ ਵੀ। ਕਿਉਂਕਿ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਵੀ ਜਿਹੜੀ ਲਾਈਵ ਹੁੰਦੀ ਹੈ, ਨੈਸ਼ਨਲ ਜਿਹੜੇ ਸਾਡੇ ਚੈਨਲ ਨੇ ਡੀ ਨੈਸ਼ਨਲ ਜਿਹੜਾ, ਪਰ ਸਾਡੇ ਤੋਂ ਦੇਖ ਨਹੀਂ ਹੁੰਦਾ, ਨਾ ਹੀ ਸਮਾਂ ਹੀ ਇੰਨਾ ਹੁੰਦਾ। ਪਰ ਓਵਰਆਲ ਜਿਹੜੀਆਂ ਖਬਰਾਂ ਆ ਰਹੀਆਂ ਉਹਦੇ 'ਚ ਰੂਟੀਨ ਦੇ ਵਿੱਚ ਕੋਈ ਬਹੁਤ ਕੰਮ ਨਹੀਂ ਹੋ ਪਾ ਰਿਹਾ। ਭਾਵੇਂ ਕੰਮ ਰੋਕੂ ਮਤਾ ਵੀ ਪੇਸ਼ ਕੀਤਾ ਗਿਆ ਬਾਰ-ਬਾਰ, ਉਹ ਵੀ ਨਹੀਂ ਪ੍ਰਵਾਨ ਕੀਤਾ ਗਿਆ, ਚਰਚਾ ਦੀ ਗੱਲ ਨਹੀਂ ਹੋਈ ਕਿਤੇ ਵੀ। ਅਤੇ ਉਂਝ ਇਹ ਹੈ ਵੀ ਜਦੋਂ ਥੋੜ੍ਹਾ ਬਹੁਤ ਵਕਤ ਮਿਲਦਾ ਤਾਂ ਕੋਈ ਗੱਲ ਇੱਦਾਂ ਦੀ ਹੋ ਜਾਂਦੀ ਹੈ। ਰੂਟੀਨ 'ਚ ਕੋਈ ਬਹੁਤੀ ਕਾਰਵਾਈ ਨਹੀਂ ਹੋ ਰਹੀ। 3 ਖੇਤੀ ਕਾਨੂੰਨਾਂ ਨੂੰ ਲੈ ਕੇ ਬਹੁਤੀ ਨਾਅਰੇਬਾਜ਼ੀ ਉੱਥੇ ਹੋ ਰਹੀ ਹੈ, ਪਰ ਅਸੀਂ ਸਮਝਦੇ ਹਾਂ ਕਿ ਨਾਅਰੇਬਾਜ਼ੀ ਵੀ ਚੱਲੇ, ਪਰ ਨਾਲ ਦੀ ਨਾਲ 3 ਖੇਤੀ ਕਾਨੂੰਨਾਂ ਦੇ ਉੱਤੇ ਚਰਚਾ 'ਚ ਭਾਵੇਂ ਕੰਮ ਰੋਕੂ ਮਤਾ ਪ੍ਰਵਾਨ ਵੀ ਨਹੀਂ ਕੀਤਾ ਗਿਆ, ਪਰ ਜਦੋਂ ਕੋਈ ਮੈਂਬਰ ਪਾਰਲੀਮੈਂਟ ਬੋਲਦਾ ਕਿਸੇ ਵੀ ਮੁੱਦੇ ਦੇ ਉੱਤੇ ਤਾਂ ਉਹਨੂੰ ਉਹ ਗੱਲ ਲਿਆਉਣੀ ਚਾਹੀਦੀ ਹੈ। ਬਾਕੀ ਮੁੱਦਾ ਪਰ ਦਸਾਂਝ ਸਾਹਿਬ, ਜਿੰਨਾ ਚਿਰ ਸਰਕਾਰ ਕੰਮ ਰੋਕੂ ਮਤਾ ਐਕਸੈਪਟ ਨਹੀਂ ਕਰਦੀ ਤੇ ਜਿਹੜੇ ਮਤੇ ਆਪੋਜੀਸ਼ਨ ਵਾਲੇ ਲਿਆਉਂਦੇ ਆ ਕਿਸਾਨਾਂ ਦੇ ਮਾਮਲੇ ਦੇ ਉੱਤੇ ਡਿਬੇਟ ਨਹੀਂ ਹੁੰਦੀ, ਤੇ ਫਿਰ ਉਹਨੂੰ ਆਪਾਂ ਇਹ ਤੇ ਕਹਿ ਸਕਦੇ ਹਾਂ ਕਿ ਅਸੀਂ ਸਰਕਾਰ ਨੂੰ ਨਹੀਂ ਚੱਲਣ ਦਿੱਤਾ ਜਾਂ ਸਰਕਾਰ ਦੀ ਮਰਜ਼ੀ ਨਹੀਂ ਚੱਲਣ ਦਿੱਤੀ, ਪਰ ਉਹਦੇ ਉੱਤੇ ਕੋਈ ਪੋਜ਼ੀਟਿਵ ਬਹਿਸ ਵੀ ਨਹੀਂ ਪਾਰਲੀਮੈਂਟ 'ਚ ਹੋ ਰਹੀ। ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਉੱਥੇ ਬੈਠੇ ਹੋਏ ਨੇ, ਕਿਸਾਨਾਂ ਦਾ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੋਵੇ
ਤੇ ਬਾਰ-ਬਾਰ ਆਪੋਜੀਸ਼ਨ ਮੰਗ ਕਰ ਰਹੀ ਹੋਵੇ ਵੀ ਇੱਥੇ ਗੱਲ ਕੀਤੀ ਜਾਵੇ ਸਾਡੇ ਨਾਲ, ਤੇ ਅੱਗੋਂ ਸਰਕਾਰ ਦੀ ਅੜੀ ਹੋਵੇ ਵੀ ਗੱਲ ਨਹੀਂ ਕਰਨੀ, ਤੇ ਉਹ ਦੂਜੇ ਪਾਸੇ ਦੀ ਅੜੀ ਹੈ ਵੀ ਫਿਰ ਅਸੀਂ ਚੱਲਣ ਨਹੀਂ ਦੇਣੀ, ਤੇ ਫਿਰ ਉਹ ਮਤਲਬ ਕੋਈ ਸਾਰਥਕ ਸਿੱਟੇ ਉਹਦੇ ਕੀ ਨਿਕਲਣਗੇ? देखो सार्थक सिस्टम ਇਹ ਵੀ ਮਤਲਬ ਇੱਕ ਕਿਸਮ ਦੀ ਐਜੀਟੇਸ਼ਨ ਹੀ ਹੋਗੀ ਨਾ, ਫਿਰ ਇਹ ਤਾਂ ਇੱਕ ਕਿਸਮ ਦੀ ਪਾਰਲੀਮੈਂਟ ਨੂੰ ਹੋਈ ਐਜੀਟੇਸ਼ਨ ਹੀ ਹੋਗੀ ਨਾ, ਐਜੀਟੇਸ਼ਨ ਦਾ ਪਾਰਟ ਹੋ ਗਈ ਇੱਕ। ਬਿਲਕੁਲ ਐਜੀਟੇਸ਼ਨ ਦਾ ਪਾਰਟ ਹੋ ਗਈ, ਪਰ ਜਦੋਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਭਗਵੰਤ ਮਾਨ ਨੇ 5ਵੀਂ ਵਾਰ ਕੰਮ ਰੋਕੂ ਮਤਾ ਪੇਸ਼ ਕੀਤਾ, ਉਦੋਂ ਮਤਾ ਪੇਸ਼ ਕਰਦੇ ਗੱਲ ਤਾਂ ਕੀਤੀ ਹੈ ਨਾ ਉਹਨਾਂ ਨੇ, 3 ਖੇਤੀ ਕਾਨੂੰਨਾਂ ਦੀ ਗੱਲ ਕੀਤੀ ਆ ਮਤਾ ਪੇਸ਼ ਕਰਦਿਆਂ ਵੀ ਇਹ ਰੱਦ ਹੋਣੇ ਚਾਹੀਦੇ ਆ, ਤੇ ਉਹਦੇ ਤੇ 1-2 ਤਰਕ ਉਹਨਾਂ ਨੇ ਆਪਣੇ ਦਿੱਤੇ ਹੋਣਗੇ, ਇੰਨੀ ਕੀ ਗੱਲ ਹੁੰਦੀ ਹੈ। ਪਰ ਇਹ ਵੀ ਜੇ ਪਾਰਲੀਮੈਂਟ ਰਾਹੀਂ ਵੀ ਐਜੀਟੇਸ਼ਨ ਹੋ ਰਹੀ ਹੈ, ਸਰਕਾਰ ਤੇ ਇੱਕ ਦਬਾਅ ਤਾਂ ਬਣ ਗਿਆ ਨਾ, ਭਾਵੇਂ ਉਹ ਗੱਲ ਸਰਕਾਰ ਕਰਨ ਨੂੰ ਤਿਆਰ ਨਹੀਂ ਹੈ, ਪਰ ਸਰਕਾਰ ਤੇ ਇੱਕ ਬਹੁਤ ਵੱਡਾ ਦਬਾਅ ਤਾਂ ਬਣ ਗਿਆ, ਜਿਹਦੇ ਕਰਕੇ ਰੋਜ਼ ਹੀ ਭਾਵੇਂ ਬੇਤੁਕੇ ਹੀ ਸਹੀ ਨਰਿੰਦਰ ਤੋਮਰ ਬਿਆਨ ਦੇਣ ਲੱਗ ਪਏ ਆ, ਫਿਰ ਕਹਿ ਦਿੱਤਾ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਜੀ, ਕਿਸਾਨ ਗੱਲਬਾਤ ਨਹੀਂ ਕਰਦੇ, ਕਿਸਾਨ ਗੱਲਬਾਤ ਕਰਨ, ਪਰ ਉੱਥੇ ਮਸਲਾ ਫਿਰ ਖੜ ਜਾਂਦਾ ਵੀ ਤੁਸੀਂ ਗੱਲਬਾਤ ਦੀ ਫਾਰਮਲੀ ਜਿਹੜਾ ਆ ਤੁਸੀਂ ਕਿਸਾਨਾਂ ਨੂੰ ਬੁਲਾ ਹੀ ਨਹੀਂ ਰਹੇ, ਗੱਲਬਾਤ ਕਿੱਥੇ ਜਾ ਕੇ ਕਰ ਦੋ। ਤੇ ਅਲਟੀਮੇਟਲੀ ਜੇ ਪਾਰਲੀਮੈਂਟ ਰਾਹੀਂ ਹੀ ਐਜੀਟੇਸ਼ਨ ਹੈ ਤਾਂ ਵੀ ਇੱਕ ਦਬਾਅ ਦਾ ਇੱਕ ਕਿਤੇ ਨਾ ਕਿਤੇ ਇੱਕ ਕਾਰਨ ਤਾਂ ਬਣ ਗਿਆ ਨਾ ਸਰਕਾਰ ਦੇ ਉੱਤੇ, ਤੇ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਵੀ ਇਹ ਚੋਂ ਨਿਕਲਣਾ ਕਿੱਦਾਂ। ਸੋ ਨਿਕਲਣ ਲਈ ਰਸਤਾ ਹਾਲੇ ਸਰਕਾਰ ਨੂੰ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਸਰਕਾਰ ਜ਼ਿੱਦ ਤੇ ਅੜੀ ਹੋਈ ਹੈ, ਤੇ ਜ਼ਿੱਦ ਵੀ ਇਕੱਲੀ ਸਰਕਾਰ ਦੀ ਨਹੀਂ ਹੈ, ਜ਼ਿੱਦ ਇਕੱਲੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਹੈ, ਤੇ ਉੱਦਾਂ ਸਰਕਾਰ ਦੇ ਵਿੱਚ ਬੈਠੇ ਲੋਕ ਵੀ ਹੁਣ ਕਿਤੇ ਨਾ ਕਿਤੇ ਸੋਚਣ ਲੱਗ ਪਏ ਹੋਣਗੇ ਵੀ ਅਸੀਂ ਕਿੱਥੇ ਫਸ ਗਏ। ਖਾਸ ਤੌਰ 'ਤੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੱਖ-ਵੱਖ ਸੂਬਿਆਂ ਦੀ ਲੀਡਰਸ਼ਿਪ ਹੈ, ਸਪੈਸ਼ਲੀ ਉਹਨਾਂ ਸੂਬਿਆਂ ਦੀ ਜਿੱਥੇ ਐਜੀਟੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ, ਪੰਜਾਬ ਆ, ਹਰਿਆਣਾ ਆ, ਰਾਜਸਥਾਨ, ਤੇ ਨਾਲ ਹੁਣ ਯੂਪੀ ਦੇ ਵਿੱਚ ਜਿਸ ਤਰ੍ਹਾਂ ਮਿਸ਼ਨ ਯੂਪੀ ਜਿਹੜਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਸੋ ਜਿਹੜੀ ਇਹ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ, ਉਹ ਤਾਂ ਬਹੁਤ ਜ਼ਿਆਦਾ ਮੁਸੀਬਤ 'ਚ ਹੈ। ਇਸ ਮੁਸੀਬਤ ਦੇ ਵਿੱਚੋਂ ਅਨਿਲ ਜੋਸ਼ੀ ਵਰਗੇ ਬੰਦੇ ਜਿਹੜੇ ਆ ਉਹ ਫਿਰ ਬਾਹਰ ਨਿਕਲਦੇ ਆ ਭਾਰਤੀ ਜਨਤਾ ਪਾਰਟੀ ਤੋਂ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਲੋੜ ਤਾਂ ਇਸ ਗੱਲ ਦੀ ਹੈ ਵੀ ਜਿਹੜੀ ਓਪੋਜੀਸ਼ਨ ਹੈ ਉਹ ਇਸ ਢੰਗ ਦੇ ਨਾਲ ਵਿਉਂਤਬੰਦੀ ਕਰੇ ਵੀ ਉੱਥੇ ਸੰਵਾਦ ਰਚਾਇਆ ਜਾ ਸਕੇ, ਸਰਕਾਰ ਨੂੰ ਲੌਜੀਕਲੀ ਸ਼ਰਮਸਾਰ ਕੀਤਾ ਜਾ ਸਕੇ, ਲੌਜੀਕਲੀ ਲਾਜਵਾਬ ਕੀਤਾ ਜਾ ਸਕੇ। ਉਹ ਹਾਲੇ ਨਹੀਂ ਹੋ ਪਾ ਰਿਹਾ, ਪਰ ਫਿਰ ਵੀ ਇੱਕ ਐਜੀਟੇਸ਼ਨ ਪਾਰਲੀਮੈਂਟ ਦੇ ਬਾਹਰ ਜਿਹੜੀ ਕਿਸਾਨਾਂ ਦੀ ਪਾਰਲੀਮੈਂਟ ਹੈ ਉੱਥੇ ਲੜੀ ਜਾ ਰਹੀ ਹੈ, ਇੱਕ ਐਜੀਟੇਸ਼ਨ ਜਿਹੜੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਲੜੀ ਜਾ ਰਹੀ ਹੈ, ਪੰਜਾਬ ਦੇ ਵਿੱਚ, ਹਰਿਆਣੇ 'ਚ ਖਾਸ ਤੌਰ ਦੇ ਉੱਤੇ ਲੜੀ ਜਾ ਰਹੀ ਹੈ। ਇੱਕ ਐਜੀਟੇਸ਼ਨ ਡਿਜ਼ਾਈਨ ਕਰ ਲਈ ਗਈ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਮਿਸ਼ਨ ਉੱਤਰ ਪ੍ਰਦੇਸ਼ ਦੇ ਰੂਪ ਦੇ ਵਿੱਚ, ਤੇ ਇੱਕ ਐਜੀਟੇਸ਼ਨ ਪਾਰਲੀਮੈਂਟ ਰਾਹੀਂ ਲੜੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ, ਭਾਵੇਂ ਉਹਦੇ ਵਿੱਚ ਬਹੁਤੇ ਨੁਮਾਇੰਦੇ ਜਾਂ ਬਹੁਤੀਆਂ ਪਾਰਟੀਆਂ ਦਿਖਾਵੇ ਦੀ ਪੋਲਿਟਿਕਸ ਨਹੀਂ ਕਰਦੀਆਂ ਹੋਣ, ਪਰ ਇਹਦੇ ਨਾਲ ਇੱਕ ਦਬਾਅ ਸਰਕਾਰ ਤੇ ਜ਼ਰੂਰ ਬਣ ਰਿਹਾ। ਦਸਾਂਝ ਸਾਹਿਬ, ਜਦੋਂ ਆਪਾਂ ਮੈਂ ਉਹ ਭੁੱਲ ਨਾ ਜਾਵਾਂ, ਮੈਂ ਕੱਲ ਪਰਸੋਂ ਵੀ ਸਵਾਲ ਉਠਾਇਆ ਸੀਗਾ ਕਿ ਜਿਸ ਤਰ੍ਹਾਂ ਕਿਸਾਨਾਂ ਦੀਆਂ 11-12 ਮੀਟਿੰਗਾਂ ਹੋਈਆਂ, ਜਿਹੜੇ ਸਵਾਲ ਜਵਾਬ ਹੋਏ ਉਹ ਔਨ ਰਿਕਾਰਡ ਕਿਸੇ ਤਰ੍ਹਾਂ ਲੋਕਾਂ ਤੱਕ ਆਉਣੇ ਚਾਹੀਦੇ। ਤੁਸੀਂ ਵੀ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਸੋਰਸਿਸ ਥਰੂ ਕਰਾਂਗਾ। ਮੈਂ ਹੁਣ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜਿਹੜੀ ਪਾਰਲੀਮੈਂਟ ਬਾਹਰ ਚੱਲ ਰਹੀ ਆ, ਕਿਸਾਨ ਪਾਰਲੀਮੈਂਟ ਜਿਹਨੂੰ ਅਸੀਂ ਕਹਿ ਰਹੇ ਹਾਂ, ਉਹ ਸਾਰਾ ਕੁਝ ਔਨ ਰਿਕਾਰਡ ਹੋ ਰਿਹਾ, ਜਾਂ ਜਿਹੜੇ ਛੋਟੇ ਮੋਟੇ ਚੈਨਲ ਨੇ ਆਪਣੀ ਮਰਜ਼ੀ ਨਾਲ ਜਿੰਨਾ ਕੁ ਉਹਨਾਂ ਨੂੰ ਚਾਹੀਦਾ ਹੁੰਦਾ ਉਹ ਰਿਕਾਰਡ ਕਰ ਲੈਂਦੇ ਨੇ ਤੇ ਆਪਣੇ ਢੰਗ ਨਾਲ ਤਰੋੜ ਮੋੜ ਕੇ ਪੇਸ਼ ਕਰਦੇ ਆ? ਕਿ ਆਫੀਸ਼ੀਅਲੀ ਕਿਸਾਨ ਮੋਰਚੇ ਵੱਲੋਂ ਪੂਰੀ ਦੀ ਪੂਰੀ ਪਾਰਲੀਮੈਂਟ ਦੀ ਕਾਰਵਾਈ ਕਿਤੇ ਰਿਕਾਰਡ ਹੋ ਰਹੀ ਹੈ ਤਾਂ ਕਿ ਕੱਲ੍ਹ ਨੂੰ ਇਤਿਹਾਸ 'ਚ ਦਰਜ ਹੋ ਸਕੇ ਕਿ ਆਹ ਸਵਾਲ ਉੱਠੇ ਸੀ, ਇੱਦਾਂ ਦੇ ਜਵਾਬ ਆਏ, ਆਹ ਕੰਮ ਹੋਏ? ਕੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਐਸੀ ਟੀਮ ਤਿਆਰ ਕੀਤੀ ਗਈ ਆ ਜਿਹੜੀ ਉਹਨੂੰ ਕਿਸਾਨ ਮੋਰਚੇ ਲਈ ਤੇ ਆਮ ਲੋਕਾਂ ਲਈ ਆਫੀਸ਼ੀਅਲੀ 100% ਰਿਕਾਰਡ ਕਰੇ ਕਿ ਉੱਥੇ ਕੀ ਹੋਇਆ? ਦੇਖੋ, ਗੱਲ ਆ ਵੀ ਆਫੀਸ਼ੀਅਲੀ ਉਹਦੀ ਕੋਈ ਡਿਊਟੀ ਲਾਈ ਗਈ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਉਹਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਏ, ਇਹਦੇ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ। ਮੈਂ ਪੁੱਛ ਲਾਂਗਾ ਆਪਣੇ ਸਾਥੀਆਂ ਤੋਂ, ਜਿਹੜੇ ਸਾਥੀ ਉੱਥੇ ਲਗਾਤਾਰ ਹੈਗੇ ਨੇ। ਪਰ ਜਿਹੜਾ ਕਿਸਾਨ ਮੋਰਚਾ ਪੇਜ ਬਣਿਆ ਹੋਇਆ, ਕਿਸਾਨ ਮੋਰਚਾ ਜਿਹੜਾ ਪੇਜ ਬਣਿਆ ਫੇਸਬੁੱਕ ਦੇ ਉੱਤੇ, ਤੇ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਉਹਨਾਂ ਦੇ ਪੇਜਸ ਨੇ, ਉਹਦੇ ਤੇ ਲਗਾਤਾਰ ਲਾਈਵ ਸਾਰੀਆਂ ਜਿਹੜੀਆਂ ਉਹ ਦਸਾਂਝ ਸਾਹਿਬ, ਮੈਂ ਤਾਂ ਜ਼ਿਕਰ ਬਾਰ-ਬਾਰ ਕਰ ਰਿਹਾ ਕਿ ਇਹ ਆਫੀਸ਼ੀਅਲੀ ਹੋਵੇ ਤੇ ਇਹ ਟੁੱਟਵੀਂ ਰਿਪੋਰਟਾਂ ਆ ਰਹੀਆਂ ਹੁੰਦੀਆਂ ਨਾ ਜੀ, ਕਦੀ ਕਿਸੇ ਚੈਨਲ ਨੇ ਪਾਤੀ, ਕਦੀ ਕਿਸੇ ਨੇ ਆਪਣੇ
ਢੰਗ ਨਾਲ ਔਰ ਉਹਦਾ ਕੈਪਸ਼ਨ ਵੀ ਆਪਣੇ ਢੰਗ ਦਾ ਦੇ ਕੇ ਉਹਨੂੰ ਆਪਣੇ ਢੰਗ ਨਾਲ ਯੂਜ਼ ਕਰਦੇ ਲੋਕ। ਜੇ ਸੰਯੁਕਤ ਮੋਰਚੇ ਵੱਲੋਂ ਕੋਈ ਅਫੀਸ਼ੀਅਲ ਤੌਰ 'ਤੇ ਕੋਈ ਇਸ ਤਰ੍ਹਾਂ ਦੀ ਇੱਕ ਟੀਮ ਤਿਆਰ ਕਰ ਲਈ ਜਾਵੇ, ਇੰਨਾ ਵੱਡਾ ਮੋਰਚਾ ਚੱਲ ਰਿਹਾ ਹੈ, ਕਿ ਉਹਨੂੰ ਵਿਧੀਵਤ ਢੰਗ ਨਾਲ ਸਾਰੀ ਔਨ ਕੈਮਰਾ ਰਿਕਾਰਡ ਕਰੇ ਤੇ ਉਹ ਦਸਤਾਵੇਜ਼ੀ ਰੂਪ ਦੇ ਵਿੱਚ ਸੰਭਾਲੀ ਜਾਵੇ ਤੇ ਆਉਣ ਵਾਲੇ ਅਗਲੇ ਨਸਲਾਂ ਤੱਕ ਉਹ ਜਾਵੇ ਕਿ ਕਿਸ ਤਰ੍ਹਾਂ ਦੀ ਜਦੋਜਹਿਦ ਲੜੀ ਗਈ ਸੀਗੀ ਔਰ ਇਹ ਸਾਰੀ ਚੀਜ਼ ਆਮ ਜਨਤਾ ਤੱਕ ਪਹੁੰਚੇ। ਮੇਰਾ ਇਹ ਖਿਆਲ ਸੀਗਾ। ਕਿਸਾਨ ਮੋਰਚਾ ਇੱਕ ਲਾਈਵ ਪੇਜ ਹੈ ਤੇ ਉਹਦੇ ਤੇ ਕਾਫੀ ਕੁਝ ਜਿਹੜਾ ਲਾਈਵ ਉਹ ਦਿਖਾਉਂਦੇ ਆ ਤੇ ਇੱਕ ਕਿਸਮ ਦਾ ਇੱਕ ਪੂਰਾ ਦਾ ਪੂਰਾ ਦਸਤਾਵੇਜ਼ ਬਣਦਾ ਚਲਾ ਜਾਂਦਾ ਤੇ ਉਹਦੇ ਚ ਕਿੱਦਾਂ ਕੁ ਸਾਰਾ ਲਗਾਤਾਰ ਲਾਈਵ ਦਿਖਾਉਂਦੇ ਆ ਜਾਂ ਟੁੱਟਵਾਂ ਦਿਖਾਉਂਦੇ ਆ, ਕਿਉਂਕਿ ਮੈਂ ਜ਼ਿਕਰ ਕੀਤਾ ਕਿ ਸਾਡੇ ਕੋਲ ਵੀ ਇੰਨਾ ਵਕਤ ਨਹੀਂ ਹੁੰਦਾ ਵੀ ਇੰਨਾ ਕੁਝ ਅਸੀਂ ਦੇਖ ਨਹੀਂ ਪਾਉਂਦੇ ਤੇ ਪਰ ਫਿਰ ਵੀ ਮੈਂ ਇਹ ਜਾਣਕਾਰੀ ਜਿਹੜੀ ਆ ਉਹਨਾਂ ਨਾਲ ਸਾਂਝੀ ਕਰਦਾ ਤੇ ਦੇਖਦਾ ਕਿ ਉਹਨੂੰ ਕਿਸ ਤਰੀਕੇ ਨਾਲ ਲਿਆ ਜਾ ਰਿਹਾ, ਪਰ ਲਿਆ ਜਾਣਾ ਚਾਹੀਦਾ। ਇਹ ਮੈਂ ਠੀਕ ਹੈ ਗੱਲ ਤੁਹਾਡੀ, ਮੈਂ ਤੁਹਾਡੇ ਨਾਲ ਵਾਅਦਾ ਵੀ ਕੀਤਾ ਸੀ ਤੇ ਮੈਂ ਇਹ ਗੱਲ ਕੀਤੀ ਵੀ ਆ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਦੇ ਨਾਲ ਤੇ ਉਹਨਾਂ ਨੇ ਯਕੀਨ ਵੀ ਦਵਾਇਆ ਵੀ ਅਸੀਂ ਇਹਨੂੰ ਕਿਸੇ ਤਰੀਕੇ ਦੇ ਨਾਲ ਦਸਤਾਵੇਜ਼ੀ ਰੂਪ ਲਾਜ਼ਮੀ ਤੌਰ 'ਤੇ ਦੇਵਾਂਗੇ, ਚਾਹੇ ਉਹ ਇਲੈਕਟ੍ਰੋਨਿਕ ਤਰੀਕਾ ਹੋਵੇ ਜਾਂ ਉਹ ਪ੍ਰਿੰਟ ਦਾ ਤਰੀਕਾ ਹੋਵੇ। ਉਹਨਾਂ ਨੇ ਪ੍ਰੋਮਿਸ ਤਾਂ ਕੀਤਾ ਹੈ, ਪਰ ਜਿਹੜੀ ਪਾਰਲੀਮੈਂਟ ਚੱਲ ਰਹੀ ਹੈ, ਕਿਉਂਕਿ ਇਹ ਵੀ ਬਹੁਤ ਹਿਸਟੋਰੀਕਲ ਪਲ ਨੇ, ਜਿਸ ਢੰਗ ਦੇ ਨਾਲ ਉੱਥੇ ਸੰਵਾਦ ਰਚਾਇਆ ਜਾ ਰਿਹਾ ਹੈ, ਜਿਵੇਂ ਬਕਾਇਦਾ ਪ੍ਰੋਪਰ ਪਾਰਲੀਮੈਂਟ ਚੱਲਦੀ ਹੁੰਦੀ ਹੈ ਉੱਦਾਂ ਚਲਾਈ ਜਾ ਰਹੀ ਹੈ ਕਿਸਾਨਾਂ ਦੀ ਪਾਰਲੀਮੈਂਟ, ਤੇ ਜਿਵੇਂ ਉੱਥੇ ਸਵਾਲ ਉੱਠ ਰਹੇ ਨੇ ਕੱਲੇ ਕੱਲੇ ਕਾਨੂੰਨ ਬਾਰੇ ਬਹਿਸ ਹੋ ਰਹੀ ਹੈ, ਜਿੱਦਾਂ ਅੱਜ ਹੋਈ ਹੈ ਬੀਬੀਆਂ ਦੀ ਕਿਸਾਨ ਸੰਸਦ ਦੇ ਵਿੱਚ ਵੀ ਸਟੋਰੇਜ ਵਾਲੇ ਜਿਹੜਾ ਬਿੱਲ ਦੇ ਉੱਤੇ ਕਾਨੂੰਨ ਦੇ ਉੱਤੇ ਬਕਾਇਦਾ ਚਰਚਾ ਹੋਈ ਹੈ, ਕੱਲੀ ਮੱਦ ਦੇ ਉੱਤੇ ਚਰਚਾ ਹੋਈ ਹੈ ਤੇ ਬਕਾਇਦਾ ਉੱਥੇ ਮੰਤਰੀ ਵੀ ਬਣਾਏ ਗਏ। ਜਿੱਦਾਂ ਇਹ 2 ਦਿਨ ਪਹਿਲਾਂ ਪਿਛਲੇ ਹਫਤੇ ਜਿਹੜਾ ਵੀਕਐਂਡ ਦੇ ਉੱਤੇ ਜਿਹੜਾ ਕਿਸਾਨ ਸੰਸਦ ਲੱਗੀ ਸੀ, ਉੱਥੇ ਬਕਾਇਦਾ ਇੱਕ ਖੇਤੀ ਮੰਤਰੀ ਬਣਾਇਆ ਗਿਆ, ਉਹਦੇ ਤੋਂ ਜਵਾਬ ਲਏ ਗਏ ਤੇ ਬਾਅਦ 'ਚ ਖੇਤੀ ਮੰਤਰੀ ਨੇ ਅਸਤੀਫਾ ਦਿੱਤਾ। ਜਿੱਦਾਂ ਅੱਜ ਕਾਨੂੰਨ ਜਿਹੜੇ ਰੱਦ ਕੀਤੇ ਗਏ ਪਾਰਲੀਮੈਂਟ ਵੱਲੋਂ, ਕਿਸਾਨਾਂ ਦੀ ਪਾਰਲੀਮੈਂਟ ਵੱਲੋਂ, ਇਹ ਬੜਾ ਹਿਸਟੋਰੀਕਲ ਹੈ। ਇਹਦੀ ਲਾਜ਼ਮੀ ਤੌਰ 'ਤੇ ਦਸਤਾਵੇਜ਼ੀਕਰਨ ਜਿਹੜਾ ਇਹਦਾ ਹੋਣਾ ਚਾਹੀਦਾ ਤੇ ਕੁਝ ਲਾਈਵ ਤਾਂ ਹੋ ਰਿਹਾ ਕਿਸਾਨ ਮੋਰਚੇ ਦੇ ਪੇਜ 'ਤੇ, ਸਾਰਾ ਲਾਈਵ ਹੋ ਰਿਹਾ ਜਾਂ ਨਹੀਂ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ, ਇਹ ਅੱਜ ਮੈਂ ਪਤਾ ਕਰਨਾ। ਅੱਜ ਆਪਾਂ ਕਰਾਂਗੇ ਜੀ ਡਾਕਟਰ ਕਮਲਜੀਤ ਨਾਲ ਵੀ ਗੱਲ ਹੋ ਸਕਿਆ, ਜੇ ਉਹ ਸਵੇਰੇ ਉੱਠ ਗਏ ਤੇ ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਉਹਨਾਂ ਨੂੰ ਆਪਣੇ ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਆਪਾਂ ਲਵਾਂਗੇ, ਉਹਨਾਂ ਕੋਲੋਂ ਵੀ ਵਧੇਰੇ ਜਾਣਕਾਰੀ ਲਵਾਂਗੇ, ਸਾਰੀ ਗੱਲਬਾਤ ਦੀ ਕਿੱਦਾਂ ਹੋਇਆ, ਉਹਨਾਂ ਦੇ ਵੀ ਵਿਚਾਰ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ। ਮੈਂ ਹੁਣ ਇੱਥੇ ਦਿਨ ਚੜ੍ਹਦਾ, ਹੋਰ ਥੋੜ੍ਹੀ ਦੇਰ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਡਾਕਟਰ ਸਾਹਿਬਾਂ ਨਾਲ ਗੱਲ ਕਰ ਸਕੀਏ, ਜੇ ਉਹ ਅਵੇਲੇਬਲ ਹੋਏ ਕੱਲ੍ਹ ਸਵੇਰੇ, ਤੇ ਕਿਉਂਕਿ ਥੋੜ੍ਹਾ ਅਰਲੀ ਹੁੰਦਾ ਸਾਡਾ ਸ਼ੋਅ ਇੰਡੀਆ ਦੇ ਟਾਈਮ ਮੁਤਾਬਕ, ਜੇ ਉਹਨਾਂ ਨੂੰ ਕਨਵੀਨੀਅੰਟ ਹੋਇਆ ਤੇ ਫਿਰ ਉਹਨਾਂ ਨੂੰ ਅਸੀਂ ਨਾਲ ਜੋੜਨ ਦਾ ਯਤਨ ਕਰਾਂਗੇ, ਜੇ ਉਹਨਾਂ ਕੋਲ ਉੱਥੇ ਕਿਤੇ ਅੱਜ ਹਾਲੇ ਉਹ ਦਿੱਲੀ ਦੇ, ਕਿਉਂਕਿ ਰਾਤ ਸ਼ਾਮ ਨੂੰ ਪਾਰਲੀਮੈਂਟ ਖਤਮ ਹੋਈ ਹੈ ਤੇ ਉਹਨਾਂ ਦਾ ਪੋਸੀਬਲ ਨਹੀਂ ਸੀ ਵਾਪਸ ਚੰਡੀਗੜ੍ਹ ਆਉਣਾ, ਸੋ ਮੈਨੂੰ ਲੱਗਦਾ ਅੱਜ ਸ਼ਾਮ ਤੱਕ ਉਹ ਵਾਪਸ ਚੰਡੀਗੜ੍ਹ ਆ। ਤੁਸੀਂ ਵੀ ਸੰਪਰਕ ਕਰ ਲਿਓ, ਸੰਪਰਕ ਤੇ ਮੈਂ ਵੀ ਕੋਸ਼ਿਸ਼ ਕਰ ਲਾਂਗਾ, ਉਹਨਾਂ ਦਾ WhatsApp ਨੰਬਰ ਹੋਏਗਾ ਮੇਰੇ ਖਿਆਲ ਚੱਲਦਾ ਮੇਰੇ ਕੋਲ, ਤੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਹੋਰ ਕੁਝ ਕਿਸਾਨ ਮੋਰਚੇ ਦੀਆਂ ਪਹਿਲਾਂ ਗੱਲਾਂ ਤੁਹਾਡੇ ਨਾਲ ਕਰ ਲਾਂ। ਅੱਜ ਸੰਯੁਕਤ ਕਿਸਾਨ ਮੋਰਚੇ ਦਾ ਮਿਸ਼ਨ ਯੂਪੀ ਤੇ ਉੱਤਰਾਖੰਡ ਦਾ ਜਿਹੜਾ ਵਾ ਉਹ ਆ ਗਿਆ। ਮੈਂ ਇੱਕ ਚੀਜ਼ ਹੋਰ ਪੁੱਛਣੀ ਸੀ ਜਿਹੜੀ ਮੈਂ ਭੁੱਲ ਰਿਹਾ, ਜਿੱਦਾਂ ਤੁਸੀਂ ਦੱਸਿਆ ਹੈ ਕਿ ਅੱਜ ਜਿਹੜਾ ਆ ਉਹ ਇੱਕ ਖਾਸ ਵਿਸ਼ੇ ਦੇ ਉੱਤੇ ਸਾਰੀ ਬਹਿਸ ਹੋਈ, ਫਿਰ ਬਾਅਦ 'ਚ ਕਾਨੂੰਨ ਰੱਦ ਕੀਤੇ ਗਏ, ਪਰਸੋਂ ਜਿਹੜੇ ਸੀ ਉਹ ਇੱਦਾਂ ਕੀਤਾ। ਕੀ ਇਹਦੇ ਲਈ ਪਹਿਲਾਂ ਕਿਸਾਨ ਮੋਰਚਾ ਦੇ ਆਗੂ ਜਿਹੜੀਆਂ ਲੋਕਾਂ ਨੇ ਜਾਣਾ ਹੁੰਦਾ, ਉਹਨਾਂ ਨੂੰ ਕੋਈ ਮੌਕ ਡਰਿਲ ਵਗੈਰਾ ਵੀ ਕਰਾਉਂਦੇ ਨੇ ਖਾਸ ਕਰਕੇ, ਜਾਂ ਉਹਨਾਂ ਨੂੰ ਇਹ ਇਸ਼ੂ ਦੇ ਕੇ ਕੋਈ ਕਿਸ ਤਰ੍ਹਾਂ ਦੀ ਰਿਹਰਸਲ ਜਾਂ ਕੁਝ ਕਰਕੇ ਕਿ ਤਾਂ ਕਿ ਉੱਥੇ ਉਹ ਸਕਸੈਸਫੁਲੀ ਪਰਫਾਰਮ ਕਰ ਸਕਣ, ਕਿ ਉਹਦਾ ਵਧੀਆ ਅਸਰ ਜਾਵੇ? ਇੱਦਾਂ ਕੁਝ ਪਲਾਨਿੰਗ ਹੈ ਜੀ ਸੰਯੁਕਤ ਮੋਰਚੇ ਦੀ ਕਿ ਉਹ ਟੌਪਿਕ ਪਹਿਲਾਂ ਦੇ ਦਿੱਤਾ ਜਾਵੇ ਤੇ ਉਹਦੀ ਮੌਕ ਡਰਿਲ ਪਹਿਲਾਂ ਹੋਵੇ? ਮੌਕ ਡਰਿਲ ਤਾਂ ਪਹਿਲਾਂ ਨਹੀਂ ਹੁੰਦੀ, ਟੌਪਿਕ ਪਹਿਲਾਂ ਦਿੱਤਾ ਜਾਂਦਾ, ਕਿਉਂਕਿ ਜਿਹੜੇ ਜਾਂਦੇ ਨੇ ਕਿਸਾਨ ਪ੍ਰਤੀਨਿਧ ਉੱਥੇ, ਤੇ ਉਹ ਕਈ ਵਾਰੀ ਜਿੱਦਾਂ ਹੁਣ ਚੰਡੀਗੜ੍ਹ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਚਲੋ ਮੈਂ ਕਹਿੰਦਾ ਟੋਰਾਂਟੋ ਤੋਂ ਹੀ ਸਪੈਸ਼ਲੀ ਕਮਲਜੀਤ ਢਿੱਲੋਂ ਗਏ ਆ, ਉਹਨਾਂ ਨੂੰ ਇਹ ਤਾਂ ਪਤਾ ਸੀ ਵੀ ਹਾਂ ਵੀ ਜਾਣਾ ਹੈ, ਪਰ ਨਾਲੇ ਵੀ ਪਤਾ ਸੀ ਟੌਪਿਕ ਕੀ ਆ, ਪਰ ਕੋਈ ਰਿਹਰਸਲ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹ ਜਿਹੜੇ ਪ੍ਰਤੀਨਿਧ ਜਾ ਰਹੇ ਨੇ ਜੀ, ਹਰਜੀਤ ਗਿੱਲ ਜੀ, ਮੈਂ ਤਾਂ ਬੜਾ ਇਸ ਗੱਲੋਂ ਹੈਰਾਨ ਵੀ ਹਾਂ ਵੀ ਇਕੱਲੇ ਪ੍ਰਤੀਨਿਧ ਨਹੀਂ, ਸਧਾਰਨ ਤੋਂ ਸਧਾਰਨ ਕਿਸਾਨ ਵੀ ਜਿਹੜਾ ਉਹ ਹੁਣ ਇੰਨਾ ਕੁਝ ਜਾਣ ਗਿਆ 3 ਖੇਤੀ ਕਾਨੂੰਨਾਂ ਬਾਰੇ ਕਿ ਉਹ ਕੋਈ ਵੀ ਕਿਸਾਨ ਜਿਹੜਾ, ਜੇ ਤੁਸੀਂ ਕਿਤੇ ਵੀ ਜਿਹੜੇ ਚਾਹੇ ਟੋਲ ਪਲਾਜ਼ੇ 'ਤੇ ਕਿਸਾਨ ਬੈਠੇ ਨੇ, ਮੋਰਚਿਆਂ 'ਚ ਬੈਠੇ ਨੇ, ਤੁਸੀਂ ਕਿਸੇ ਵੀ ਕਿਸਾਨ ਨਾਲ, ਸਧਾਰਨ ਤੋਂ ਸਧਾਰਨ ਕਿਸਾਨ ਨਾਲ ਵੀ ਗੱਲ ਕਰਕੇ ਦੇਖੋ, ਉਹ ਕਿਸੇ ਲੀਡਰ ਤੋਂ ਘੱਟ ਨਹੀਂ ਹੈ। ਹਰ ਕਿਸਾਨ ਹੀ ਅੱਜ ਲੀਡਰ ਬਣਾ ਦਿੱਤਾ ਗਿਆ ਜਿਹੜਾ ਇਸ ਮੋਰਚੇ 'ਚ ਸ਼ਾਮਲ ਹੈ।
ਮਤਲਬ ਮੈਂ ਤਾਂ ਹੈਰਾਨ ਹੁਣਾ ਕਿ ਇੱਕ ਇੱਥੇ ਮੋਹਾਲੀ ਦਾ ਬੱਚਾ ਬੜਾ ਮਸ਼ਹੂਰ ਹੋ ਗਿਆ। ਹਾਂਜੀ ਉਹ ਜਿਹੜਾ ਉਸ ਦਿਨ ਜੇਲ੍ਹ ਜਾਣ ਵਾਸਤੇ ਵੀ ਤਿਆਰ ਸੀ ਤੇ ਉਹਨੂੰ ਬੱਸ 'ਚ ਵੀ ਬਿਠਾ ਲਿਆ ਗਿਆ। ਉਸ ਤੋਂ ਪਹਿਲਾਂ ਵੀ ਉਹਦੇ ਨਾਲ ਇੱਕ ਚੈਨਲ ਨੇ ਗੱਲਬਾਤ ਕੀਤੀ ਤੇ ਉਹਨੇ ਜਿਸ ਢੰਗ ਨਾਲ ਜਵਾਬ ਦਿੱਤੇ ਤੇ ਬੜੀ ਹੈਰਾਨੀ ਹੁੰਦੀ ਸੀ ਵੀ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਇਹ ਇੰਨੀਆਂ ਚੀਜ਼ਾਂ ਕਿੱਦਾਂ ਜਾਣਦਾ। ਸੋ ਮੈਨੂੰ ਲੱਗਦਾ ਕਿ ਜਿਹੜੀ ਜਾਗਰੂਕਤਾ ਦੇ ਲੈਵਲ ਦੀ ਆਪਾਂ ਗੱਲ ਕਰਦੇ ਸੀ ਇੱਕ ਦਿਨ ਅੱਗੇ ਵੀ, ਉਹ ਜਿਹੜਾ ਬਾਕੀ ਸਧਾਰਨ ਬੰਦਾ ਉਹਦੇ 'ਚ ਕਿੰਨੀ ਕੁ ਚੇਤਨਾ ਆਈ ਕਿੰਨੀ ਕੁ ਨਹੀਂ ਉਹ ਵੱਖਰਾ ਮਸਲਾ। ਪਰ ਜਿਹੜਾ ਵੀ ਬੰਦਾ ਇਸ ਅੰਦੋਲਨ ਨਾਲ ਜੁੜਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ, ਫਿਜ਼ੀਕਲੀ ਵੀ ਜਾਂ ਫਿਜ਼ੀਕਲੀ ਨਹੀਂ ਵੀ ਸ਼ਾਮਿਲ ਹੋ ਪਾ ਰਿਹਾ ਕੋਈ, ਪਰ ਘਰ ਬੈਠਾ ਵੀ ਜਾਂ ਆਪਣੇ ਕੰਮ ਦੀ ਥਾਂ ਦੇ ਉੱਤੇ ਵੀ ਜਿਹੜਾ ਬੰਦਾ ਇਸ ਅੰਦੋਲਨ ਨਾਲ ਦਿਲੋਂ ਜੁੜਿਆ ਹੋਇਆ, ਉਹਨੂੰ ਇਹ ਸਾਰੀਆਂ ਜਾਣਕਾਰੀਆਂ ਹੈਗੀਆਂ ਵੀ 3 ਖੇਤੀ ਕਾਨੂੰਨ ਕੀ ਆ, MSP ਤੇ ਗਰੰਟੀ ਕਾਨੂੰਨ ਕਿਉਂ ਚਾਹੀਦਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਹੈ, ਲੜਾਈ ਕੀ ਹੈ। ਸੋ ਇਸ ਕਰਕੇ ਕੋਈ ਬਹੁਤੀ ਤਿਆਰੀ ਦੀ ਲੋੜ ਨਹੀਂ ਹੈ ਇਹਨਾਂ ਨੂੰ। ਜਿਹੜੇ ਖਾਸ ਤੌਰ ਤੇ ਪ੍ਰਤੀਨਿਧ ਜਿਹੜੇ ਜਾਂਦੇ ਆ, ਉਹ ਸਗੋਂ ਜਿਹੜੀ ਲੀਡਰਸ਼ਿਪ ਆ ਉਹਦੀ ਜਿਹੜੀ ਦੂਜੀ ਟੀਮ ਹੈ ਜਾਂ ਪਹਿਲੀ ਟੀਮ ਹੈ ਦੂਜੀ ਟੀਮ ਹੈ, ਉਹਦੇ ਵਿੱਚੋਂ ਨੇ ਪ੍ਰਤੀਨਿਧ ਜਿਹੜੇ ਜਾ ਰਹੇ ਨੇ। ਤਾਂ ਉਹਨਾਂ ਨੂੰ ਕਾਫੀ ਜਾਣਕਾਰੀ ਵੀ ਆ, ਉਹ ਪੜ੍ਹੇ ਲਿਖੇ ਵੀ ਨੇ। ਹੁਣ ਤੁਸੀਂ ਜਿੱਦਾਂ ਇੱਕ ਆਮ ਭਾਸ਼ਾ ਜੀ ਵਰਤ ਲਈ ਜਾਂਦੀ ਸੀ ਵੀ ਇਹ ਤਾਂ ਜੱਟ ਬੂਟ ਨੇ ਜੀ, ਇਹਨਾਂ ਨੂੰ ਕੀ ਪਤਾ, ਇਹ ਤਾਂ ਹਨੇਰਾ ਢੋਂਦੇ ਨੇ। ਹੁਣ ਉਹ ਗੱਲ ਨਹੀਂ ਹੈ, ਬਹੁਤ ਜ਼ਿਆਦਾ ਫਰਕ ਪੈ ਗਿਆ। ਹਰ ਵਿਅਕਤੀ ਨੂੰ ਇਹਦੇ ਬਾਰੇ ਘੱਟੋ ਘੱਟ ਉਹ ਵਿਅਕਤੀ ਜਿਹੜਾ ਇਸ ਅੰਦੋਲਨ 'ਚ ਜੁੜਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨੂੰ ਕੱਲੀ ਕੱਲੀ ਜਾਣਕਾਰੀ ਹੈ ਵੀ ਖੇਤੀ ਕਾਨੂੰਨ ਕੀ ਹੈ ਤੇ ਸਰਕਾਰ ਦੇ ਨਾਲ ਲੜਾਈ ਕਿਸ ਗੱਲੋਂ। ਜੀ ਮੈਂ ਇਸ ਤੋਂ ਪਹਿਲਾਂ ਜਦੋਂ ਗੱਲ ਕੀਤੀ ਇਹ ਤੋਂ ਪਹਿਲਾਂ ਗੱਲ ਇਹ ਕਰ ਰਿਹਾ ਸੀਗਾ ਕਿ ਉੱਤਰਾਖੰਡ ਯੂਪੀ ਮਿਸ਼ਨ ਜਿਹੜਾ ਉਹ ਡਿਕਲੇਅਰ ਕਰਤਾ ਕਿਸਾਨ ਮੋਰਚੇ ਨੇ। ਤੇ ਅੱਜ ਟਕੈਤ ਸਾਹਿਬ ਦੇ ਕਾਫੀ ਸਖਤ ਬਿਆਨ ਆਏ ਨੇ 2-3। ਇੱਕ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਾਂ ਪੰਚਾਇਤ ਸ਼ੁਰੂ ਕਰ ਰਹੇ ਹਾਂ, ਮੁਜ਼ੱਫਰਨਗਰ ਤੋਂ ਸ਼ੁਰੂ ਕਰ ਰਹੇ ਹਾਂ ਜਿਹੜਾ ਉਹਨਾਂ ਦਾ ਆਪਣਾ ਇਲਾਕਾ ਆ। ਤੇ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਨਖਲਊ ਨੂੰ ਅਸੀਂ ਦਿੱਲੀ ਬਣਾ ਦਿਆਂਗੇ ਤੇ ਸਾਨੂੰ ਟਰੈਕਟਰ ਮਾਰਚ ਕਰਨ ਤੋਂ ਵੀ ਕੋਈ ਪਰਹੇਜ਼ ਨਹੀਂ, ਅਸੀਂ ਟਰੈਕਟਰ ਮਾਰਚ ਵੀ ਕਰਾਂਗੇ ਭਵਿੱਖ ਵਿੱਚ, ਸਭ ਕੁਝ ਕਰਾਂਗੇ। ਔਰ ਜਿਸ ਤਰੀਕੇ ਦੇ ਉਹਨਾਂ ਦੇ ਬਿਆਨ ਸਖਤ ਆ ਰਹੇ ਆ ਤੇ BJP ਇਲੈਕਸ਼ਨ ਦੇ ਰੌਂ 'ਚ ਹੈ, ਕਾਫੀ ਕੁਝ ਉੱਤਰ-ਥਲ ਹੋ ਰਹੀ ਹੈ BJP। ਜਿਵੇਂ ਤੁਸੀਂ ਜੋਸ਼ੀ ਸਾਹਿਬ ਦਾ ਜ਼ਿਕਰ ਕੀਤਾ, ਖੈਰ ਤੇ ਅੱਜ ਜਗਰੂਪਾ ਦਾ ਅਸਤੀਫਾ ਆਇਆ, ਹਾਲਾਂਕਿ ਉਹਦਾ ਕਿਸਾਨ ਅੰਦੋਲਨ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਗਾ। ਉਹ ਵੀ ਬੜੇ ਕਰਪਟ ਸਿਆਸਤਦਾਨ ਤੇ ਬੜੇ ਕੰਟਰਾਵਰਸ਼ੀਅਲ ਫਿਗਰ ਰਹੇ ਆ, ਬੜੇ ਬਦਨਾਮ ਰਹੇ ਅੱਗੇ। ਪਰ BJP ਦੀ ਕਿਤੇ ਮਜਬੂਰੀ ਰਹੀ ਆ ਕਿ ਉਸ ਵਿਅਕਤੀ ਨੂੰ ਇਗਨੋਰ ਨਹੀਂ ਸੀ ਕਰ ਸਕਦੇ, ਬਣਾਉਣਾ ਪਿਆ। ਉਹ ਤਾਂ ਚਲੋ ਖਬਰ ਦੂਜੀ ਹੈ, ਉਹ 'ਤੇ ਵੀ ਗੱਲ ਕਰ ਲਾਂਗੇ। ਪਹਿਲੀ ਖਬਰ ਇਹ ਹੈ ਕਿ ਜਿਹੜੇ ਟਕੈਤ ਸਾਹਿਬ ਦੇ ਸਖਤ ਬਿਆਨ ਆ ਰਹੇ ਆ, ਸੰਯੁਕਤ ਮੋਰਚੇ ਦੇ ਪਲਾਨ ਜਿਹੜੇ ਮਿਸ਼ਨ ਡਿਕਲੇਅਰ ਹੋ ਰਹੇ ਆ, ਉਹ ਕਿੰਨੇ ਕੁ ਅਸਰਦਾਰ ਹੋਣਗੇ ਤੇ UP ਦੀ ਇਲੈਕਸ਼ਨ 'ਚ ਕਿੰਨਾ ਕੁ ਵੱਡਾ ਰੋਲ ਇਹ ਚੀਜ਼ ਅਦਾ ਕਰੂਗੀ UP ਤੇ ਉੱਤਰਾਖੰਡ 'ਚ? ਦੇਖੋ, ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਬਕਾਇਦਾ ਲਖਨਊ ਦੇ ਵਿੱਚ, ਜਿੱਥੇ ਰਕੇਸ਼ ਟਕੈਤ ਵੀ ਸੀ, ਸੀਨੀਅਰ ਲੀਡਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਜੋਗਿੰਦਰ ਯਾਦਵ ਵਗੈਰਾ, ਇਹ ਸਾਰੇ ਉੱਥੇ ਗਏ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਮਿਸ਼ਨ UP ਦਾ ਐਲਾਨ ਕਰ ਦਿੱਤਾ। ਤੇ ਮਿਸ਼ਨ UP ਦੀ ਰੂਪਰੇਖਾ ਕੀ ਹੋਏਗੀ, ਉਹ ਸ਼ਾਇਦ 5 ਸਤੰਬਰ ਦੀ ਜਿਹੜੀ ਮੁਜ਼ੱਫਰਨਗਰ ਦੀ ਮਹਾ ਪੰਚਾਇਤ ਕੀਤੀ ਜਾਣੀ ਹੈ, ਉਹਦੇ 'ਚ ਸ਼ਾਇਦ ਐਲਾਨੀ ਜਾਏਗੀ। ਤੇ ਨਾਲ ਇਹ ਵੀ ਕਿਹਾ ਗਿਆ ਕਿ ਕੇਵਲ ਮੁਜ਼ੱਫਰਨਗਰ ਦੀ ਜਿਹੜੀ ਮਹਾ ਪੰਚਾਇਤ ਹੈ ਉਹੀ ਨਹੀਂ, ਹਰ ਥਾਂ ਦੇ ਉੱਤੇ ਹੁਣ ਇਸ ਤਰ੍ਹਾਂ ਦੀਆਂ ਪੰਚਾਇਤਾਂ ਕੀਤੀਆਂ ਜਾਣਗੀਆਂ। ਵੱਖ-ਵੱਖ ਡਿਸਟ੍ਰਿਕਟ ਲੈਵਲ ਤੇ ਜਾਂ ਬਲਾਕ ਲੈਵਲ ਤੇ ਵੀ ਉਹ ਮਹਾ ਪੰਚਾਇਤਾਂ ਹੋਣਗੀਆਂ। ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਓਪਨਲੀ ਜਿਹੜਾ ਵਿਰੋਧ ਕੀਤਾ ਜਾਏਗਾ ਉੱਤਰ ਪ੍ਰਦੇਸ਼ ਦੇ ਵਿੱਚ। ਉਹ ਡਿਜ਼ਾਈਨ ਸਾਰੀਆਂ ਚੀਜ਼ਾਂ ਹੋ ਜਾਣਗੀਆਂ, ਪਰ ਜਿਹੜੀ ਪ੍ਰੈਸ ਕਾਨਫਰੰਸ ਜਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜੀ ਰਕੇਸ਼ ਟਕੈਤ ਨੇ ਗੱਲਾਂ ਕਹੀਆਂ, ਜਾਂ ਤੁਸੀਂ ਜ਼ਿਕਰ ਕੀਤਾ ਕਿ ਉਹ ਬੜੀ ਸਖਤ ਕਿਸਮ ਦੀ ਭਾਸ਼ਾ 'ਚ ਉਹਨਾਂ ਨੇ ਗੱਲ ਕਹੀ ਹੈ ਵੀ ਜਿਵੇਂ ਦਿੱਲੀ ਅਸੀਂ ਸੀਲ ਕੀਤੀ ਹੋਈ ਹੈ, ਮਤਲਬ ਕਿਸਾਨਾਂ ਨੇ ਸਾਰੇ ਰਸਤੇ ਬੰਦ ਕੀਤੇ ਹੋਏ ਹੈ, ਇਸੇ ਤਰ੍ਹਾਂ ਅਸੀਂ ਜਿਹੜੀ ਰਾਜਧਾਨੀ ਉੱਤਰ ਪ੍ਰਦੇਸ਼ ਦੀ ਲਖਨਊ, ਉਹਨੂੰ ਵੀ ਸੀਲ ਕਰਾਂਗੇ। ਤੇ ਕੁਝ ਹੋਰ ਗੱਲਾਂ ਵੀ ਉਹਨਾਂ ਨੇ ਕਹੀਆਂ। ਇਹ ਹੁਣ ਪ੍ਰੈਕਟੀਕੇਬਲ ਕਿਵੇਂ ਹੁੰਦਾ ਹੈ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਦੇਖੋ, ਜਿਹੜਾ ਦਿੱਲੀ ਬਾਰਡਰਸ ਦੇ ਉੱਤੇ ਕਿਸਾਨਾਂ ਦਾ ਜਿਹੜਾ ਲਗਾਤਾਰ ਡਟੇ ਰਹਿਣਾ 8 ਮਹੀਨੇ ਤੱਕ, ਗਿਣਤੀ ਘੱਟ ਵੱਧ ਹੋਣਾ ਹੋਰ ਗੱਲ ਹੈ, ਪਰ ਲਗਾਤਾਰ ਡਟੇ ਰਹਿਣਾ ਆਪਣੇ ਆਪ ਦੇ ਵਿੱਚ ਲਾਮਿਸਾਲ ਹੈ। ਪਰ ਕੀ ਲਖਨਊ ਵੀ ਇਸ ਤਰ੍ਹਾਂ ਹੋ ਸਕਦਾ ਹੈ? ਇੱਦਾਂ ਦਾ ਮੋਰਚਾ ਉੱਥੇ ਵੀ ਲੱਗ ਸਕਦਾ ਹੈ? ਇਹ ਤਾਂ ਹੁਣ ਜਿਹੜੀ ਉੱਤਰ ਪ੍ਰਦੇਸ਼ ਦੀ ਜਿਹੜੀ ਜਿਸ ਕਿਸਮ ਦੀ ਸਿਚੁਏਸ਼ਨ ਹੈ ਇਸ ਵੇਲੇ, ਤੇ ਸਰਕਾਰ ਵੀ ਭਾਰਤੀ ਜਨਤਾ ਦੀ ਹੈ ਤੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ, ਤੇ ਕੀ ਕਿਸਾਨ ਜਥੇਬੰਦੀਆਂ, ਕਿਉਂਕਿ ਉੱਥੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਦਾ ਸਟਰਕਚਰ ਨਹੀਂ ਹੈ
ਜਿੱਦਾਂ ਦੀ ਜਥੇਬੰਦੀਆਂ ਦਾ ਸਟਰਕਚਰ ਪੰਜਾਬ ਦੇ ਵਿੱਚ ਹੈ, ਭਾਵੇਂ ਕਿਸਾਨ ਜਥੇਬੰਦੀਆਂ ਜ਼ਿਆਦਾ ਨੇ, 30-32 ਕਿਸਾਨ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਬਣ ਗਿਆ, ਤੇ ਜਿਹਦਾ ਨਤੀਜਾ ਇਹ ਹੈ ਵੀ ਉਹ ਬੜਾ ਸਫਲਤਾ ਦੇ ਨਾਲ ਚੱਲ ਰਿਹਾ ਹੈ ਦਿੱਲੀ ਬਾਰਡਰਸ ਦੇ ਉੱਤੇ ਅੰਦੋਲਨ। ਤੇ ਯੂਪੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਟਕੈਤ ਜਿਹੜੀ ਆ ਸਭ ਤੋਂ ਵੱਡੀ ਤਾਕਤ ਹੈ, ਜਿਹਦੇ ਆਗੂ ਰਕੇਸ਼ ਟਕੈਤ ਨੇ ਤੇ ਉਹਨਾਂ ਦੇ ਭਰਾ ਨਰੇਸ਼ ਟਕੈਤ ਨੇ। ਤੇ ਕੀ ਉਹ ਪੋਸੀਬਿਲਿਟੀ ਹੈ, ਥੱਲੇ ਤੱਕ ਉਹਨਾਂ ਦਾ ਇੰਨਾ ਵਿਸਥਾਰ ਹੈ ਤੇ ਕਮਿਟਮੈਂਟ ਵੀ ਹੈ ਲਗਾਤਾਰਤਾ ਵਾਲੀ? ਕਿਉਂਕਿ ਜੇ ਤੁਸੀਂ ਕਿਸੇ ਨੂੰ ਮਤਲਬ ਕਿਸੇ ਇੱਕ ਥਾਂ ਨੂੰ ਸਪੈਸ਼ਲੀ ਆਪਣਾ ਡੇਰਾ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਕੰਟੀਨਿਊਟੀ ਬੜੀ ਇੰਪੋਰਟੈਂਟ ਹੈ। ਕੰਟੀਨਿਊਟੀ ਕਮਿਟਮੈਂਟ ਨਾਲ ਆਉਂਦੀ ਹੈ ਕਿ ਸਿਰਫ ਉੱਦਾਂ ਹੀ ਕਿਸਾਨ ਇਕੱਠੇ ਹੋ ਜਾਂਦੇ ਉਹਨਾਂ ਦੇ ਸੱਦੇ ਦੇ ਉੱਤੇ 1 ਦਿਨ ਲਈ 2 ਦਿਨ ਲਈ, ਕਿ ਲਗਾਤਾਰਤਾ ਉਹਦੀ ਬਣ ਸਕਦੀ ਹੈ, ਇਹ ਸਵਾਲ ਨੇ। ਤੇ ਅਮਲੀ ਰੂਪ ਕਿੱਦਾਂ ਇਹਨੂੰ ਦਿੱਤਾ ਜਾਣਾ, ਇਹ ਵੀ ਸਵਾਲ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹਦੇ 'ਤੇ ਸ਼ਾਇਦ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਵੀ ਹੋਏਗੀ ਤੇ ਵਿਉਂਤਬੰਦੀ ਵੀ ਕੀਤੀ ਜਾਏਗੀ। ਹਾਲ ਫਿਲਹਾਲ ਇਹ ਹੈ ਵੀ ਸ਼ਾਇਦ ਲਖਨਊ ਨੂੰ ਸੀਲ ਕਰਨ ਦੀ ਸਥਿਤੀ ਤਾਂ ਨਾ ਬਣੇ, ਪਰ ਕਿਉਂਕਿ ਜਿਹੜਾ ਇਮੀਡੀਏਟ ਐਕਸ਼ਨ ਹੁੰਦਾ ਉਹ ਇਹ ਹੁੰਦਾ ਵੀ ਲਗਾਤਾਰ ਇੱਦਾਂ ਦੇ ਐਕਸ਼ਨ ਹੋ ਸਕਦੇ ਆ ਵੀ ਜਦੋਂ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਤੁਹਾਡੇ ਇਲਾਕੇ 'ਚ ਆਉਂਦਾ ਹੈ ਤਾਂ ਤੁਸੀਂ ਇਮੀਡੀਏਟ ਇਕੱਠੇ ਹੋ ਜਾਂਦੇ ਹੋ, ਉਹਦਾ ਵਿਰੋਧ ਕਰਦੇ ਹੋ। ਉਸ ਐਕਸ਼ਨ ਦੇ ਵਿੱਚ ਇੱਕ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਐਗਰੈਸਿਵ ਇੱਕ ਜਿਹੜੀ ਗੱਲ ਵੀ ਹੁੰਦੀ ਹੈ ਤੇ ਲੋਕ ਉਹਲੇ ਬੜੀ ਛੇਤੀ ਇਕੱਠੇ ਵੀ ਹੋ ਜਾਂਦੇ ਆ। ਜਦੋਂ ਤੁਸੀਂ ਅਚਾਨਕ ਕਿਸੇ ਦਾ ਵਿਰੋਧ ਕਰਦੇ ਹੋ, ਉਹਦਾ ਘਿਰਾਓ ਕਰਦੇ ਹੋ, ਤਾਂ ਉਹਦੇ 'ਚ ਇੱਕ ਗੁੱਸਾ ਵੀ ਹੁੰਦਾ ਤੇ ਉਹ ਗੁੱਸਾ ਜਿਹੜਾ ਆ ਉਹ ਟੈਂਪਰੇਰੀ ਜਿਹੜਾ ਕੁਝ ਸਮੇਂ ਵਾਸਤੇ ਤਾਂ ਰਹਿੰਦਾ ਹੁੰਦਾ, ਉਹਦੀ ਕੰਟੀਨਿਊਟੀ ਬਹੁਤ ਜ਼ਿਆਦਾ ਨਹੀਂ ਰਹਿ ਸਕਦੀ। ਯਾਨੀ ਜਿੱਦਾਂ ਮੈਂ ਗੱਲ ਕਰ ਰਿਹਾ ਵੀ ਧਰਨਾ ਲਾਉਣਾ ਹੈ, ਪੱਕੇ ਤੌਰ ਦੇ ਉੱਤੇ ਮੋਰਚਾ ਲਾਉਣਾ ਹੈ, ਉਹ ਪੋਸੀਬਿਲਿਟੀ ਘੱਟ ਹੈ। ਪਰ ਲਗਾਤਾਰਤਾ ਰੋਜ਼ ਜਾਂ 2-4 ਦਿਨਾਂ ਦੇ ਵਿੱਚ ਹਫ਼ਤੇ 10 ਦਿਨ 'ਚ ਇੱਕ ਅੱਧਾ ਕੋਈ ਲੀਡਰ ਆ ਗਿਆ, ਉਹਨੂੰ ਘੇਰ ਲਿਆ, ਉਹਦੀ ਕੰਟੀਨਿਊਟੀ ਹੋ ਸਕਦੀ ਹੈ। ਬਾਕੀ ਸੰਯੁਕਤ ਕਿਸਾਨ ਮੋਰਚਾ ਜਾਂ ਖੁਦ ਰਕੇਸ਼ ਟਕੈਤ ਹੋਣੀ ਦੱਸਣਗੇ ਕਿ ਉਹਨਾਂ ਦੀ ਵਿਉਂਤਬੰਦੀ ਅਮਲੀ ਰੂਪ 'ਚ ਜ਼ਮੀਨ 'ਤੇ ਕਿੱਦਾਂ ਸਾਹਮਣੇ ਆਏਗੀ। ਬਿਲਕੁਲ। ਦਸਾਂਝ ਸਾਹਿਬ, ਜਦੋਂ ਆਪਾਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ ਤੇ ਯੂਪੀ ਦਾ ਜ਼ਿਕਰ ਆਉਂਦਾ ਤੇ ਆਪਾਂ ਵੈਸਟਰਨ ਯੂਪੀ ਦਾ ਹੀ ਹਵਾਲਾ ਦਿੰਦੇ ਹਾਂ ਹਮੇਸ਼ਾ। ਤੇ ਮੈਂ ਵੇਖ ਰਿਹਾ ਸੀਗਾ ਕਿ ਵੈਸਟਰਨ ਯੂਪੀ 'ਚ 18 ਡਿਸਟ੍ਰਿਕਟ ਪੈਂਦੇ ਆ, ਕਿਉਂਕਿ ਯੂਪੀ ਬੜੀ ਵੱਡੀ ਸਟੇਟ ਹੈ। ਤੇ ਬਾਕੀ ਯੂਪੀ ਜਿਹੜੀ ਆ ਉਹਦੇ ਵਿੱਚ ਕਿਉਂ ਹਿਲਜੁਲ ਕੋਈ ਨਹੀਂ ਆ? ਹਾਲਾਂਕਿ ਯੂਪੀ ਦੇ ਵਿੱਚ ਜਿਹੜੀਆਂ ਵੱਡੀਆਂ ਕਾਸਟਾਂ ਨੇ ਉਹ ਯਾਦਵ ਤੇ ਕੁਰਮੀ ਨੇ, ਤੇ ਇਹ ਮੇਰੇ ਖਿਆਲ ਦੋਨੇ ਹੀ ਜਿਹੜੀਆਂ, ਕੁਰਮੀ ਦਾ ਤਾਂ ਮੈਨੂੰ ਜ਼ਿਆਦਾ ਪਤਾ ਨਹੀਂ, ਯਾਦਵ ਜਿਹੜੇ ਨੇ ਉਹ ਕਿਸਾਨ ਭਾਈਚਾਰੇ ਨਾਲ ਸੰਬੰਧਿਤ, ਜ਼ਿਆਦਾ ਯਾਦਵ ਖੇਤੀ 'ਚ ਇਨਵੋਲਵ ਨੇ। ਤੇ ਯੂਪੀ ਦੇ 18 ਜ਼ਿਲ੍ਹੇ ਹੀ ਕਿਉਂ ਐਕਟਿਵ ਨੇ, ਜਾਂ ਬਾਕੀ ਯੂਪੀ ਜਿਹੜੀ ਆ ਉੱਥੇ ਸੰਦੇਸ਼ ਕਿਉਂ ਨਹੀਂ ਪਹੁੰਚਿਆ? ਉੱਥੇ ਕੀ ਖੇਤੀ ਘੱਟ ਹੁੰਦੀ ਆ ਜਾਂ ਕੀ ਹੋਰ ਕਾਰਨ ਰਹੇ ਹੋਣਗੇ ਕਿ ਇਕੱਲੀ ਵੈਸਟਰਨ ਯੂਪੀ ਦੇ 18 ਜ਼ਿਲ੍ਹੇ ਹੀ ਐਕਟਿਵ ਹੋਏ ਇਸ ਮੂਵਮੈਂਟ ਦੇ ਨਾਲ, ਜਾਂ ਫਿਰ ਉੱਤਰਾਖੰਡ ਹੋਇਆ ਜੀ ਜਿਹੜਾ ਉਹ ਵੀ ਵੈਸਟਰਨ ਯੂਪੀ ਦੇ ਨਾਲ ਲਗਵਾਇਆ ਇਲਾਕਾ ਹੈ? ਉੱਤਰ ਪ੍ਰਦੇਸ਼ ਦੀ ਜਿੱਡੀ ਵੱਡੀ ਆਬਾਦੀ ਹੈ, ਜੇ ਉਸ ਆਬਾਦੀ ਨੂੰ ਆਪਾਂ ਦੇਖੀਏ ਤੇ ਜੇ ਦੁਨੀਆ ਦੇ ਬਾਕੀ ਜਿਹੜੇ ਮੁਲਕ ਹੈ ਉਹਨਾਂ ਨਾਲ ਉਹਦਾ ਮੁਕਾਬਲਾ ਕਰੀਏ, ਤੇ ਜੇ ਮੁਲਕ ਹੋਵੇ ਉੱਤਰ ਪ੍ਰਦੇਸ਼ ਤਾਂ ਦੁਨੀਆ ਦਾ 8ਵਾਂ ਆਬਾਦੀ ਦੇ ਲਿਹਾਜ਼ ਦੇ ਨਾਲ ਮੁਲਕ ਹੋਏਗਾ। ਮਤਲਬ ਦੁਨੀਆ ਦੇ ਜਿੰਨੇ ਵੀ ਮੁਲਕ ਹੈ ਉਹਨਾਂ 'ਚ ਆਬਾਦੀ ਦੇ ਲਿਹਾਜ਼ ਦੇ ਨਾਲ ਉੱਤਰ ਪ੍ਰਦੇਸ਼ ਜੇ ਇੱਕ ਮੁਲਕ ਹੋਵੇ ਤਾਂ 8ਵਾਂ ਮੁਲਕ ਹੈ। ਐਡੀ ਆਬਾਦੀ ਹੈ ਇਸ ਸਟੇਟ ਦੀ। ਤੇ ਦੂਜੀ ਗੱਲ ਹੈ ਕਿ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਪੰਜਾਬ ਦੇ ਹਵਾਲੇ ਨਾਲ ਜਾਂ ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ, ਸੋ ਉੱਤਰ ਪ੍ਰਦੇਸ਼ ਦੇ ਵਿੱਚ ਉਸ ਤਰ੍ਹਾਂ ਦਾ ਸਟਰਕਚਰ ਨਹੀਂ ਹੈ ਕਿਸਾਨ ਜਥੇਬੰਦੀਆਂ ਜਾਂ ਕਿਸੇ ਵੀ ਜਥੇਬੰਦੀ ਦਾ। ਉੱਥੇ ਕੋਈ ਇੱਦਾਂ ਦੀ ਪਰੰਪਰਾ ਵੀ ਨਹੀਂ ਹੈ ਵੀ ਕੋਈ ਬਹੁਤ ਵੱਡੀਆਂ ਐਜੀਟੇਸ਼ਨ। ਸਿਰਫ ਮਹਿੰਦਰ ਸਿੰਘ ਟਕੈਤ ਦੀ ਅਗਵਾਈ ਦੇ ਵਿੱਚ ਕਿਸਾਨ ਅੰਦੋਲਨ ਰਿਹਾ ਤੇ ਉਹਨੇ ਦੇਸ਼ ਭਰ ਦੇ ਵਿੱਚ ਇੱਕ ਪਛਾਣ ਵੀ ਬਣਾਈ ਟਕੈਤ ਪਰਿਵਾਰ ਦੀ। ਉਹਦੀ ਪਰੰਪਰਾ ਨੂੰ ਨਿਭਾ ਰਹੇ ਨੇ ਰਕੇਸ਼ ਟਕੈਤ, ਤੇ ਉਹਨਾਂ ਦਾ ਜਿਹੜਾ ਕਾਰਜ ਖੇਤਰ ਰਿਹਾ ਇਹੀ ਇਲਾਕਾ ਜਿੱਥੇ ਹੁਣ ਰਕੇਸ਼ ਟਕੈਤ ਦੀ ਸਰਗਰਮ ਨੇ, ਜਿਹੜਾ ਉਹਨਾਂ ਦਾ ਇਲਾਕਾ ਹੈਗਾ ਮੁਜ਼ੱਫਰਨਗਰ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ। ਤੋ ਇਸ ਕਰਕੇ ਇੱਧਰ ਇਹ ਅੰਦੋਲਨ ਹੈ ਤੇ ਬਾਕੀ ਹਿੱਸਾ ਜਿਹੜਾ ਯੂਪੀ ਦਾ ਉੱਥੇ ਕੋਈ ਆਰਗੇਨਾਈਜ਼ਡ ਤਾਕਤ ਨਹੀਂ ਹੈ ਕਿਸਾਨਾਂ ਦੀ। ਇਸ ਕਰਕੇ ਉੱਥੇ ਉੱਦਾਂ ਦਾ ਕੋਈ ਮਾਹੌਲ ਨਹੀਂ ਦਿਖਾਈ ਦੇ ਰਿਹਾ। ਇਹਨੂੰ ਵਧਾਉਣਾ ਕਿਵੇਂ ਆ ਆਉਣ ਵਾਲੇ ਸਮੇਂ ਦੇ ਵਿੱਚ, ਇਹ ਜ਼ਰੂਰ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਜਾਂ ਸਪੈਸ਼ਲੀ ਰਕੇਸ਼ ਟਕੈਤ ਦੀ ਭਾਰਤੀ ਕਿਸਾਨ ਯੂਨੀਅਨ ਟਕੈਤ ਜਿਹੜੀ ਹੈ ਉਹਦੇ 'ਤੇ ਮੁਨਸਰ ਕਰਦਾ ਹੈ ਕਿ ਉਹ ਆਪਣੀਆਂ ਸਰਗਰਮੀਆਂ ਨੂੰ ਬਾਕੀ ਉੱਤਰ ਪ੍ਰਦੇਸ਼ ਕਿੱਦਾਂ ਫੈਲਾਉਂਦੇ ਆ। ਤੇ ਪਰੰਪਰਾ ਵੀ ਕੋਈ ਨਹੀਂ ਹੈ ਉੱਥੇ ਇਸ ਕਿਸਮ ਦੀ, ਸੋ ਇਸ ਕਰਕੇ ਸ਼ਾਇਦ ਘੱਟ ਹੈ। ਬਾਕੀ ਮੈਨੂੰ ਇਹ ਨਹੀਂ ਪਤਾ ਵੀ ਐਗਰੀਕਲਚਰ ਲੈਂਡ ਦੇ ਮਾਮਲੇ ਦੇ ਵਿੱਚ ਜਿਹੜਾ ਬਾਕੀ ਉੱਤਰ ਪ੍ਰਦੇਸ਼ ਦਾ ਹਿੱਸਾ ਜਿਹੜਾ ਹੈ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਹੈ,
ਜਾਂ ਖੇਤੀ ਦੀ ਕੀ ਸਥਿਤੀ ਹੈ, ਇਹਦੀਆਂ ਡਿਟੇਲਸ ਮੇਰੇ ਕੋਲ ਨਹੀਂ ਹੈ ਤੇ ਬਿਨਾਂ ਤੱਥਾਂ ਤੋਂ ਆਪਾਂ ਗੱਲ ਕਦੀ ਕਰਦੇ ਨਹੀਂ। ਸੋ ਮੈਨੂੰ ਲੱਗਦਾ ਤਾਂ ਇਹੀ ਆ ਵੀ ਉੱਤਰ ਪ੍ਰਦੇਸ਼ ਦਾ ਜਿਹੜਾ ਇਹ ਹਿੱਸਾ ਹੈ ਇੱਥੇ, ਕਿਉਂਕਿ ਬਹੁਤ ਜ਼ਿਆਦਾ ਸਰਗਰਮੀ ਰਹੀ ਹੈ ਮਹਿੰਦਰ ਸਿੰਘ ਟਕੈਤ ਹੋਰਾਂ ਦੀ, ਇਸ ਤਰ੍ਹਾਂ ਦਾ ਲੀਡਰ ਕੋਈ ਪਰਲੇ ਪਾਸੇ ਨਹੀਂ ਹੈ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਬਾਕੀ ਉੱਤਰ ਪ੍ਰਦੇਸ਼ ਦਾ ਜਿਹੜਾ ਹਿੱਸਾ ਹੈ, ਜਿਹਦੇ ਕਰਕੇ ਸ਼ਾਇਦ ਉੱਥੇ ਸਰਗਰਮੀ ਘੱਟ ਹੈ। ਇੱਕ ਕਾਰਨ ਇਹ ਵੀ ਲੱਗਦਾ ਵੈਸੇ ਤੇ ਦਸਾਂਝ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ, ਤੇ ਕਿਸਾਨ ਭਾਵੇਂ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠਾ, ਭਾਵੇਂ ਮਿਜ਼ੋਰਮ ਭਾਵੇਂ ਅਸਾਮ 'ਚ ਬੈਠਾ ਹੋਵੇ, ਕਿਸਾਨ ਤੇ ਕਿਸਾਨ ਹੀ ਹੁੰਦਾ ਨਾ, ਚਾਹੇ ਉਹ ਕੋਈ ਖੇਤੀ ਕਰਦਾ ਹੋਵੇ, ਕਿਸੇ ਤਰ੍ਹਾਂ ਦੀ ਵੀ ਖੇਤੀ ਕਰਦਾ, ਉੱਤੇ ਇਫੈਕਟ ਤੇ ਹੁੰਦਾ ਇਹਨਾਂ ਚੀਜ਼ਾਂ ਦਾ। ਔਰ ਉਹਦੇ 'ਚ ਵੀ ਚੇਤਨਤਾ ਜ਼ਰੂਰ ਆਈ, ਘੱਟੋ ਘੱਟ ਖਬਰਾਂ ਪੜ੍ਹ ਕੇ ਤੇ ਆਉਂਦੀ ਹੋਊ ਨਾ ਵੀ ਜੇ ਐਡਾ ਵੱਡਾ ਅੰਦੋਲਨ ਚੱਲ ਰਿਹਾ ਤੇ ਅਸੀਂ ਵੀ ਉਹਦਾ ਪਾਰਟ ਬਣੀਏ ਜਾਂ ਕੋਈ ਕਾਰਨ ਹੋਵੇ। ਤੇ ਜੇ ਯੂਪੀ ਦੀ ਇੰਨੀ ਵੱਡੀ ਸਟੇਟ ਆ, ਇੰਨਾ ਵੱਡਾ ਖਿੱਤਾ ਆ, ਇੰਨੇ ਜ਼ਿਆਦਾ ਗਿਣਤੀ 'ਚ ਲੋਕ ਨੇ ਕਿ ਦੁਨੀਆ ਦਾ 8ਵੇਂ ਦਰਜੇ ਦਾ ਮੁਲਕ ਬਣ ਸਕਦਾ ਉਹ, ਜੇ ਉਹਨੂੰ ਮੁਲਕ ਦੇ ਤੌਰ 'ਤੇ ਕੰਸੀਡਰ ਕਰੀਏ। ਤੇ ਫਿਰ ਉੱਥੇ ਮੂਵਮੈਂਟ ਜਿਹੜੀ ਆ, ਇਹਨੂੰ ਪਿਛਲੇ 1 ਸਾਲ ਦੇ ਵਕਫੇ ਦੇ ਵਿੱਚ ਸੰਯੁਕਤ ਮੋਰਚੇ ਨੂੰ ਪੂਰੀ ਵਾਹ ਲਾ ਦੇਣੀ ਚਾਹੀਦੀ ਸੀ ਕਿ ਜੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ 80 ਮੈਂਬਰ ਇੱਥੋਂ ਜਾਂਦੇ ਆ ਤੇ ਫਿਰ ਉੱਥੇ ਕਿਤੇ ਨਾ ਕਿਤੇ ਇਹ ਕਿਸਾਨੀ ਦਾ ਵੀ ਇੰਨਾ ਕੁ ਪ੍ਰਭਾਵ ਹੁੰਦਾ ਕਿ ਅਗਲੀ ਇਲੈਕਸ਼ਨ 'ਚ ਉਹ ਥੋੜ੍ਹਾ ਜਿਹਾ ਇਸ ਗੱਲ ਨੂੰ ਕੰਸੀਡਰ ਜ਼ਰੂਰ ਕਰਦੇ ਕਿ ਜੇ ਅਸੀਂ ਲੋਕਾਂ 'ਚ ਜਾਣਾ ਹੈ ਤੇ ਫਿਰ ਸਾਨੂੰ ਜਾਂ ਪਾਵਰ 'ਚ ਆਉਣਾ ਹੈ ਤੇ ਸਿਰ ਕਿਸਾਨਾਂ ਨਾਲ ਗੱਲ ਕਰਨੀ ਪੈਗੀ। ਕਿਤੇ ਨਾ ਕਿਤੇ ਢਿੱਲ ਕਿਉਂ ਆਏ ਮੋਰਚੇ ਦੀ ਇਸ ਠੀਕ ਹੈ ਕਿ ਉੱਥੇ ਤੁਸੀਂ ਕਹਿ ਰਹੇ ਹੋ ਕਿ ਜਥੇਬੰਦਕ ਢਾਂਚਾ ਨਹੀਂ ਹੈ, ਪਰ ਜਥੇਬੰਦਕ ਢਾਂਚਾ ਇਹੋ ਜਿਹੇ ਅੰਦੋਲਨ ਹੀ ਸਾਰਦੇ ਆ ਨਾ। 1.5 ਸਾਲ ਤੋਂ ਅੰਦੋਲਨ ਲੜਿਆ ਜਾ ਰਿਹਾ ਤੇ ਉੱਥੇ ਜਥੇਬੰਦਕ ਢਾਂਚੇ ਲਈ ਕੋਈ ਨਾ ਕੋਈ ਉਜਰਤ ਕਰਨਾ ਚਾਹੀਦਾ ਨਾ। ਨਹੀਂ, ਬਿਲਕੁਲ ਤੁਹਾਡੀ ਠੀਕ ਹੈ ਗੱਲ, ਪਰ ਤਾਕਤ ਦੇ ਹਿਸਾਬ ਦੇ ਨਾਲ ਹੀ ਹੁੰਦਾ ਹੈ। ਕਿ ਦੂਜੀ ਗੱਲ ਇਹ ਵੀ ਇਹ ਅੰਦੋਲਨ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ, ਜਿਹੜੇ ਲਗਾਤਾਰ ਐਕਟਿਵ ਨੇ, ਉਹਨਾਂ ਦਾ ਪਹਿਲਾ ਜ਼ੋਰ ਤਾਂ ਇਹੀ ਰਿਹਾ ਵੀ ਅਸੀਂ ਦਿੱਲੀ ਦੇ ਆਲੇ ਦੁਆਲੇ ਜਿਹੜਾ ਆ ਆਪਣਾ ਮੋਰਚਾ ਕੇਂਦਰਿਤ ਕਰ ਰਹੇ ਹਾਂ। ਜਿੱਦਾਂ ਦਿੱਲੀ 'ਚੋਂ ਮੋਰਚਾ ਉੱਖੜ ਚੱਲਾ ਸੀ 26 ਜਨਵਰੀ ਦੀ ਘਟਨਾ ਤੋਂ ਬਾਅਦ, ਉਸ ਤੋਂ ਬਾਅਦ ਕੇਸ ਟਕੈਤ ਹੋਰਾਂ ਦੇ ਅਥਰੂ ਜਿਹੜੇ ਆ ਉਹ ਇੰਨੇ ਕੰਮ ਆਏ ਇਸ ਮੋਰਚੇ ਦੇ ਕਿ ਮੋਰਚਾ ਫਿਰ ਤੋਂ ਜਿਉਂਦਾ ਹੋ ਗਿਆ। ਸੋ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਬਹੁਤ ਆ ਵੀ ਦਿੱਲੀ ਦੇ ਆਲੇ ਦੁਆਲੇ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰਤ ਹੈ। ਬਾਰ-ਬਾਰ ਇਹ ਅਪੀਲਾਂ ਵੀ ਹੁੰਦੀਆਂ ਕਿ ਇੱਥੇ ਤਾਦਾਦ ਜਿਹੜੀ ਆ ਲਗਾਤਾਰ ਵਧਾਈ ਜਾਏ ਤੇ ਫਿਰ ਲੀਡਰਸ਼ਿਪ ਤਾਂ ਸਾਰੀ ਇੱਧਰ ਇਨਵੋਲਵ ਹੋ ਜਾਂਦੀ ਹੈ ਤੇ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਵੀ ਫਿਰ ਇਸ ਗੱਲ ਲਈ ਜੁੜ ਜਾਂਦੀ ਆ ਵੀ ਹਾਂ, ਜਿਹੜਾ ਵੀ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਰਿਹਾ ਉਸ ਸੱਦੇ ਨੂੰ ਜਿਹੜਾ ਅਮਲੀ ਜਾਮਾ ਜਿਹੜਾ ਪਹਿਨਾਇਆ ਜਾਏ, ਉਹਦੀ ਕੋਸ਼ਿਸ਼ ਲੀਡਰਸ਼ਿਪ ਰੁੱਝ ਜਾਇਆ ਕਰਦੀ ਹੈ। ਤੇ ਇਸ ਤਰ੍ਹਾਂ ਦੀ ਪਲਾਨਿੰਗ ਸ਼ਾਇਦ ਨਹੀਂ ਹੋ ਸਕੀ ਵੀ ਜਿਹੜੇ ਬਾਕੀ ਹਿੱਸੇ ਨੇ ਮੁਲਕ ਦੇ, ਸਪੈਸ਼ਲੀ ਉੱਤਰ ਪ੍ਰਦੇਸ਼ ਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ, ਵੀ ਉੱਧਰ ਵੱਖ-ਵੱਖ ਟੀਮਾਂ ਭੇਜੀਆਂ ਜਾਣ, ਐਕਟੀਵਿਟੀਜ਼ ਜਿਹੜੀ ਹੈ ਉਹ ਬਣਾਈ ਜਾਏ। ਹੁਣ ਇਹ ਹੋਏਗਾ ਕਿਉਂਕਿ ਹਰ ਜਿਹੜਾ ਕੰਮ ਹੁੰਦਾ ਉਹਦਾ ਇੱਕ ਪੂਰੇ ਦਾ ਪੂਰਾ ਇੱਕ ਤਰੀਕਾਕਾਰ ਹੁੰਦਾ ਹੈ ਤੇ ਤਰੀਕਾਕਾਰ ਹੁਣ ਬਣੇਗਾ ਉਹ ਜਦੋਂ ਤੁਸੀਂ ਯੂਪੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਾ ਰਹੇ ਹੋ ਦਖਲ ਦੇਣ ਵਾਸਤੇ ਮਿਸ਼ਨ ਯੂਪੀ ਲੈ ਕੇ। ਹੁਣ ਸ਼ਾਇਦ ਕਿਉਂਕਿ ਸਾਰਾ ਜ਼ੋਰ ਇਸ ਗੱਲ ਤੇ ਹੋਏਗਾ, ਜਦੋਂ ਤੁਸੀਂ ਨਹੀਂ ਇਸ ਤਰ੍ਹਾਂ ਦਾ ਕੋਈ ਐਕਸ਼ਨ ਪਲਾਨ ਕਰਦੇ ਤਾਂ ਫਿਰ ਤੁਹਾਡਾ ਇੱਕ ਧਿਆਨ ਕੇਂਦਰਿਤ ਰਹਿੰਦਾ ਇੱਕ ਖਾਸ ਥਾਂ ਦੇ ਉੱਤੇ, ਉਹ ਦਿੱਲੀ ਦੇ ਆ। ਜਦੋਂ ਤੁਸੀਂ ਬੰਗਾਲ ਨੂੰ ਕੇਂਦਰਿਤ ਕਰ ਲਿਆ ਤੇ ਇਹੀ ਟੀਮਾਂ ਬੰਗਾਲ ਗਈਆਂ ਤੇ ਬੰਗਾਲ ਦੇ ਪਿੰਡ ਤੇ ਭਾਵੇਂ ਨਾ ਵੀ ਪਹੁੰਚ ਸਕੇ ਹੋਣਗੇ, ਪਰ ਬੰਗਾਲ ਦੇ ਵਿੱਚ ਹਿਲਜੁਲ ਜ਼ਰੂਰ ਪੈਦਾ ਕਰ ਦਿੱਤੀ ਤੇ ਬਕਾਇਦਾ ਇੱਕ ਚਿੱਠੀ ਜਿਹੜੀ ਕੱਢੀ, ਉਹ ਚਿੱਠੀ ਪਿੰਡ ਦੀ ਪੰਚਾਇਤ ਤੱਕ ਗਈ ਕਿਸਾਨ ਮੋਰਚੇ ਵੱਲੋਂ। ਇੱਦਾਂ ਹੁਣ ਯੂਪੀ 'ਚ ਹੋਣ ਵਾਲਾ ਆ। ਯੂਪੀ 'ਚ ਬਕਾਇਦਾ ਇੱਕ ਸ਼ਾਇਦ ਮੈਨੂੰ ਲੱਗਦਾ ਲੈਟਰ ਡਰਾਫਟ ਕੀਤਾ ਜਾ ਰਿਹਾ ਹੋਏਗਾ ਮਿਸ਼ਨ ਯੂਪੀ ਵਾਸਤੇ ਵੀ ਯੂਪੀ ਦੀ ਹਰ ਪਿੰਡ ਦੀ ਪੰਚਾਇਤ ਕੋਲ ਚਿੱਠੀ ਜਾਵੇ ਵੀ ਅਸੀਂ ਕਿਉਂ ਕਹਿ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਕੀਤੀ ਜਾਏ। ਸੋ ਹੁਣ ਮੈਨੂੰ ਲੱਗਦਾ ਉਹਦੀ ਜਿਹੜੀ ਜ਼ਰੂਰਤ ਹੈ ਤੇ ਅਮਲੀ ਰੂਪ ਦੇ ਵਿੱਚ ਉਹ ਪੂਰੀ ਹੋਏਗੀ। ਹੁਣ ਇਸ ਅੰਦੋਲਨ ਨੂੰ ਫੈਲਾਉਣ ਦੀ ਕੋਸ਼ਿਸ਼ ਸਾਰੇ ਉੱਤਰ ਪ੍ਰਦੇਸ਼ ਦੇ ਵਿੱਚ ਲਾਜ਼ਮੀ ਤੌਰ 'ਤੇ ਕੀਤੀ ਜਾਏਗੀ, ਕਿਉਂਕਿ ਜਦੋਂ ਤੁਸੀਂ ਫਿਜ਼ੀਕਲੀ ਜਾਣਾ ਉੱਥੇ ਤੇ ਫਿਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਸੀਂ ਮਿਸ਼ਨ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਕੰਮ ਕਰਨਾ ਹੈ, ਤਾਂ ਫਿਰ ਤੁਹਾਡਾ ਫੈਲਾਅ ਲਾਜ਼ਮੀ ਤੌਰ 'ਤੇ ਹੋਏਗਾ। ਹੁਣ ਇਹਦੀ ਜ਼ਰੂਰਤ ਵੀ ਹੈ ਤੇ ਹੁਣੇ ਹੋਏਗਾ। ਮੈਨੂੰ ਲੱਗਦਾ ਆਪਣੇ ਦਸਾਂਝ ਸਾਹਿਬ ਇੱਥੇ ਥੋੜ੍ਹੀ ਜਿਹੀ ਕਿਸਾਨ ਮੋਰਚੇ ਨੂੰ, ਖੈਰ ਉਹ ਬਹੁਤ ਸਿਆਣੇ ਨੇ ਲੀਡਰ, ਉਹਨਾਂ ਨੂੰ ਸਾਰੀ ਚੀਜ਼ ਦੀ ਸਮਝ ਹੈ, ਸਾਡੇ ਕਹਿਣ ਨਾਲ ਤੇ ਕੁਛ ਨਹੀਂ, ਤੇ ਬਾਹਰੋਂ ਬੈਠੇ ਅਬਜ਼ਰਵਰ ਦੇ ਤੌਰ 'ਤੇ ਹੀ ਕੋਈ ਸਵਾਲ ਉਠਾ ਸਕਦੇ ਹਾਂ ਕਿ ਜਿਹੜਾ ਮਿਸ਼ਨ ਯੂਪੀ ਆ ਉਹ ਮਿਸ਼ਨ ਵੈਸਟ ਬੰਗਾਲ ਤੋਂ ਬਹੁਤ ਵੱਖਰਾ ਆ, ਕਿਉਂਕਿ ਉੱਥੇ ਇੱਕ 22ਵੀਂ ਧਿਰ, ਇੱਕ ਤਾਕਤਵਰ ਮਤਲਬ ਪਾਰਟੀ ਸੀਗੀ ਮਮਤਾ ਬੈਨਰਜੀ ਦੀ, ਔਰ ਕਈ ਹੋਰ ਫੈਕਟਰ ਰਲਦੇ ਸੀ। ਬੰਗਾਲ ਦਾ ਇੱਕ ਇਤਿਹਾਸ ਪੁਰਾਣਾ ਜਿਹੜਾ ਇਨਕਲਾਬੀ ਟਾਈਪ ਆ, ਇੱਕ ਪੰਜਾਬ ਦੀ ਤਰ੍ਹਾਂ ਨਾਬਰ ਹੋਣਾ, ਬੰਗਾਲ ਦਾ ਸੈਂਟਰ ਨਾਲ ਮਿਲ ਕੇ ਨਾ ਚੱਲਣ ਵਾਲਾ ਇੱਕ ਉਹਨਾਂ ਦਾ ਖਾਸਾ ਜਿਹੜਾ ਉਹ ਹੋਣਾ,
ਬੰਗਾਲੀਆਂ 'ਚ ਇੱਕ ਚੇਤਨਤਾ ਦਾ ਪੱਧਰ ਹੋਣਾ, ਉੱਥੋਂ ਦੀ ਐਜੂਕੇਸ਼ਨ ਦਾ ਲੈਵਲ ਦਾ ਵੱਖਰਾ ਹੋਣਾ, ਬੜੇ ਫੈਕਟਰ ਸੀਗੇ। ਯੂਪੀ 'ਚ ਉਹ ਮਿਸ਼ਨ ਜਿਹੜਾ ਆ ਉਸ ਪੱਧਰ 'ਤੇ ਸ਼ਾਇਦ ਨਾ ਹੋ ਸਕੇ, ਅਤੇ ਦੂਜੇ ਪਾਸੇ ਕੋਈ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਵੀ ਨਹੀਂ। ਜਿੱਦਾਂ ਜਾਤਾਂ ਪਾਤਾਂ 'ਚ ਯੂਪੀ ਬਿਹਾਰ ਵੰਡਿਆ ਪਿਆ ਆ, ਜਿਸ ਤਰੀਕੇ ਨਾਲ ਇਹਨੂੰ ਪੋਲੀਟੀਕਲ ਪਾਰਟੀਆਂ ਯੂਜ਼ ਕਰਦੀਆਂ ਨੇ, ਜਾਂ ਆਪਾਂ ਮਾਇਆਵਤੀ ਨੂੰ ਵੇਖ ਲਈਏ, ਯਾਦਵ ਜਿਹੜਾ ਪਰਿਵਾਰ ਆ ਉਹਨਾਂ ਨੂੰ ਵੇਖ ਲਈਏ, ਮੁਲਾਇਮ ਸਿੰਘ ਹਰਾਂ ਦਾ ਟੱਬਰ ਜਿੱਦਾਂ ਪੋਲੀਟਿਕਸ ਕਰਦਾ ਆਇਆ ਉੱਥੇ, ਅਤੇ ਜਿਸ ਤਰੀਕੇ ਨਾਲ BJP ਨੇ ਇੰਟਰ ਕੀਤਾ ਉਹ ਸਾਰਾ ਕੁਝ ਜਾਤ ਪਾਤ ਵਾਲੀ ਗੇਮ ਨੂੰ ਵਿੱਚ ਲਿਆ ਕੇ, ਉੱਥੇ ਇਹ ਕਿੰਨਾ ਕੁ ਇਫੈਕਟਿਵ ਹੋ ਸਕੇਗਾ? ਮੈਨੂੰ ਥੋੜ੍ਹਾ ਜਿਹਾ ਇਹ ਡਾਊਟਫੁਲ ਲੱਗਦਾ ਹੈ ਕਿ ਉਹ ਸਾਰੇ ਜਿਹੜੇ ਫੈਕਟਰ ਨੇ ਉਹ ਕਿੱਦਾਂ ਕੰਬਾਈਨ ਕਰ ਪਾਊਗਾ ਕਿਸਾਨ ਮੋਰਚਾ। ਇੱਕੋ ਹੀ ਇੱਕ ਸਾਂਝਾ ਉਹਦਾ ਹੈ ਸੂਤਰ ਕਿ ਕਿਸਾਨ ਕਿਸਾਨ ਹੁੰਦਾ, ਧਰਮ ਉਹਦਾ ਕੋਈ ਵੀ ਹੋਵੇ। ਜੇ ਇਸ ਤਰ੍ਹਾਂ ਦੀ ਕੋਈ ਲਹਿਰ ਬਣਾ ਲੈਣ ਤਾਂ ਗੱਲ ਵੱਖਰੀ ਆ, ਪਰ ਜਿੱਦਾਂ ਦਾ ਜਾਤਾਂ ਪਾਤਾਂ 'ਚ ਵਹਿਮਾਂ ਭਰਮਾਂ 'ਚ ਅਤੇ ਪਿੱਛੇ ਖਿੱਚੂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਤੰਤਰ 'ਚ ਫਸਿਆ ਹੋਇਆ ਯੂਪੀ ਬਿਹਾਰ, ਉਹ 'ਚੋਂ ਇੰਨੀ ਆਸਾਨੀ ਨਾਲ ਕੱਢ ਪਾਉਣਾ ਮੈਨੂੰ ਥੋੜ੍ਹਾ ਜਿਹਾ ਕਿ ਡਾਊਟਫੁਲ ਲੱਗਦਾ। ਦੇਖੋ, ਇਹ ਗੱਲ ਠੀਕ ਹੈ, ਤੁਸੀਂ ਜਿਹੜੇ ਤੱਥ ਸਾਂਝੇ ਕੀਤੇ ਨੇ ਮੈਂ ਉਹਨਾਂ ਨੂੰ ਦੁਹਰਾਉਂਦਾ ਨਹੀਂ। ਉਹ ਸਾਰੇ ਤੱਥ ਜਿਹੜੇ ਪੱਛਮੀ ਬੰਗਾਲ ਦੇ ਹਵਾਲੇ ਨਾਲ ਜਿਹੜੇ ਤੁਸੀਂ ਸਾਂਝੇ ਕੀਤੇ ਨੇ ਉਹ ਆਪਣੀ ਥਾਂ 'ਤੇ ਨੇ, ਪਰ ਉੱਤਰ ਪ੍ਰਦੇਸ਼ ਦੀ ਹਾਲਤ ਜਿੱਦਾਂ ਤੁਸੀਂ ਵੀ ਕਿਹਾ ਕਿ ਬਹੁਤ ਵੱਖਰੀ ਹੈ, ਉੱਥੇ ਵੀ ਤੁਸੀਂ ਕੁਝ ਫੈਕਟ ਸਾਂਝੇ ਕੀਤੇ ਨੇ। ਪਰ ਉਹਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਸੀ ਜਾਂ ਹੈ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਉਹਦਾ ਅਸਰ ਰਿਹਾ, ਉਹ ਅਸਰ ਮੈਂ ਨਹੀਂ ਕਹਿੰਦਾ ਕਿ ਕਿਸਾਨ ਅੰਦੋਲਨ ਕਰਕੇ ਹੀ ਜਿਹੜਾ ਉੱਥੇ ਮਮਤਾ ਬੈਨਰਜੀ ਜਿੱਤੇ ਹੈ ਅਤੇ ਭਾਰਤੀ ਜਨਤਾ ਪਾਰਟੀ ਹਾਰ ਗਈ ਹੈ। ਕਿਸਾਨ ਅੰਦੋਲਨ ਦਾ ਬਹੁਤ ਥੋੜ੍ਹਾ ਪ੍ਰਭਾਵ ਰਿਹਾ ਹੋਏਗਾ ਉੱਥੇ ਪੱਛਮੀ ਬੰਗਾਲ ਦੇ ਵਿੱਚ। ਵੋਟ ਪਰਸੈਂਟ ਦੇ ਲਿਹਾਜ਼ ਨਾਲ ਦੇਖੀਏ ਤਾਂ 1% ਦੇ ਨੇੜੇ ਜਿਹੜੇ ਵੱਧ ਤੋਂ ਵੱਧ ਰਿਹਾ ਹੋਏਗਾ। ਵੱਡਾ ਕੰਮ ਤਾਂ ਉੱਥੇ ਮਮਤਾ ਬੈਨਰਜੀ ਦਾ ਹੀ ਸੀ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਹਾਰੀ, ਜਾਂ ਮਮਤਾ ਬੈਨਰਜੀ ਦੀ ਜਿਹੜੀ ਇਲੈਕਸ਼ਨ ਜਿਹਨੇ ਮੈਨੇਜ ਕੀਤੀ ਪ੍ਰਸ਼ਾਂਤ ਕਿਸ਼ੋਰ ਦਾ ਸੀ। ਯੂਪੀ 'ਚ ਥੋੜ੍ਹੀ ਗੱਲ ਵੱਖਰੀ ਹੈ। ਯੂਪੀ 'ਚ ਬਹੁਤੀਆਂ ਚੀਜ਼ਾਂ ਜਿਹੜੀਆਂ ਆ ਜਿਹੜਾ ਤਰਕ ਦੇ ਨਾਲ, ਲੌਜਿਕ ਦੇ ਨਾਲ ਸ਼ਾਇਦ ਨਾ ਹੋਣ, ਜਾਂ ਜਿਹੜਾ ਤੁਸੀਂ ਅਵੇਅਰਨੈਸ ਦੀ ਗੱਲ ਕੀਤੀ ਹੈ ਪੱਛਮੀ ਬੰਗਾਲ ਦੇ ਹਵਾਲੇ ਦੇ ਨਾਲ, ਉਸ ਤਰ੍ਹਾਂ ਦਾ ਲੜਾਕੂ ਸੁਭਾਅ ਵੀ ਨਹੀਂ ਹੈ, ਉਹ ਨਾਬਰੀ ਵਾਲਾ ਸੁਭਾਅ ਵੀ ਨਹੀਂ ਹੈ। ਇਹ ਇੱਦਾਂ ਤਾਂ ਸ਼ਾਇਦ ਨਾ ਹੋਵੇ, ਪਰ ਯੂਪੀ ਦੇ ਵਿੱਚ ਮੈਨੂੰ ਲੱਗਦਾ ਕਿ ਇਮੋਸ਼ਨਲੀ ਬਹੁਤ ਸਾਰੀਆਂ ਚੀਜ਼ਾਂ ਵਾਪਰ ਜਾਂਦੀਆਂ। ਉਹ ਇਮੋਸ਼ਨ ਅਸੀਂ ਦੇਖਿਆ, ਜਿੱਦਾਂ ਰਾਕੇਸ਼ ਟਕੈਤ ਦੇ ਅਥਰੂ ਵਏ ਅਤੇ ਅਚਾਨਕ ਹੀ ਹੜ੍ਹ ਆ ਗਿਆ। ਮਤਲਬ ਯੂਪੀ ਇਕੱਲਾ ਹੀ ਨਹੀਂ, ਹਰਿਆਣਾ ਵੀ, ਪੰਜਾਬ ਵੀ ਐਨ ਬਹੀਰਾ ਘੱਤ ਕੇ ਗਾਜ਼ੀਪੁਰ ਬਾਰਡਰ 'ਤੇ ਪਹੁੰਚ ਗਿਆ। ਮੈਨੂੰ ਲੱਗਦਾ ਇੱਥੇ ਭਾਵੁਕਤਾ ਜ਼ਿਆਦਾ ਕੰਮ ਕਰਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ। ਜਨੂੰਨ ਇਸੇ ਕਰਕੇ ਬਹੁਤਾ ਜਨੂੰਨੀ ਜਿਹਾ ਮਾਹੌਲ ਬਣ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਜਿੱਦਾਂ ਦੀ ਰਾਜਨੀਤੀ ਕਰਦੀ, ਉਹਦੇ 'ਚ ਜਨੂੰਨ ਜਿਹਾ ਪੈਦਾ ਕਰਦੇ ਆ ਲੋਕਾਂ ਦੇ ਵਿੱਚ, ਜਿਹੜੀ ਇੱਕ ਬਕਾਇਦਾ ਰਾਜਨੀਤੀ ਹੈ, ਵੰਡ ਪਾਉਣ ਵਾਲੀ ਰਾਜਨੀਤੀ ਹੈ, ਅਤੇ ਜਿਸ ਤਰੀਕੇ ਨਾਲ ਧਰੁਵੀਕਰਨ ਦੀ ਪੋਲੀਟਿਕਸ ਕਰਦੀ ਹੈ ਭਾਰਤੀ ਜਨਤਾ ਪਾਰਟੀ, ਉਹਦੇ 'ਚ ਵੀ ਜਿਹੜਾ ਇੱਕ ਬਹੁਤ ਬੰਦੇ ਜਨੂੰਨੀ ਜਿਹੇ ਹੋ ਜਾਂਦੇ ਆ, ਅਤੇ ਉਹ ਵੀ ਅਸਲ ਦੇ ਵਿੱਚ ਭਾਵੁਕਤਾ ਦਾ ਅਗਲਾ ਹਿੱਸਾ ਜਿਹੜਾ, ਜਾਂ ਕਹਿ ਲਓ ਵੀ ਸਿਖਰ ਜਿਹੜਾ ਜਨੂੰਨ ਦੇ ਵਿੱਚ ਨਿਕਲਦਾ ਹੁੰਦਾ। ਸੋ ਮੈਨੂੰ ਲੱਗਦਾ ਇਹ ਜਿਹੜਾ ਇੱਕ ਭਾਵੁਕ ਜਿਹਾ ਮਾਹੌਲ ਪੈਦਾ ਕਰੇਗਾ ਮੋਰਚਾ, ਕਿਸਾਨ ਮੋਰਚਾ, ਜਾਂ ਰਾਕੇਸ਼ ਟਕੈਤ ਦੀ ਅਗਵਾਈ ਦੇ ਵਿੱਚ ਜਿਹੜੀ ਕਿਸਾਨ ਜਥੇਬੰਦੀ ਉੱਥੇ ਦੀ, ਉਹ ਸ਼ਾਇਦ ਜ਼ਿਆਦਾ ਇਫੈਕਟਿਵ ਉੱਥੇ ਹੋਏਗੀ, ਅਤੇ ਪੱਛਮੀ ਬੰਗਾਲ ਨਾਲੋਂ ਕਿਤੇ ਜ਼ਿਆਦਾ ਅਸਰ ਰਹੇਗਾ। ਸਾਰੀ ਯੂਪੀ 'ਚ ਨਾ ਵੀ ਹੋਵੇ, ਪੱਛਮੀ ਯੂਪੀ ਦੇ ਵਿੱਚ ਤਾਂ ਇਹ ਅਸਰ ਰਹਿਣ ਵਾਲਾ ਹੈ, ਅਤੇ ਉਹ ਕਾਫੀ ਹੱਦ ਤੱਕ ਜਿਹੜੀਆਂ ਬਹੁਤ ਸਾਰੀਆਂ ਸੀਟਾਂ ਦਾ ਵੀ ਮੈਂ ਕੋਈ ਨਾ ਕੋਈ ਜਿਹੜਾ ਹਿਸਾਬ ਕਿਤਾਬ ਲਾ ਕੇ ਕਿਸੇ ਦਿਨ ਗੱਲ ਕਰੂੰਗਾ ਵੀ ਕਿੰਨੀਆਂ ਕੁ ਸੀਟਾਂ ਦੇ ਉੱਤੇ ਪ੍ਰਭਾਵ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਕਿਸਾਨ ਮੋਰਚਾ ਪਾ ਸਕਦਾ ਹੈ। ਸੋ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਇਹਦਾ ਪ੍ਰਭਾਵ ਸਭ ਤੋਂ ਜ਼ਿਆਦਾ ਰਹੇਗਾ, ਅਤੇ ਉੱਥੇ ਨੁਕਸਾਨ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੂੰ ਹੋਣ ਵਾਲਾ ਹੈ। ਦਸਾਂਝ ਸਾਹਿਬ, ਜਦੋਂ ਆਪਾਂ ਗਿਣਦੇ ਹਾਂ ਕਿਸਾਨ ਐਕਟੀਵਿਟੀਜ਼ ਅਤੇ ਕਹਿ ਦਿੰਦੇ ਹਾਂ, ਜਿਵੇਂ ਵੈਸਟਰਨ ਯੂਪੀ ਦੀ ਆਪਾਂ ਗੱਲ ਕਰਕੇ ਹਟੇ, ਹਰਿਆਣਾ, ਪੰਜਾਬ ਅਤੇ ਨਾਲ ਰਾਜਸਥਾਨ ਦਾ ਵੀ ਅਕਸਰ ਜ਼ਿਕਰ ਕਰਦੇ ਹਾਂ, ਅਤੇ ਰਾਜਸਥਾਨ 'ਚ ਹਾਲਾਤ ਵੀ ਸਾਜ਼ਗਾਰ ਆ, ਕਿਉਂਕਿ ਉੱਥੇ BJP ਦੀ ਸਰਕਾਰ ਨਹੀਂ ਹੈ ਇਸ ਵੇਲੇ, ਉੱਥੇ ਕਾਂਗਰਸ ਦੀ ਸਰਕਾਰ ਆ, ਅਤੇ ਉੱਥੋਂ ਦੀ ਪਾਰਟੀਸਪੇਸ਼ਨ ਵੀ, ਜਿਵੇਂ ਵੈਸਟਰਨ ਯੂਪੀ 'ਚ ਵੀ ਮੈਂ ਵੇਖਦਾ ਹਾਂ, ਕੁਝ ਜ਼ਿਲ੍ਹੇ ਤਾਂ ਇਹੋ ਜਿਹੇ ਆ ਜਿੱਥੇ ਪੰਜਾਬੀ ਬਹੁਤ ਗਿਣਤੀ 'ਚ ਨੇ, ਕਾਫੀ ਗਿਣਤੀ 'ਚ ਖੇਤੀ ਕਰਦੇ ਨੇ। ਤਰਾਈ ਵਾਲਾ ਏਰੀਆ ਲੈ ਲਈਏ, ਜਿਹੜਾ ਉੱਤਰਾਖੰਡ ਵਾਲਾ, ਅਤੇ ਜਾਂ ਹੋਰ ਵੀ ਜਿਹੜੇ ਜ਼ਿਲ੍ਹੇ 'ਚ ਆਉਂਦੇ ਬਰੇਲੀ ਤੱਕ, ਅਤੇ ਇਸੇ ਤਰ੍ਹਾਂ ਹੀ ਰਾਜਸਥਾਨ ਦੇ ਵੀ ਉਨੇ ਕੁ ਜ਼ਿਲ੍ਹੇ ਐਕਟਿਵ ਨੇ, ਜੇ ਗੰਗਾਨਗਰ ਵਗੈਰਾ, ਜਿੱਥੇ ਪੰਜਾਬੀ ਪਰਿਵਾਰ ਬੈਠੇ ਨੇ। ਅਤੇ ਰਾਜਸਥਾਨ 'ਚ ਖੇਤੀ ਹੋਰ ਜਗ੍ਹਾ ਵੀ ਹੁੰਦੀ ਹੋਏਗੀ, ਬੀਕਾਨੇਰ, ਦੂਜੇ ਇਲਾਕੇ ਜਿਹੜੇ ਆ,
ਉਧਰੋਂ ਕੋਈ ਪਾਰਟਿਸਪੇਸ਼ਨ ਵੱਡੇ ਪੱਧਰ ਦੀ ਜਾਂ ਕਿਸਾਨ ਮੋਰਚੇ ਤੋਂ ਬਹੁਤੀਆਂ ਪੋਜ਼ਿਟਿਵ ਖਬਰਾਂ ਰਾਜਸਥਾਨ ਵੱਲੋਂ ਵੀ ਨਹੀਂ ਆਉਂਦੀਆਂ। ਰਾਜਸਥਾਨ ਦਾ ਜ਼ਿਕਰ ਆਪਾਂ ਜ਼ਰੂਰ ਕਰ ਦਿੰਦੇ ਹਾਂ ਕਿ ਰਾਜਸਥਾਨ ਵੀ ਨਾਲ ਸ਼ਾਮਲ ਹੈ, ਕਿਉਂਕਿ ਗੰਗਾਨਗਰ ਤੇ ਕੁਝ ਇਲਾਕਾ ਜਿਹੜਾ ਯੂਪੀ ਦੇ ਪਾਰਟ ਵਾਂਗੂ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਆ ਉਹ ਐਕਟਿਵ ਆ, ਕਿਉਂਕਿ ਪੰਜਾਬੀ ਉੱਥੇ ਖੇਤੀ ਕਰਦੇ ਆ। ਬਾਕੀ ਰਾਜਸਥਾਨ ਉੱਥੇ ਵੀ ਬਹੁਤ ਐਕਟਿਵ ਨਹੀਂ ਮੈਨੂੰ ਨਜ਼ਰ ਆ ਰਿਹਾ ਕਿਤੇ। ਦੇਖੋ ਤਾਂ ਸਿੱਧਾ ਕਾਰਨ ਇੱਕੋ ਜਿਹਾ ਬੇਸਿਕ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਇੱਕ ਕਲਚਰ ਬਕਾਇਦਾ ਉਸਰਦਾ ਹੁੰਦਾ, ਜਿਹੜਾ ਆਰਗੇਨਾਈਜੇਸ਼ਨਲ ਤੌਰ ਦੇ ਉੱਤੇ, ਜਿਹੜਾ ਜਥੇਬੰਦਕ ਤੌਰ ਦੇ ਉੱਤੇ ਉਸਰਦਾ ਹੁੰਦਾ, ਉਹ ਉੱਥੇ ਨਹੀਂ ਹੈ। ਚਾਹੇ ਉਹ ਰਾਜਸਥਾਨ, ਈਵਨ ਹਰਿਆਣੇ ਦੇ ਵਿੱਚ ਵੀ ਉਸ ਤਰ੍ਹਾਂ ਦਾ ਕਲਚਰ ਨਹੀਂ ਹੈ। ਉਹ ਠੀਕ ਹੈ ਕਿ ਗੁਰਨਾਮ ਸਿੰਘ ਚੜੂਨੀ ਜਾਂ ਕੁਝ ਹਿੱਸੇ ਜਿਹੜੇ ਆ ਉਹ ਸਿੱਧੇ ਤੌਰ 'ਤੇ ਜੁੜੇ ਸੀ ਕਿਸਾਨਾਂ ਦੇ ਨਾਲ, ਅਤੇ ਇੱਦਾਂ ਦੀ ਐਜੂਕੇਸ਼ਨ ਜਿਹੜੀ ਉੱਭਰ ਕੇ ਆ ਗਈ ਹੈ ਹਰਿਆਣੇ ਦੇ ਵਿੱਚ ਵੀ। ਅਤੇ ਉੱਥੋਂ ਦੇ ਜਿਹੜੇ ਹਰਿਆਣੇ ਦੇ ਜਾਟ ਜਾਂ ਕਹਿ ਲਓ ਵੀ ਹਰਿਆਣੇ ਦੇ ਵਿੱਚ ਜਿਹੜਾ ਖਾਪ ਕਲਚਰ ਹੈ ਉਹਨਾਂ ਦਾ ਸਾਥ ਮਿਲ ਗਿਆ ਇਸ ਅੰਦੋਲਨ ਨੂੰ, ਅਤੇ ਇਸ ਕਰਕੇ ਇਹ ਲੱਗਦਾ ਵੀ ਹਰਿਆਣਾ ਜਿਹੜਾ ਹੈ ਉਹ ਪੰਜਾਬ ਦੇ ਬਰਾਬਰ ਹੀ ਹਿੱਸਾ ਇਹਦੇ 'ਚ ਪਾ ਰਿਹਾ। ਅਤੇ ਪਰ ਉੱਥੇ ਵੀ ਕੋਈ, ਹਰਿਆਣੇ 'ਚ ਵੀ ਕੋਈ ਇੱਦਾਂ ਦਾ ਕੋਈ ਜਥੇਬੰਦੀਆਂ ਦਾ ਕਲਚਰ ਨਹੀਂ ਰਿਹਾ। ਪੰਜਾਬ ਦੇ ਵਿੱਚ ਬਿਲਕੁਲ ਵੱਖਰਾ ਹੈ ਪੰਜਾਬ ਦਾ ਸੁਭਾਅ ਦਾ। ਤੁਸੀਂ ਜ਼ਿਕਰ ਕੀਤਾ, ਪੰਜਾਬ ਹਮੇਸ਼ਾ ਹੀ ਜਿਹੜਾ ਲੜਦਾ ਰਿਹਾ, ਹਮੇਸ਼ਾ ਹੀ ਬੇਇਨਸਾਫੀ ਦੇ ਖਿਲਾਫ ਪੰਜਾਬ ਦੀ ਲੜਾਈ ਰਹੀ ਆ, ਭਾਵੇਂ ਉਹ ਟੁਕੜਿਆਂ 'ਚ ਵੰਡੀ ਹੋਈ ਹੋਵੇ, ਵੱਖ-ਵੱਖ ਕਹਿ ਲਓ ਜਥੇਬੰਦੀਆਂ ਹੋਣ, ਅਤੇ ਉਹ ਜਥੇਬੰਦੀਆਂ ਅੱਜ 32 ਜਥੇਬੰਦੀਆਂ ਇਕੱਠੀਆਂ ਦਿਖਾਈ ਦੇ ਰਹੀਆਂ। ਕਿਸੇ ਵੇਲੇ 8 ਜਥੇਬੰਦੀਆਂ ਇਕੱਠੀਆਂ ਹੁੰਦੀਆਂ ਸੀ, ਨਿੱਕੀਆਂ ਜਥੇਬੰਦੀਆਂ। ਉਹ ਹਰ ਥਾਂ ਦੇ ਉੱਤੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਇੱਕ ਪੂਰਾ ਇਤਿਹਾਸ ਹੈ ਪੰਜਾਬ ਦਾ। ਅਤੇ ਪਰ ਹਰਿਆਣੇ 'ਚ ਜਾਂ ਸਪੈਸ਼ਲੀ ਰਾਜਸਥਾਨ ਦਾ ਤੁਸੀਂ ਜ਼ਿਕਰ ਕਰਦੇ, ਉੱਥੇ ਕਿਤੇ ਵੀ ਇੱਦਾਂ ਦੀ ਪਰੰਪਰਾ ਨਹੀਂ ਹੈ। ਜੇ ਕੋਈ ਜਥੇਬੰਦੀਆਂ ਹੈਗੀਆਂ ਤਾਂ ਉਹ ਵੀ ਕਮਿਊਨਿਸਟ ਪਾਰਟੀਆਂ ਦੀ ਫਰੰਟਲ ਆਰਗੇਨਾਈਜੇਸ਼ਨ ਹੈਗੀਆਂ, ਹਰ ਸੂਬੇ 'ਚ ਆ। ਉਹ ਹਰ ਸੂਬੇ ਦੇ ਵਿੱਚ ਕਿਸਾਨ ਸਭਾ ਜਿਹੜੀ ਹੈ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਛੱਡ ਵੀ ਦਈਏ, ਸਾਰੇ ਦੇਸ਼ 'ਚ ਵੀ ਜੇ ਆਪਾਂ ਗੱਲ ਕਰੀਏ, ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਹੈਗੀਆਂ ਸਾਰੇ ਦੇਸ਼ 'ਚ ਹੈਗੀਆਂ, ਉਹ ਕਮਿਊਨਿਸਟ ਪਾਰਟੀਆਂ ਦੀਆਂ ਫਰੰਟਲ ਆਰਗੇਨਾਈਜੇਸ਼ਨਸ ਹੈ, ਪੰਜਾਬ ਵਾਂਗੂ ਨਹੀਂ ਹੈ। ਪੰਜਾਬ 'ਚ ਕਮਿਊਨਿਸਟ ਪਾਰਟੀਆਂ ਦੀਆਂ ਫਰੰਟਲ ਆਰਗੇਨਾਈਜੇਸ਼ਨ ਹੈਗੀਆਂ ਕਿਸਾਨ ਜਥੇਬੰਦੀਆਂ, 32 ਦੇ ਵਿੱਚੋਂ 10-12 ਕਮਿਊਨਿਸਟ ਧੜਿਆਂ ਦੀਆਂ ਜਥੇਬੰਦੀਆਂ। ਪਰ ਜਿਹੜੀਆਂ ਬਾਕੀ ਜਥੇਬੰਦੀਆਂ ਉਹਨਾਂ 'ਚ ਕਮਿਊਨਿਸਟਾਂ ਦਾ ਕੋਈ ਦਖਲ ਨਹੀਂ ਹੈ, ਅਤੇ ਉਹ ਜਥੇਬੰਦੀਆਂ ਵੀ ਪੰਜਾਬ 'ਚ ਆਗੀਆਂ। ਇੱਦਾਂ ਦਾ ਸਰੂਪ ਕਿਤੇ ਨਹੀਂ ਹੈ ਦੇਸ਼ ਭਰ ਦੇ ਵਿੱਚ। ਜਿੱਥੇ ਕਿਤੇ ਦੇਸ਼ 'ਚ ਆਪਾਂ ਨੂੰ ਦਿਖਾਈ ਦੇ ਰਿਹਾ ਨਾ, ਆਲ ਇੰਡੀਆ ਕਿਸਾਨ ਸਭਾ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ, CPI ਨੂੰ ਰਿਲੇਟ ਕਰਦੇ ਆ ਜਿਹੜੇ, ਜਾਂ CPIM ਨੂੰ। ਉਹੀ ਨੇ ਉਹ ਜਿਹੜੇ 50-50 ਹਜ਼ਾਰ ਕਿਸਾਨ ਆਉਂਦੇ ਰਹੇ ਨੇ ਕਿਸੇ ਵੇਲੇ ਮਹਾਰਾਸ਼ਟਰ ਵਾਲੇ ਇਲਾਕਿਆਂ ਤੋਂ ਪੈਦਲ ਤੁਰ ਕੇ ਦਿੱਲੀ ਵੱਲ, ਉਹ ਕਮਿਊਨਿਸਟਾਂ ਦੀਆਂ ਜਥੇਬੰਦੀਆਂ ਹੈਗੀਆਂ ਕਿਸਾਨ ਸਭਾਵਾਂ ਜਿਹੜੀਆਂ। ਅਤੇ ਬਾਕੀ ਜਿਹੜੀਆਂ ਕੋਈ ਵੱਖ-ਵੱਖ ਸੈਕਸ਼ਨਸ ਜਿਹੜੇ ਹੈਗੇ ਆ ਸੋਸਾਇਟੀ ਦੇ, ਉੱਥੋਂ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਕਿਤੇ ਵੀ। ਇਸ ਕਰਕੇ ਦਿੱਕਤ ਆ ਪੰਜਾਬ ਦੇ ਮੁਕਾਬਲੇ ਰਾਜਸਥਾਨ ਜਾਂ ਕਿਸੇ ਵੀ ਸੂਬੇ ਦੇ ਵਿੱਚ ਉਸ ਤਰ੍ਹਾਂ ਦੀ ਐਜੂਕੇਸ਼ਨ ਸਾਨੂੰ। ਮੈਂ ਇੱਕ ਹੋਰ ਐਂਗਲ ਤੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਰਾਜਸਥਾਨ ਦਾ ਜਿਹੜਾ ਕਲਚਰ ਹੈ, ਸੱਭਿਆਚਾਰ ਆ, ਉਹਦਾ ਪਿਛੋਕੜ ਜਦੋਂ ਅਸੀਂ ਝਾਤੀ ਮਾਰਦੇ ਹਾਂ ਰਾਜਪੂਤ ਵਾਲਾ, ਰਾਜਪੂਤਾਨਾ, ਰਾਜਪੂਤ, ਅਤੇ ਹਰ ਬੰਦਾ ਆਪਣੇ ਆਪ ਨੂੰ ਰਾਜਪੂਤ ਕਹਾਉਣ 'ਚ ਮਾਣ ਮਹਿਸੂਸ ਕਰਦਾ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਕਿ ਪੰਜਾਬ ਦੇ ਜਿਹੜੇ ਸਿੱਖ ਬਾਅਦ 'ਚ ਕਨਵਰਟ ਹੋਏ ਅਤੇ ਜੱਟ ਜਿੰਨੇ ਵੀ ਗੋਤਾਂ ਜਾਤਾਂ ਨੇ, ਉਹ ਬੜੇ ਮਤਲਬ ਆਪਣਾ ਪੂਰੇ ਜ਼ੋਰ ਨਾਲ ਕਹਿੰਦੇ ਆ ਇਹ ਗੱਲ ਕਿ ਮੈਂ ਫਲਾਣੀ ਰਾਜਪੂਤ ਜਿਹੜੀ ਫਲਾਣਾ ਰਾਜਾ ਸੀ ਉਹਦੀ ਔਲਾਦ ਆ ਜੀ, ਗਿੱਲ ਅਸੀਂ ਫਲਾਣੇ ਰਾਜਪੂਤ ਦੇ ਹਾਂ, ਸੰਧੂ ਅਸੀਂ ਫਲਾਣੇ ਰਾਜਪੂਤ 'ਚੋਂ ਆਏ ਹਾਂ। ਅਤੇ ਰਾਜਪੂਤਾਂ ਦਾ ਆਪਣੇ ਆਪ 'ਚ ਇੱਕ ਬੜਾ ਉਗੜਵਾਂ ਇਤਿਹਾਸ ਰਿਹਾ ਆ, ਔਰ ਬੜੀ ਅਣਖੀ ਕੌਮ ਉਹਨਾਂ ਨੂੰ ਕਿਹਾ ਜਾਂਦਾ ਰਿਹਾ। ਅਤੇ ਫਿਰ ਕੀ ਕਾਰਨ ਆ ਕਿ ਉੱਥੇ ਇੱਦਾਂ ਦਾ ਕਲਚਰ ਆਪਾਂ ਪੈਦਾ ਨਹੀਂ ਹੋ ਸਕਿਆ, ਜਿੱਥੇ ਇੰਨੇ ਅਣਖੀ ਲੋਕ ਰਹਿੰਦੇ ਹੋਣ, ਉਹਨਾਂ ਦਾ ਇੰਨਾ ਪਿਛੋਕੜ ਹੋਵੇ, ਉਹਨਾਂ ਨੇ ਬੜੀਆਂ ਜੰਗਾਂ ਲੜੀਆਂ ਹੋਣ, ਜਿੱਤੀਆਂ ਹਾਰੀਆਂ, ਉਹ ਵੱਖਰੀ ਗੱਲ ਹੈ। ਪਰ ਰਾਜਪੂਤਾਂ ਦਾ ਆਪਣਾ ਇਤਿਹਾਸ ਹੈ, ਅਤੇ ਉਹ ਸਾਰੇ ਰਾਜਸਥਾਨੀ ਸੀ ਮੇਰੇ ਖਿਆਲ 'ਚ। ਉਹਦੇ ਬਹੁਤ ਸਾਰੇ ਪਿੱਛੇ ਅਸੀਂ ਗਏ ਸੀ, 5 ਮਿੱਤਰ ਗਏ ਸੀ ਰਾਜਸਥਾਨ, ਅਤੇ ਜਿਹੜੇ ਮਿੱਤਰ ਸੀਗੇ ਨਾਲ ਉਹ ਦੱਸਦੇ ਸੀ ਸਾਰੀਆਂ ਗੱਲਾਂ ਵੀ ਉਹ ਖੁਦ ਉੱਥੋਂ ਰਾਜਸਥਾਨ ਤੋਂ ਆਏ ਸੀ, ਇੱਥੇ ਬਠਿੰਡੇ ਇਲਾਕੇ ਦੇ ਵਿੱਚ ਸ਼ਾਇਰ ਆਪਣਾ ਜੱਟਾਂ ਦਾ ਸਾਰਾ ਇਤਿਹਾਸ ਹੀ ਹੈ ਜੀ। ਜੱਟਾਂ ਦੀ ਕੋਈ ਗੋਤ ਬੋਤ ਖੋਲ ਲਓ ਤੁਸੀਂ, ਉਹ ਪਿੱਛੋਂ ਰਾਜਪੂਤ ਹੀ ਆ ਸਾਰੇ ਆਪਣੇ ਆਪ ਨੂੰ ਕਹਿੰਦੇ। ਔਰ ਇੰਨਾ ਸ਼ਾਨਾ ਮੱਤਾ ਇਤਿਹਾਸ ਹੋਵੇ ਅਤੇ ਉਹਨਾਂ ਦੀਆਂ ਅਗਲੀਆਂ ਨਸਲਾਂ 'ਤੇ ਲੜਾਈ ਕਰ ਰਹੀਆਂ ਹੋਣ, ਅਤੇ ਜਿਹੜੇ ਓਰੀਜਨ 'ਚ ਬੈਠੇ ਲੋਕ ਨੇ ਉਹ ਬਿਲਕੁਲ ਡੈਡ ਪਏ ਹੋਣ, ਤੇ ਥੋੜਾ ਮਤਲਬ ਗੱਲ ਢੁਕਦੀ ਨਹੀਂ। ਹਾਂਜੀ, ਠੀਕ ਹੈ ਗੱਲ ਤੁਹਾਡੀ, ਢੁਕਦੀ ਨਹੀਂ ਹੈਗੀ। ਪਰ ਹੋ ਸਕਦਾ ਕਈ ਵਾਰੀ ਜਿਹੜੇ ਹਾਲਾਤ ਕੁਝ ਇਸ ਤਰ੍ਹਾਂ ਦੇ ਡਿਵੈਲਪ ਹੋ ਜਾਂਦੇ ਆ, ਜਿੱਦਾਂ ਪੰਜਾਬ ਜਿਹੜਾ ਬਾਰਡਰ ਸਟੇਟ ਹੋਣ ਕਰਕੇ ਲਗਾਤਾਰ ਜਿਹੜਾ ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਕਰਦਾ ਰਿਹਾ, ਜਿਹਦੇ 'ਚੋਂ ਇਹ ਸਾਰਾ ਕੁਝ ਨਿਕਲ ਕੇ ਆਉਂਦਾ। ਇਸੇ ਕਰਕੇ ਅੱਜ ਮੈਂ ਕੱਲ੍ਹ ਇੱਕ ਸਟੋਰੀ ਪੜ੍ਹ ਰਿਹਾ ਸੀ ਵੀ ਜਿਹੜਾ ਇਹਦੇ ਬਾਰੇ ਚਰਚਾ ਚੱਲ ਰਹੀ ਹੈ ਵੀ ਇੰਨੇ ਬੱਚੇ ਸਾਡੇ ਜਿਹੜੇ ਹੈ ਉਹ ਪ੍ਰਵਾਸ ਕਿਉਂ ਕਰ ਰਹੇ ਨੇ,
ਉਹ ਪੜ੍ਹਨ ਦੇ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਜਾਂਦੇ ਨੇ, ਅਮਰੀਕਾ ਜਾਂਦੇ ਨੇ, ਜਾਂ ਬਾਕੀ ਕਿਸੇ ਵੀ ਮੁਲਕ 'ਚ ਜਾਂਦੇ ਨੇ। ਚਰਨਜੀਤ ਭੁੱਲਰ ਨੇ ਆਪਣੇ ਪਿਆਰੇ ਮਿੱਤਰ ਨੇ ਇੱਕ ਰਿਪੋਰਟ ਜਿਹੜੀ ਕੱਢੀ ਹੈ ਵੀ 2,60,000 ਬੱਚੇ ਪੰਜਾਬ ਦੇ ਜਿਹੜੇ ਜਾ ਚੁੱਕੇ ਨੇ 5 ਸਾਲਾਂ ਦੇ ਵਿੱਚ। ਉਹ ਜਿਹੜੇ ਐਕਸਪਰਟ ਜਿਹੜੇ ਆ ਉਹਦੇ 'ਤੇ ਰਾਏ ਦੇ ਰਹੇ ਸੀ। ਇਹਦਾ ਕਾਰਨ ਇਹ ਹੈ ਵੀ ਜਿਹੜਾ ਪੰਜਾਬ ਆ ਹਮੇਸ਼ਾ ਹੀ ਕੁਝ ਨਵਾਂ ਕਰਨਾ ਚਾਹੁੰਦਾ ਹੈ, ਅਤੇ ਉਹ ਜੋਖਮ ਲੈਣ ਦੇ ਵਿੱਚ ਪੰਜਾਬ ਜਿਹੜਾ ਆ ਉਹ ਕਦੇ ਵੀ ਪਿੱਛੇ ਨਹੀਂ ਹਟਦਾ, ਮਤਲਬ ਰਿਸਕ ਲੈਣ 'ਚ ਕਦੇ ਪਿੱਛੇ ਨਹੀਂ ਹਟਦਾ। ਅਤੇ ਨਵੀਆਂ ਚੀਜ਼ਾਂ ਦੇ ਵਿੱਚ ਪੰਜਾਬੀਆਂ ਨੂੰ ਦਿਲਚਸਪੀ ਰਹਿੰਦੀ ਹੈ, ਨਵੇਂ ਥਾਵਾਂ 'ਤੇ ਜਾਣਾ ਪੰਜਾਬੀਆਂ ਨੂੰ ਚੰਗਾ ਲੱਗਦਾ ਹੈ, ਅਤੇ ਟੱਕਰ ਲੈਣੀ ਵੀ ਪੰਜਾਬੀਆਂ ਨੂੰ ਚੰਗੀ ਲੱਗਦੀ ਹੈ। ਸ਼ਾਇਦ ਉਹ ਜਿਹੜਾ ਬਾਰਡਰ ਸਟੇਟ ਹੋਣ ਕਰਕੇ ਜਿਹੜਾ ਲਗਾਤਾਰ ਸਾਡੇ 'ਤੇ ਹਮਲਾ ਦਰ ਹਮਲਾ ਹੁੰਦਾ ਰਿਹਾ, ਉਹਨੇ ਸਾਡੇ ਖੂਨ ਦੇ ਵਿੱਚ ਇੱਕ ਜਦੋਜਹਿਦ ਜਿਹੜੀ ਆ ਕਿਤੇ ਨਾ ਕਿਤੇ ਪਾ ਦਿੱਤੀ ਹੈ। ਉਹਦਾ ਹੀ ਇਹ ਨਤੀਜਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਵੀ ਹੈ ਉਹ ਜਿਹੜਾ ਡਿਜ਼ਾਈਨ ਹੁੰਦਾ ਜਾਂ ਸ਼ੁਰੂ ਹੁੰਦਾ ਉਹ ਪੰਜਾਬ ਤੋਂ ਹੁੰਦਾ, ਬਾਕੀ ਸੂਬਿਆਂ ਲਈ ਉਹ ਹਾਲਾਤ ਨਹੀਂ ਹੈ। ਸੋ ਭੂਗੋਲਿਕ ਹਾਲਾਤ ਵੀ, ਸਮਾਜਿਕ ਆਰਥਿਕ ਹਾਲਾਤ ਵੀ ਇਹ ਰਲ ਕੇ ਇੱਕ ਸਥਿਤੀ ਪੈਦਾ ਕਰਦੇ ਹੈ। ਸਮਾਂ ਅਤੇ ਜਿਹੜੀ ਸਪੇਸ ਹੈ ਉਸ ਇੱਦਾਂ ਦੇ ਹਾਲਾਤ ਪੈਦਾ ਕਰਦੇ ਆ ਜਿਹਦੇ ਕਰਕੇ ਪੰਜਾਬ ਅੱਗੇ ਦਿਖਾਈ ਦਿੰਦਾ ਹੈ, ਬਾਕੀ ਸੂਬਿਆਂ 'ਚ ਉੱਦਾਂ ਨਹੀਂ ਦਿਖਾਈ ਦਿੰਦਾ। ਬਿਲਕੁਲ, ਪ੍ਰਵਾਸ ਵੀ ਇੱਕ ਬੜਾ ਗੰਭੀਰ ਮੁੱਦਾ ਹੈ, ਉਹਦੇ 'ਤੇ ਵੀ ਆਪਾਂ ਚਰਚਾ ਕਿਸੇ ਦਿਨ ਕਰਾਂਗੇ ਕਿ ਅਸੀਂ ਉਹ 'ਚ ਕੀ ਖੱਟ ਰਹੇ ਹਾਂ। ਜੇ 2,60,000 ਬੱਚਾ ਆ ਗਿਆ ਅਤੇ ਅਸੀਂ ਉਹ ਬੱਚਿਆਂ ਨੂੰ ਕਿਹੜੀ ਉਮਰ 'ਚ ਕਿਸ ਤਰੀਕੇ ਨਾਲ ਭੇਜ ਰਹੇ ਹਾਂ ਅਤੇ ਉਹਦਾ ਸਾਡੇ ਆਉਣ ਵਾਲੇ ਸਮੇਂ 'ਚ ਕੀ ਫ਼ਰਕ ਪਏਗਾ। ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਮੈਂ ਇੱਕ ਸਾਬਕਾ ਸਫੀਰ ਦੀਆਂ ਗੱਲਾਂ ਸੁਣਦਾ ਹਾਂ ਕਿ ਜਦੋਂ ਉਹ ਦੁਬਈ ਵਿੱਚ ਸੀਗਾ ਸਫੀਰ, ਅਤੇ ਉਹਨੂੰ ਜਿਹੜੇ ਡੱਬੀਆਂ ਵਾਲੇ ਪਟਕੇ ਵਾਲੀ ਲੇਬਰ ਦਿਖਣੀ ਸ਼ੁਰੂ ਹੋਈ ਅਤੇ ਉਹਨੂੰ ਚਿੰਤਾ ਲੱਗੀ ਕਿ ਇਹ ਕੀ ਹੋ ਰਿਹਾ ਕਿ ਪੰਜਾਬ ਤੋਂ ਪ੍ਰਵਾਸ ਕਰਕੇ ਲੇਬਰ ਆਉਣੀ ਸ਼ੁਰੂ ਹੋ ਗਈ ਆ। ਅਤੇ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਕਿ +2 ਕਰਕੇ ਬੱਚਿਆਂ ਨੂੰ ਜਿਹੜਾ ਪ੍ਰਵਾਸ ਵੱਲ ਧੱਕਣ ਦਾ ਸਿਲਸਿਲਾ ਆ ਉਹ ਸਾਡੇ ਬੱਚਿਆਂ ਦੇ ਬੌਧਿਕ ਵਿਕਾਸ 'ਚ ਕਿੰਨਾ ਕੁ ਰਾਹ ਰੋਕੇਗਾ। ਆਉਣ ਵਾਲੀਆਂ ਨਸਲਾਂ ਕਿੰਨੀ ਕੁ ਤਰੱਕੀ ਕਰ ਲੈਣਗੀਆਂ, ਟਰੱਕ ਚਲਾ ਲਾਂਗੇ, ਬਣਾ ਲਾਂਗੇ, ਕੁਛ ਨਾ ਕੁਛ ਕਰ ਲਾਂਗੇ, ਪਰ ਜਿਹੜੇ ਪੱਖੋਂ ਅਸੀਂ ਪਛੜ ਰਹੇ ਹਾਂ ਭਾਰਤ ਦੇ ਬਾਕੀ ਹਿੱਸਿਆਂ ਨਾਲ, ਸਾਊਥ ਨਾਲੋਂ, ਸਾਊਥ 'ਚੋਂ ਬੱਚੇ ਆਉਂਦੇ। ਇਹ ਵਿਸ਼ਾ ਬੜਾ ਵੱਡਾ, ਉੱਤੇ ਆਪਾਂ ਅੱਜ ਕੱਲ੍ਹ ਨਹੀਂ ਕਰਨੀ, ਕਿਸੇ ਦਿਨ ਕਰਾਂਗੇ ਕਿਸੇ ਐਕਸਪਰਟ ਨੂੰ ਨਾਲ ਲੈ ਕੇ ਵੀ, ਕਿ ਸਾਊਥ 'ਚੋਂ 99% ਬੱਚੇ ਜਾਂ ਨਹੀਂ 100% ਹੀ ਬੱਚੇ ਜਿਹੜੇ ਆ ਉਹ ਆਫਟਰ ਗ੍ਰੈਜੂਏਸ਼ਨ ਆਉਂਦੇ ਆ ਪ੍ਰਵਾਸ ਕਰਕੇ ਦੂਜੇ ਮੁਲਕਾਂ 'ਚ। ਅਤੇ ਅਸੀਂ ਅਜੇ ਬੱਚਾ 7ਵੀਂ 'ਚ ਪੜ੍ਹਦਾ ਹੁੰਦਾ ਅਤੇ ਅਸੀਂ ਸਕੀਮਾਂ ਲਾਉਣ ਲੱਗ ਪੈਂਦੇ ਹਾਂ ਕਿ ਇਹਨੇ 3 ਸਾਲਾਂ ਨੂੰ 4 ਸਾਲਾਂ ਨੂੰ 12ਵੀਂ ਕਰ ਜਾਣੀ ਆ ਅਤੇ ਇਹਨੂੰ ਅਸੀਂ ਕੈਨੇਡਾ ਜਾਂ ਆਸਟ੍ਰੇਲੀਆ ਭੇਜ ਦੇਣਾ। ਉਹ ਬੱਚਿਆਂ ਦੇ ਬੌਧਿਕ ਵਿਕਾਸ 'ਚ ਕਿੰਨਾ ਕੁ ਰੋੜਾ ਅਸੀਂ ਅਟਕਾ ਰਹੇ ਹਾਂ, ਅਤੇ ਉਹ ਬੱਚੇ ਅੱਗੇ ਜਾ ਕੇ ਭਵਿੱਖ 'ਚ ਕਿਹੋ ਜਿਹੀ ਇੱਕ ਸਾਡੀ ਜਿਹੜੀ ਨਸਲ ਨਵੀਂ ਜਿਹੜੀ ਆ ਉਹ ਡਿਵੈਲਪ ਹੋਊਗੀ, ਪੜ੍ਹੀ ਲਿਖੀ ਕੌਮ ਬਣਾਂਗੇ ਜਾਂ ਅਸੀਂ ਕੀ ਬਣਾਂਗੇ। ਉੱਤੇ ਇੱਕ ਬੜਾ ਗੰਭੀਰ ਇਸ਼ੂ ਹੈ, ਅਤੇ ਕਿਸੇ ਦਿਨ ਗੱਲ ਕਰਾਂਗੇ ਆਪਾਂ ਨਿੱਠ ਕੇ। ਜੀ ਆਪਾਂ ਤਾਂ ਕਰਾਂਗੇ, ਪਰ ਮੈਂ ਤਾਂ ਸਮਝਦਾ ਕਿ ਇਹਦੇ 'ਚ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਵੀ ਇਨਵੋਲਵ ਕਰੀਏ, ਆਪਾਂ ਉਹਨਾਂ ਨਾਲ ਵੀ ਗੱਲ ਕਰੀਏ। ਹਾਂ ਬਿਲਕੁਲ ਬਿਲਕੁਲ, ਉਹਨਾਂ ਨੂੰ ਵੀ ਕਰਾਂਗੇ। ਔਰ ਇਹ ਬੜਾ ਵਧੀਆ ਵਿਸ਼ਾ ਹੈ ਜਿਹੜਾ ਜੇ ਚਰਨਜੀਤ ਭੁੱਲਰ ਰਾਣਾ ਨੇ ਜਿਹੜਾ ਸਵਾਲ ਉਠਾਇਆ, ਜੇ ਚਰਨਜੀਤ ਭੁੱਲਰ ਰਾਣਾ ਨੂੰ ਅਲਾਓ ਕਰੇ ਟ੍ਰਿਬਿਊਨ, ਤਾਂ ਆਪਾਂ ਉਹਨਾਂ ਨੂੰ ਵੀ ਲੈ ਸਕਦੇ ਹਾਂ। ਮੇਰੇ ਕੋਲ ਵੀ ਉਹਨਾਂ ਦਾ ਨੰਬਰ ਹੈਗਾ, ਤੁਹਾਡੇ ਦੋਸਤ। ਟ੍ਰਿਬਿਊਨ ਅਲਾਓ ਨਹੀਂ ਕਰਦੀ ਕਿਸੇ ਨੂੰ ਵੀ, ਜਿੱਦਾਂ ਹਮੀਰ ਸਿੰਘ ਜਾਂ ਚਰਨਜੀਤ। ਹਾਂਜੀ ਹਾਂਜੀ ਹਾਂਜੀ, ਸਾਰੇ ਮਿੱਤਰ। ਹਾਂਜੀ, ਪਰ ਟ੍ਰਿਬਿਊਨ ਅਦਾਰੇ ਵੱਲੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਹੈ, ਇਸ ਕਰਕੇ ਸਾਡੀ ਦਿੱਕਤ ਹੈ। ਪਰ ਫਿਰ ਵੀ ਮੈਂ ਸਮਝਦਾ ਇਹਦੇ 'ਚ ਜਿਹੜੇ ਸਾਡੇ ਨਵੀਂ ਜਿਹੜੀ ਜਨਰੇਸ਼ਨ ਜਿਹੜੀ ਹੈ, ਜਿਹੜੀ ਹੁਣ ਜਾ ਰਹੀ ਹੈ, ਉਹ ਤਾਂ ਉਹਨਾਂ ਦੇ 1-2 ਨੁਮਾਇੰਦੇ ਤਾਂ ਆਪਾਂ ਲਈਏ, ਉਹਨਾਂ ਨਾਲ ਵੀ ਗੱਲ ਕਰੀਏ। ਨਹੀਂ, ਉਹ ਫਿਰ ਇੱਦਾਂ ਹੁੰਦਾ ਨਾ ਜੀ, ਉਹ ਬੱਚੇ ਮਹਿਸੂਸ ਕਰਦੇ ਆ ਨਾ ਜੀ ਅਸੀਂ ਉੱਥੋਂ ਖੜਾ ਛਡਾ ਕੇ ਆ ਗਏ ਹਾਂ ਜੀ। ਉਹ ਫਿਰ 1-2 ਮਿਸਾਲਾਂ ਹੁੰਦੀਆਂ। ਵੇਖੋ ਜੀ, ਕੱਲ੍ਹ ਦਾ ਮੇਰੇ ਖਿਆਲ ਟਾਈਮ ਵੀ ਹੈ ਸਾਡਾ ਉਹਨਾਂ ਨਾਲ। ਇੱਥੇ ਸਾਡੇ ਲੋਕਲ MPP ਨੇ ਮੁੰਡਾ ਆਪਣਾ ਸੰਧੂ, ਬਹੁਤ ਨੌਜਵਾਨ ਮੁੰਡਾ, 8-10 ਸਾਲ ਪਹਿਲਾਂ ਹੀ ਇੱਥੇ ਸਟੂਡੈਂਟ ਆਇਆ ਸੀ ਅਤੇ ਉਹ MPP ਵੀ ਬਣ ਗਿਆ। ਇੱਦਾਂ ਦੀਆਂ ਰੇਅਰ ਐਗਜ਼ਾਮਪਲ ਹੁੰਦੀਆਂ ਨੇ ਕਿ ਉਹ ਫਲਾਣੇ ਨੇ 100 ਟਰੱਕਾਂ ਦਾ ਫਲੀਟ ਬਣਾ ਲਿਆ ਜਾਂ ਇੱਦਾਂ ਕਰ ਲਿਆ। ਪਰ ਜਦੋਂ ਆਪਾਂ ਇੱਦਾਂ ਕਰਦੇ ਹਾਂ ਨਾ, ਉਹ ਗਿਣਤੀ ਦੇ ਨਾਂ ਅਸੀਂ ਜ਼ਰੂਰ ਲੈ ਲੈਂਦੇ ਹਾਂ, ਪਰ ਜਿਹੜੇ ਬਾਕੀ ਲੋਕ ਵੇਅਰ ਹਾਊਸਾਂ 'ਚ ਜਾ ਰਹੇ ਆ ਜਾਂ ਨਿੱਕੇ ਮੋਟੇ ਕਾਰੋਬਾਰ ਕਰਕੇ ਆਪਣਾ ਕਰ ਰਹੇ ਆ ਟਾਈਮ ਪਾਸ, ਠੀਕ ਆ। ਡਾਲਰ ਇੰਡੀਅਨ ਕਰੰਸੀ ਨਾਲ 50-60 ਹੋ ਗਿਆ ਅਤੇ ਥੋੜ੍ਹੀ ਜਿਹੀ ਕਨਵਰਸ਼ਨ ਲੱਗਦੀ ਆ, ਪਰ ਜਿਹੜਾ ਲਾਈਫ ਸਟਾਈਲ ਹੈ ਉਹਦਾ ਕਰਕੇ ਜਾਂ ਰਾਜਨੀਤਿਕ ਦਖਲਅੰਦਾਜ਼ੀ ਕਰਕੇ ਕਈ ਕਾਰਨ ਤੇ ਹੋਣਗੇ ਬਥੇਰੇ, ਪਰ ਜਿਹੜੀ ਅਸੀਂ ਉਹਨਾਂ ਦੇ ਬੌਧਿਕ ਵਿਕਾਸ 'ਤੇ ਰੋਕ ਲਾ ਰਹੇ ਹਾਂ ਨਾ, ਉਹ ਕਿਤੇ ਨਾ ਕਿਤੇ ਡੇਂਜਰਸ ਸਟੈਪ ਆ। ਉਹਦੇ 'ਤੇ ਜ਼ਰੂਰ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ। ਅੱਛਾ, ਇੱਕ ਹਾਂਜੀ ਜੀ, ਹਾਂਜੀ ਬਿਲਕੁਲ ਗੱਲ ਕਰਾਂਗੇ ਲਾਜ਼ਮੀ ਤੌਰ ਤੇ ਕਿਸੇ ਦਿਨ। ਹਾਂ, ਅੱਛਾ, ਇੱਕ ਦੋ ਤਸਵੀਰ ਦਾ ਦੂਜਾ ਪਾਸਾ ਵੀ ਆਪਾਂ ਕਰ ਲਈਏ। ਕਿਸਾਨ ਮੂਵਮੈਂਟ ਦੀਆਂ ਹੀ ਪੋਜ਼ੀਟਿਵ ਗੱਲਾਂ ਸਾਰੀਆਂ ਕੀਤੀਆਂ ਨੇ। ਹਾਲਾਂ ਮੈਂ ਰਾਜਸਥਾਨ ਵਾਲੀ ਤੁਹਾਨੂੰ ਇਹ ਵੀ ਦੱਸੀ ਆ ਕਿ ਉੱਥੇ ਇਨਵੋਲਵਮੈਂਟ ਕਿਉਂ ਨਹੀਂ, UP 'ਚ ਕਿਉਂ ਨਹੀਂ।
ਇੱਕ ਅਸੀਂ ਤੁਹਾਡੇ ਤੋਂ ਪਹਿਲਾਂ ਜਦੋਂ ਪ੍ਰੋਗਰਾਮ ਕਰ ਰਹੇ ਸੀ ਤੇ ਡਾਕਟਰ ਸ਼ਾਰਦਾਰਾ ਨੇ ਇੱਕ ਖਦਸ਼ਾ ਜ਼ਾਹਰ ਕੀਤਾ ਸੀ, ਕੁਝ ਲੋਕਾਂ ਦਾ, ਉਹਨਾਂ ਵੱਲੋਂ ਨਹੀਂ ਸੀਗਾ ਪਰ ਕੁਝ ਲੋਕਾਂ ਦਾ ਇਹ ਖਦਸ਼ਾ ਸੀਗਾ। ਉਹ ਕਹਿੰਦੇ ਆ ਕਿ ਜਿਵੇਂ ਲੋਕਾਂ ਦੀ ਵੰਡੀ ਹੁੰਦੀ ਹੈ ਨਾ ਸੋਚ ਵੀ, ਹਰ ਮੂਵਮੈਂਟ ਨੂੰ ਲੈ ਕੇ, ਹਰ ਚੀਜ਼ ਨੂੰ ਲੈ ਕੇ, ਕੁਝ ਲੋਕਾਂ ਦਾ ਇਹ ਖਿਆਲ ਆ ਕਿ ਜਿਸ ਤਰੀਕੇ ਨਾਲ ਟਕੈਤ ਸਾਹਿਬ ਦਾ ਬੜੀ ਵਾਰ ਸਵਾਲ ਉੱਠਿਆ ਵੈਸੇ ਉਭਾਰ ਹੋਇਆ ਤੇ ਕੀਤਾ ਜਾ ਰਿਹਾ ਆ, ਉਹ ਕਿਤੇ ਨਾ ਕਿਤੇ ਬੀਜੇਪੀ ਦੀ ਗੁੱਜੀ ਚਾਲ ਆ। ਟਕੈਤ ਰੀ ਅਲਟੀਮੇਟਲੀ ਬੀਜੇਪੀ ਦੇ ਖੇਮੇ 'ਚ ਭੁਗਤਣਗੇ ਤੇ ਇਹਦਾ ਵੱਡਾ ਝਟਕਾ ਲੱਗ ਸਕਦਾ ਸੰਯੁਕਤ ਮੋਰਚੇ ਨੂੰ, ਕਿਉਂਕਿ ਉਹ ਇੱਕ ਵੱਡੇ ਲੀਡਰ ਦੇ ਤੌਰ ਤੇ ਸੰਯੁਕਤ ਮੋਰਚਾ ਵੀ ਉਹਨਾਂ ਨੂੰ ਮੰਨ ਚੁੱਕਾ। ਹਾਲਾਂ ਉਹ ਬਾਰ-ਬਾਰ ਕਹੀ ਜਾਂਦੇ ਨੇ ਕਿ ਸਿੰਘੂ ਬਾਰਡਰ ਤੇ ਸਾਡੀ ਲੀਡਰਸ਼ਿਪ ਆ, ਪਰ ਜਿਸ ਤਰ੍ਹਾਂ ਦਾ ਵਾਰ ਟਕੈਤ ਦਾ ਹੋਇਆ ਕੋਈ ਵੀ ਹੋਰ ਲੀਡਰ ਉਸ ਤਰ੍ਹਾਂ ਨਹੀਂ ਉੱਭਰ ਸਕਿਆ, ਭਾਵੇਂ ਬਲਬੀਰ ਸਿੰਘ ਰਾਜੇਵਾਲ ਹੋਣ ਜਾਂ ਕੋਈ ਵੀ ਹੋਵੇ। ਹਾਂ, ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਆ ਵੱਖਰੇ ਤੌਰ ਤੇ, ਕਿਉਂਕਿ ਉਹਨਾਂ ਦਾ ਸਮਰਥਨ ਬਹੁਤ ਤਕੜਾ ਪਿੱਛੇ ਮਾਲਵੇ ਵਾਲੇ ਪਾਸਿਓਂ, ਪਰ ਫਿਰ ਵੀ ਟਕੈਤ ਦੇ ਮੁਕਾਬਲੇ ਉਗਰਾਹਾਂ ਦਾ ਨਾਂ ਲੈਣਾ ਜਾਂ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਲੈਣਾ, ਭਾਵੇਂ ਲੱਖ ਕਹੀ ਜਾਈਏ ਕਿ ਪੰਜਾਬ ਲੀਡ ਕਰ ਰਿਹਾ, ਉਹ ਨਹੀਂ ਹੈ। ਟਕੈਤ ਦਾ ਨਾਂ ਜ਼ਿਆਦਾ ਲਿਆ ਜਾਂਦਾ ਔਰ ਉਹਦੀ ਜ਼ਿਆਦਾ ਐਕਸੈਪਟੈਂਸ ਵੀ ਹੈ। ਤੇ ਕਿਤੇ ਇੱਦਾਂ ਨਾ ਹੋਵੇ ਜਿੱਦਾਂ ਦੂਜੇ ਵਿਚਾਰ ਵਾਲੇ ਲੋਕ ਭਾਵੇਂ ਵਿਰੋਧੀ ਹੋਣ ਮੋਰਚੇ ਦੇ, ਉਹ ਇਹ ਕਿਤੇ ਨਾ ਕਿਤੇ ਖਦਸ਼ਾ ਕਰ ਰਹੇ ਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਐਂਬੀਸ਼ੀਅਸ ਵੀ ਇਹ ਆ ਪੋਲੀਟਿਕਸ ਜਾਣ ਵਾਲੇ, ਉਹ ਇਲੈਕਸ਼ਨ ਵੀ ਲੜ ਚੁੱਕੇ ਆ, ਬੀਜੇਪੀ ਦੇ ਸਪੋਰਟਰ ਵੀ ਰਹੇ ਆ, ਤੇ ਕਿਤੇ ਇੱਦਾਂ ਦੀ ਗੇਮ ਵੀ ਹੋ ਜਾਏ ਬੀਜੇਪੀ ਦੀ। ਫਿਰ ਪੋਸੀਬਿਲਿਟੀਜ਼ ਤਾਂ ਦੇਖੋ ਸਾਰੀਆਂ ਹੁੰਦੀਆਂ। ਇੱਥੇ ਗੁਰਨਾਮ ਸਿੰਘ ਖਡੂਨੀ ਬਾਰੇ ਵੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਤੇ ਕਿਸ ਟਕੈਤ ਬਾਰੇ ਵੀ ਇੱਦਾਂ ਦੀਆਂ ਗੱਲਾਂ ਹੁੰਦੀਆਂ, ਪਰ ਮੇਰਾ ਇਹ ਮੰਨਣਾ ਆ ਵੀ ਜਿੱਦਾਂ ਦੇ ਫੈਸਲੇ ਸੰਯੁਕਤ ਕਿਸਾਨ ਮੋਰਚਾ ਲੈਂਦਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਗੱਲ ਹੈ ਕਿ ਜੇ ਗੁਰਨਾਮ ਸਿੰਘ ਖਡੂਨੀ ਆਊਟ ਆਫ ਸੀਨ ਦਿਖਾਈ ਦਿੰਦੇ ਆ ਜਾਂ ਗਲਤ ਤਰੀਕੇ ਨਾਲ ਕੋਈ ਬਿਹੇਵ ਕਰਦੇ ਆ ਤੇ ਕਿਸਾਨ ਮੋਰਚਾ ਉਹਨਾਂ ਨੂੰ 7 ਦਿਨ ਲਈ ਸਸਪੈਂਡ ਕਰ ਦਿੰਦਾ। ਈਵਨ ਰੂਦੂ ਸਿੰਘ ਮਾਨਸਾ ਨੂੰ 15 ਦਿਨ ਲਈ ਸਸਪੈਂਡ ਕੀਤਾ ਗਿਆ। ਇਹ ਚੱਲਦੇ ਹੋਏ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਹਰਡਲਸ ਵੀ ਆਉਂਦੀਆਂ ਹੁੰਦੀਆਂ, ਬਹੁਤ ਸਾਰੇ ਭਟਕਾ ਵੀ ਆਉਂਦੇ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਨਿਕਲਣਾ ਸਿਆਣੀ ਲੀਡਰਸ਼ਿਪ ਦਾ ਕੰਮ ਹੁੰਦਾ। ਤੇ ਹੁਣ ਤੱਕ 8 ਮਹੀਨਿਆਂ 'ਚ ਸਾਡੀ ਕਿਸਾਨ ਲੀਡਰਸ਼ਿਪ ਨੇ ਆਪਣੇ ਆਪ ਨੂੰ ਪ੍ਰਮਾਣਿਤ ਕੀਤਾ। ਕੱਲ੍ਹ ਨੂੰ ਰਕੇਸ਼ ਟਕੈਤ ਜਿਹੜੇ ਆ ਉਹਨਾਂ ਦਾ ਇੱਕ ਫੇਸ ਬਣਨ ਦਾ ਕੀ ਕਾਰਨ ਹੈ, ਇਹਦੇ 'ਤੇ ਵੱਖਰੀ ਵਿਚਾਰ ਹੋ ਸਕਦੀ ਹੈ। ਉਹ ਹਿੰਦੀ ਬੜੀ ਵਧੀਆ ਬੋਲਦੇ ਆ, ਜਿਸ ਢੰਗ ਦੀ ਬੋਲਦੇ ਆ, ਛੋਟੇ ਛੋਟੇ ਜਵਾਬ ਦਿੰਦੇ ਆ, ਮੀਡੀਆ ਦੀ ਪਸੰਦ ਬਣ ਚੁੱਕਿਆ। ਉਹ ਜਿਹੜਾ ਗੋਦੀ ਮੀਡੀਆ ਵੀ ਆ ਉਹ ਸਪੈਸ਼ਲੀ ਜੇ ਕਿਸੇ ਨੂੰ ਅਪਰੋਚ ਕਰਦਾ ਤੇ ਰਕੇਸ਼ ਟਕੈਤ ਨੂੰ ਕਰਦਾ, ਉਹ ਬੜੇ ਸੌਖੇ ਮਿਲ ਜਾਂਦੇ ਆ। ਤੇ ਉਹਦੇ ਪਿੱਛੇ ਉਭਾਰਨਾ ਵੀ ਕਿਹਾ ਜਾਂਦਾ ਨਾ ਜੀ, ਕਹਿੰਦੇ ਆ ਪੰਜਾਬ 'ਚ ਵੀ ਕਿਸੇ ਨੇ ਲੀਡਰ ਬਣਨਾ ਤੇ ਉਹ ਪੁਲਿਸ ਕਪਤਾਨ ਨਾਲ ਜਾਰੀ ਹੋਊਗੀ ਤੇ ਲੀਡਰ ਬਣ ਸਕਦਾ, ਨਹੀਂ ਤੇ ਐਮਐਲਏ ਵੀ ਨਹੀਂ ਬਣ ਸਕਦਾ। ਕਿਤੇ ਨਾ ਕਿਤੇ ਪੁਲਿਸ ਵੀ ਲੀਡਰ ਉਭਾਰਦੀ ਆ, ਕਿਤੇ ਨਾ ਕਿਤੇ ਸਿਸਟਮ ਵੀ ਇਦਾਂ ਦਾ ਬਣਾਉਂਦਾ ਆਪਣੇ ਆਪ ਚੀਜ਼ਾਂ 'ਚ। ਲਾਜ਼ਮੀ ਹੋ ਸਕਦਾ ਹੈ, ਕੁਝ ਵੀ ਪੋਸੀਬਿਲਿਟੀ ਹੁੰਦੀ ਹੈ, ਪਰ ਇਹ ਸਾਰੇ ਖਤਰੇ ਜਿਹੜੇ ਆ ਉਹ ਖਤਰੇ ਸਮਝ ਕੇ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ। ਪਰ ਇਹ ਕੋਈ ਐਡੀ ਗੱਲ ਨਹੀਂ, ਇਹ ਦੁਨੀਆ ਦੇ ਇਤਿਹਾਸ 'ਚ ਏਦਾਂ ਕਈ ਵਾਰੀ ਵਾਪਰਿਆ। ਜੇ ਹੋ ਵੀ ਜਾਏਗਾ ਤਾਂ ਵੀ ਕਿ ਅੰਦੋਲਨ ਥੋੜ੍ਹਾ ਖਤਮ ਹੋ ਜਾਂਦੇ ਆ, ਅੰਦੋਲਨ ਤਾਂ ਚੱਲਦੇ ਰਹਿਣੇ ਆ। ਤੇ ਜਿਸ ਮੁਕਾਮ ਤੇ ਇਸ ਵੇਲੇ ਅੰਦੋਲਨ ਹੈ, ਦੇਖੋ ਇਹ ਕਾਨੂੰਨ ਰੱਦ ਕਰੇ ਸਰਕਾਰ ਜਾਂ ਨਾ ਕਰੇ, ਪਰ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਸਰਕਾਰ ਕਰ ਪਾ ਰਹੀ ਤੇ ਨਾ ਹੀ 2024 ਤੱਕ ਕੋਈ ਸਰਕਾਰ ਕਰ ਸਕੇ, ਨਾ ਹੀ 2024 ਤੋਂ ਬਾਅਦ ਕੋਈ ਨਵੀਂ ਸਰਕਾਰ ਆਵੇ ਉਹ ਇਹ ਕਾਨੂੰਨ ਲਾਗੂ ਕਰ ਸਕੇ। ਇੱਕ ਲੜਾਈ ਤਾਂ ਜਿੱਤ ਚੁੱਕਿਆ ਕਿਸਾਨ ਲੜਾਈ ਜਿੱਤ ਚੁੱਕਿਆ। ਅਸਲ ਦੇ ਵਿੱਚ ਸਿਰਫ ਸਰਕਾਰ ਦਾ ਇਹ ਕਹਿਣਾ ਬਾਕੀ ਆ ਵੀ ਲਓ ਜੀ ਕਾਨੂੰਨ ਰੱਦ ਕੀਤੇ, ਕਾਨੂੰਨ ਲਾਗੂ ਤਾਂ ਹੋਏ ਨਹੀਂ। ਪਰ ਜੇ ਮੋਰਚੇ ਵਾਲੇ ਮੋਰਚਾ ਵਾਪਸ ਲੈ ਕੇ ਘਰਾਂ ਨੂੰ ਆ ਜਾਂਦੇ ਤੇ ਸਰਕਾਰ ਫਿਰ ਲਾਗੂ ਕਰ ਦੇਗੀ। ਇਹ ਤੇ ਫਿਰ ਏਦਾਂ ਕਿੰਨੀ ਸਾਰੀ ਉਮਰ ਥੋੜੇ ਬੈਠੇ ਰਵਾਂਗੇ। ਇਹ ਤੇ ਜਿੰਨਾ ਚਿਰ ਪ੍ਰੈਸ਼ਰ ਆ, ਜਿੰਨਾ ਚਿਰ ਉਹਨਾਂ ਦਾ ਰਾਹ ਰੋਕਿਆ ਹੋਇਆ ਵਾ, ਉਹਨਾਂ ਚਿਰ ਹੀ ਹੈ ਨਾ। ਜਦੋਂ ਇਹ ਸ਼ਕਤੀ ਘੱਟ ਉਹਨਾਂ ਨੂੰ ਨਜ਼ਰ ਆਈ ਉਸੇ ਵੇਲੇ ਉਹ ਕਾਨੂੰਨ ਲਾਗੂ ਕਰ ਦੇਣਗੇ। ਉਹ ਤੇ ਕਮਿਟਡ ਨੇ। ਗਿੱਲ ਸਾਹਿਬ ਮੇਰੀ ਗੱਲ ਸੁਣੋ, ਕਿਸੇ ਇੱਕ ਲੀਡਰ ਦਾ ਭਟਕ ਜਾਣਾ ਜਾਂ ਇੱਕ ਲੀਡਰ ਦਾ ਵਿਕ ਜਾਣਾ, ਕੋਈ ਕਿਸਾਨ ਮੋਰਚਾ ਉਹਨੂੰ ਅੰਦੋਲਨ ਨੂੰ ਵਾਪਸ ਲੈ ਲਏਗਾ? ਮਤਲਬ ਕੱਲ੍ਹ ਨੂੰ ਰਕੇਸ਼ ਟਕੈਤ ਦੇ ਦਾ ਤੁਸੀਂ ਖਦਸ਼ਾ ਜ਼ਾਹਰ ਕਰ ਰਹੇ ਹੋ, ਕੱਲ੍ਹ ਨੂੰ ਮੰਨ ਲਿਆ ਵੀ ਉਹ ਤਾਂ ਜੀ ਸਰਕਾਰ ਨੇ ਪਲਾਂਟ ਕੀਤਾ, ਮੰਨ ਲਓ ਚਲਾ ਗਿਆ, ਤਾਂ ਇਹਦਾ ਮਤਲਬ ਕਿਸਾਨ ਅੰਦੋਲਨ ਖਤਮ ਹੋ ਜਾਏਗਾ? ਇਹ ਤਾਂ ਆਮ ਜਿਹੀ ਗੱਲ ਹੈ। ਇੱਥੇ ਬੜੇ ਲੋਕ ਆਉਂਦੇ ਆ, ਬੜੇ ਜਾਂਦੇ ਆ। ਕਿਸੇ ਇੱਕ ਲੀਡਰ ਦੇ ਵਿਕ ਜਾਣ ਨਾਲ, ਕਿਸੇ ਇੱਕ ਲੀਡਰ ਦੇ ਬੈਠ ਜਾਣ ਨਾਲ, ਕਿਸੇ ਇੱਕ ਲੀਡਰ ਦੇ ਮੁੜ ਜਾਣ ਦੇ ਨਾਲ ਅੰਦੋਲਨ ਨਹੀਂ ਖਤਮ ਹੋਇਆ ਕਰਦੇ। ਅੰਦੋਲਨ ਇੱਕ ਲੀਡਰ ਕਰਕੇ ਥੋੜ੍ਹਾ ਆ। ਰਕੇਸ਼ ਟਕੈਤ ਅੰਦੋਲਨ ਕਰਕੇ ਹੈ, ਰਕੇਸ਼ ਟਕੈਤ ਕਰਕੇ ਅੰਦੋਲਨ ਥੋੜ੍ਹਾ ਆ। ਬਲਵੀਰ ਰਾਜੇਵਾਲ ਅੰਦੋਲਨ ਕਰਕੇ ਆ, ਬਲਵੀਰ ਰਾਜੇਵਾਲ ਕਰਕੇ ਅੰਦੋਲਨ ਥੋੜ੍ਹਾ ਆ। ਇਸੇ ਕਰਕੇ ਰੁਲਦੂ ਸਿੰਘ ਮਾਨਸਾ ਅੰਦੋਲਨ ਕਰਕੇ ਹੈ। ਅੰਦੋਲਨ ਜਿਹੜਾ ਆ ਉਹਦੇ ਕਰਕੇ ਆ। ਰੁਲਦੂ ਸਿੰਘ ਮਾਨਸਾ ਕਰਕੇ ਅੰਦੋਲਨ ਥੋੜ੍ਹਾ ਆ।
ਨਹੀਂ ਤੁਸੀਂ ਠੀਕ ਕਹਿ ਰਹੇ ਹੋ, ਆਈਡੀਅਲ ਸਿਚੁਏਸ਼ਨ ਤੇ ਠੀਕ ਹੈ, ਪਰ ਥੋੜੀ ਜਿਹੀਆਂ ਪ੍ਰੈਕਟੀਕਲ ਗੱਲਾਂ ਕੁਝ ਹੋਰ ਵੀ ਹੁੰਦੀਆਂ ਜਿਹੜੀਆਂ ਆਪਾਂ ਕਈ ਵਾਰ ਨਹੀਂ ਵੀ ਬਾਰ-ਬਾਰ ਕਰਨਾ ਚਾਹੁੰਦੇ, ਕਈ ਵਾਰ ਨਹੀਂ ਵੀ ਕਰਨਾ ਚਾਹੁੰਦੇ। ਅੱਛਾ, ਹੁਣ ਰੁਲਦੂ ਸਿੰਘ ਮਾਨ ਸਾਹਰਾਂ ਨੂੰ 15 ਦਿਨ ਲਈ ਸਸਪੈਂਡ ਕੀਤਾ। ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੰਡੂਨੀ ਨੂੰ ਕੀਤਾ। ਦੋਨਾਂ ਨੇ ਹੀ ਬਾਹਰ ਆ ਕੇ ਜਿਹੜਾ ਸਟੈਂਡ ਲਿਆ, ਜਦੋਂ ਚੰਡੂਨੀ ਸਾਹਿਬ ਬਾਹਰ ਆ ਕੇ ਬਾਈਟ ਦਿੰਦੇ ਆ ਟੀਵੀ ਚੈਨਲਾਂ ਨੂੰ ਕਿ ਮੈਂ ਅੱਜ ਵੀ ਉੱਥੇ ਖੜਾ ਹਾਂ, ਜੋ ਮੈਂ ਕਿਹਾ ਮੈਂ ਉਹਦੇ ਤੇ ਨਾਲ ਖੜਾ ਹਾਂ, ਫਿਰ ਉਹਨੂੰ ਸਜ਼ਾ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਅੱਜ ਰੁਲਦੂ ਸਿੰਘ ਮਾਨ ਸਾਹਿਬ ਇਹ ਕਹਿੰਦਾ ਕਿ ਮੈਨੂੰ ਤੇ ਪਤਾ ਹੀ ਨਹੀਂ ਮੇਰੇ ਤੇ ਪਾਬੰਦੀ ਕੀ ਲੱਗੀ ਆ, ਮੈਂ ਕਿੱਥੇ ਬੋਲ ਸਕਦਾ ਕਿੱਥੇ ਨਹੀਂ ਬੋਲ ਸਕਦਾ। ਯਾਨੀ ਕਿ ਇਹ ਸੁਰ ਪਹਿਲਾਂ ਨਹੀਂ ਸੀ ਹੁੰਦੀ। ਪਹਿਲਾਂ ਜਦੋਂ ਕਿਸੇ ਨੂੰ, ਤੁਹਾਨੂੰ ਯਾਦ ਹੋਣਾ ਜਦੋਂ 26 ਜਨਵਰੀ ਦੀਆਂ ਘਟਨਾਵਾਂ ਹੋਈਆਂ, ਤੋਂ ਕਈ ਜਿਹੜਾ ਫੂਲ ਵਰਗਿਆਂ ਨੂੰ ਜਾਂ ਇੱਥੋਂ ਤੱਕ ਕਿ ਖਾੜਕੂ ਤਕੜਾ ਲੀਡਰ ਰਜਿੰਦਰ ਦੀਪਵਾਲਾ ਨੂੰ ਬਾਹਰ ਕੀਤਾ ਗਿਆ, ਤਾਂ ਚੁੱਪ ਕਰਕੇ ਉਹਨਾਂ ਨੇ ਐਕਸੈਪਟ ਕੀਤਾ, ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਪਰ ਹੁਣ ਵਾਲੇ ਲੀਡਰ ਨੂੰ ਜਦੋਂ ਬਾਹਰ ਕੀਤਾ ਜਾਂਦਾ, ਉਹ ਕਿਤੇ ਨਾ ਕਿਤੇ ਆਪਣੀ ਰਿਜੈਂਟਮੈਂਟ ਦਿਖਾਉਂਦੇ ਆ ਕਿ ਮੇਰੇ ਨਾਲ ਧੱਕਾ ਹੋਇਆ, ਗਲਤ ਹੋਇਆ। ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਵਿਦਿਨ ਸੰਯੁਕਤ ਮੋਰਚਾ ਵੀ ਜਿਹੜਾ ਇਹਨਾਂ ਦੇ ਗਰੁੱਪ ਨੇ, ਉਹਨਾਂ ਦੀ ਲੀਡ ਲੈਣ ਦੀ ਲੜਾਈ ਜਿੱਦਾਂ ਹੁੰਦੀ ਆ ਉਹ ਜਾਰੀ ਹੈ। ਕਿਤੇ ਨਾ ਕਿਤੇ ਨੈਗੇਟਿਵ ਖਬਰ ਹੈ, ਪਰ ਕਰਨੀ ਬਣਦੀ ਆਪਣੀ। ਨਹੀਂ ਠੀਕ ਆ, ਹੁੰਦੀ ਆ। ਮਤਲਬ ਮੈਂ ਇਸ ਗੱਲ ਤੋਂ ਨਹੀਂ ਮੁਨਕਰ ਹੁੰਦਾ ਵੀ ਲੀਡ ਲੈਣ ਦੀ ਜਿਹੜੀ ਲੜਾਈ ਨਹੀਂ ਹੁੰਦੀ। ਜੇ 32 ਕਿਸਾਨ ਜਥੇਬੰਦੀਆਂ ਆ, ਹਰ ਜਥੇਬੰਦੀ ਇਹ ਚਾਹੁੰਦੀ ਹੁੰਦੀ ਆ ਵੀ ਹਾਂ ਵੀ ਸਾਡੀ ਜ਼ਿਆਦਾ ਬੱਲੇ ਬੱਲੇ ਹੋ ਜਾਵੇ, ਤੇ ਇਸ ਕਰਕੇ ਉੱਦਾਂ ਦੇ ਐਕਸ਼ਨ ਵੀ ਪਲਾਨ ਕਰਦੇ ਆ। ਪਰ ਰੁਲਦੂ ਸਿੰਘ ਮਾਨਸਾ ਦਾ ਮਾਮਲਾ ਜਾਂ ਜੇ ਆਪਾਂ ਵਿਚਾਰੀਏ ਤਾਂ ਉਹਦੇ 'ਚ ਜਿਹੜੀ ਖਬਰ ਆਈ ਹੈ ਉਹ ਇਹ ਹੈ ਕਿ ਖੁਦ ਰੁਲਦੂ ਸਿੰਘ ਮਾਨਸਾ ਦੀ ਜਥੇਬੰਦੀ ਦੇ ਬਾਕੀ ਆਗੂ ਉਸ ਮੀਟਿੰਗ ਸ਼ਾਮਲ ਸੀ ਜਿਨ੍ਹਾਂ ਨੇ ਸਸਪੈਂਡ ਕਰਨ ਦਾ ਫੈਸਲਾ ਲਿਆ। ਤੋ ਦੇਖੋ ਬਜ਼ੁਰਗ ਹੈਗੇ ਨੇ, ਬੜੀ ਇੱਜ਼ਤ ਹੈ ਮੇਰੇ ਮਨ ਦੇ ਵਿੱਚ ਰੁਲਦੂ ਸਿੰਘ ਮਾਨਸਾ ਹੋਰਾਂ ਲਈ। ਕਈ ਵਾਰੀ ਗੱਲਾਂ ਕਹਿ ਹੋ ਜਾਂਦੀਆਂ ਜਦੋਂ ਤੁਸੀਂ ਸਟੇਜ ਤੋਂ ਬੋਲਦੇ ਹੋ, ਕਈ ਵਾਰੀ ਕੋਈ ਇੱਦਾਂ ਦੀ ਗੱਲ ਕਹੀ ਜਾਂਦੀ ਹੈ ਤੇ ਉਹ ਠੀਕ ਆ, ਪ੍ਰਵਾਨ ਕਰ ਦੇਵੇ ਬੰਦਾ, ਠੀਕ ਆ, ਨਹੀਂ ਪ੍ਰਵਾਨ ਕਰਦੇ ਤਾਂ ਕੋਈ ਗੱਲ ਨਹੀਂ। ਪਰ ਇਹਦੇ ਨਾਲ ਇੱਦਾਂ ਸਮਝ ਲੈਣਾ ਵੀ ਪਤਾ ਨਹੀਂ ਇਹ ਮਤਭੇਦ ਬੜੇ ਖੜੇ ਹੋ ਗਏ ਆ ਜੀ, ਇਹ ਦੋ ਫਾੜ ਹੋ ਗਿਆ ਜੀ ਕਿਸਾਨ ਅੰਦੋਲਨ, ਇਹ ਤਾਂ ਹੁਣ ਗਿਆ, ਇੱਦਾਂ ਦੀ ਮਤਲਬ ਕੋਈ ਗੱਲ ਨਹੀਂ ਹੈ। ਜਿਹੜੇ ਬਾਕੀ ਚੈਨਲ ਜਿਹੜੇ ਆ ਬਹੁਤੇ ਉਹ ਇੱਦਾਂ ਦੀ ਗੱਲਾਂ ਨੂੰ ਜਾਣ ਬੁੱਝ ਕੇ ਉਭਾਰਦੇ ਆ। ਮੈਂ ਸਮਝ ਸਕਦਾ ਗੱਲ, ਮੈਂ ਸਮਝਦਾ ਗੱਲ ਇਸ ਨੂੰ, ਪਰ ਰੁਲਦੂ ਸਿੰਘ ਮਾਨਸਾ ਨੇ ਇੱਦਾਂ ਦੀ ਕੋਈ ਗੱਲ ਮੈਨੂੰ ਲੱਗਦਾ ਕਹੀ ਵੀ ਨਹੀਂ ਸੀ। ਉਹਨਾਂ ਨੇ ਸਿਰਫ ਪੰਨੂ ਹੋਰਾਂ ਦਾ ਇਸ ਬਾਰੇ ਕੋਈ ਸ਼ਬਦ ਸਖਤ ਭਾਸ਼ਾ 'ਚ ਜ਼ਰੂਰ ਵਰਤੇ ਸੀਗੇ, ਭੌਂਕਣਾ ਕਹਿਣਾ ਜਾਂ ਕਰਨਾ। ਜਿਹੜੇ ਬਾਹਰੋਂ ਬੈਠੇ ਖਾੜਕੂ ਆਪਣੇ ਆਪ ਨੂੰ ਇਹਨੂੰ ਯੂਜ਼ ਕਰਨਾ ਚਾਹੁੰਦੇ ਆ, ਉਹਦੇ ਬਾਰੇ ਉਹਨਾਂ ਦੀ ਰਾਏ ਜ਼ਰੂਰ ਸੀਗੀ ਜਿਹੜੀ ਕੁਝ ਲੋਕਾਂ ਨੂੰ ਠੀਕ ਨਹੀਂ ਲੱਗੀ ਹੋਏਗੀ। ਪਰ ਉਹਨਾਂ ਦਾ ਇਸ ਗੱਲ 'ਤੇ ਅੜਨਾ ਕਿ ਮੇਰੇ ਤੇ ਇੱਕ ਤਰਫਾ ਕਾਰਵਾਈ ਆ, ਮੈਨੂੰ ਉਹਦੇ ਬਾਰੇ ਕੋਈ ਨੋਟਿਸ ਨਹੀਂ ਦਿੱਤਾ ਗਿਆ, ਮੈਨੂੰ ਅਜੇ ਤੱਕ ਇਹ ਵੀ ਕਲੀਅਰ ਨਹੀਂ ਕਿ ਮੈਂ ਪੰਜਾਬ 'ਚ ਬੋਲ ਸਕਦਾ ਕਿ ਨਹੀਂ ਬੋਲ ਸਕਦਾ, ਕਿਸੇ ਟੀਵੀ ਦੇ ਅੱਗੇ ਬੋਲ ਸਕਦਾ ਕਿ ਨਹੀਂ ਬੋਲ ਸਕਦਾ। ਇੱਦਾਂ ਦਾ ਮੰਜ਼ਰ ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਚੁੱਪ ਕਰਕੇ ਐਕਸੈਪਟ ਕਰਦੇ ਸੀਗੇ ਲੀਡਰ। ਹੁਣ ਚੰਦੂਨੀ ਹੋਰਾਂ ਦਾ ਵੀ ਰਿਐਕਸ਼ਨ ਇੱਦਾਂ ਦਾ ਆ ਔਰ ਰੁਲਦੂ ਸਿੰਘ ਮਾਨਸਾ ਦਾ ਵੀ ਆ। ਸੋ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਮਤਲਬ ਬੰਦੇ ਨੂੰ ਸ਼ੱਕ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਕਿ ਕੀ ਹੋ ਰਿਹਾ। ਨਹੀਂ ਠੀਕ ਆ, ਪਰ ਕੁਝ ਨਹੀਂ, ਇੱਦਾਂ ਦੇ ਕੋਈ ਮਾਮਲਾ ਨਹੀਂ ਆ। ਗੁਰਨਾਮ ਸਿੰਘ ਚੰਡੂਨੀ ਬਾਰੇ ਤਾਂ ਮੈਂ ਬਹੁਤੀ ਗੱਲ ਨਹੀਂ ਕਰਦਾ ਕਿਉਂਕਿ ਕਿਸੇ ਵੀ ਡਿਸਪਲਿਨ 'ਚ ਕਦੇ ਵੀ ਨਹੀਂ ਸੀਗੇ। ਗੁਰਨਾਮ ਸਿੰਘ ਚੰਡੂਨੀ ਕਦੇ ਵੀ, ਫਿਰ ਵੀ ਇਹ ਕਿਸਾਨ ਜਥੇਬੰਦੀਆਂ ਦੀ ਇੱਕ ਸਮਝ ਹੈ ਵੀ ਚਲੋ ਜਿਹੜਾ ਵੀ ਬੰਦਾ ਜਿੰਨਾ ਸਾਡੇ ਨਾਲ ਚੱਲਦਾ ਉਹਨੂੰ ਚਲਾਈਏ। ਤੇ ਇਹੀ ਇੱਕ ਜਿਹੜੀ ਹੁਣ ਤੱਕ ਦੀ ਕਿਸਾਨ ਅੰਦੋਲਨ ਦੀ ਸਫਲਤਾ ਦਾ ਰਾਜ ਵੀ ਹੈ ਵੀ ਬਹੁਤ ਸਿਆਣਪ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਨੇ ਇਸ ਮੋਰਚੇ ਨੂੰ ਚਲਾਇਆ। ਚਲੋ ਕਿਤੇ ਮਾੜੀ ਮੋਟੀ ਦਿੱਕਤ ਆਉਂਦੀ ਹੈ ਤੇ ਦਿੱਕਤ ਹਰ ਪਰਿਵਾਰ 'ਚ ਆ ਜਾਂਦੀ ਹੈ, ਐਡੀ ਕੋਈ ਗੱਲ ਨਹੀਂ ਹੈਗੀ, ਤੇ ਇਹਨੂੰ ਵੀ ਫੇਸ ਕਰ ਲਿਆ ਜਾਏਗਾ। ਪਰ ਸਾਡੀ ਭਾਵਨਾ ਕਿਸਾਨ ਅੰਦੋਲਨ ਦੇ ਜਿੱਤਣ ਦੀ ਉਮੀਦ ਵਿੱਚ ਪਈ ਹੈ। ਅਸੀਂ ਹਮੇਸ਼ਾ ਇਹ ਚਾਹੁੰਦੇ ਹੁੰਦੇ ਹਾਂ ਵੀ ਜੇ ਕੋਈ ਥੋੜ੍ਹੇ ਬਹੁਤ ਮਤਭੇਦ ਵੀ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਜਨਤਕ ਤੌਰ ਦੇ ਉੱਤੇ ਬਹੁਤੀ ਗੱਲ ਕਰਕੇ ਉਹਨੂੰ ਬਹੁਤੀ ਪ੍ਰਚਾਰਨ ਦੀ ਜ਼ਰੂਰਤ ਨਹੀਂ ਹੁੰਦੀ। ਚੀਜ਼ਾਂ ਜਿਹੜੀਆਂ ਥਾਂ ਸਿਰ ਹੋ ਜਾਇਆ ਕਰਦੀਆਂ, ਪਰ ਜਿੰਨਾ ਜ਼ਿਆਦਾ ਤੁਸੀਂ ਇਹਨੂੰ ਖਿੱਚੋਗੇ ਤੇ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਫਿਰ ਵੱਧ ਜਾਂਦੀਆਂ। ਸੋ ਅੰਦੋਲਨ 'ਚ ਸ਼ਾਮਲ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਥੋੜ੍ਹੇ ਬਹੁਤ ਮਤਭੇਦਾਂ ਦੇ ਬਾਵਜੂਦ ਵੀ ਜੇ ਉਹ 8 ਮਹੀਨਿਆਂ ਤੋਂ ਇਕੱਠੀਆਂ ਤੇ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਅਚੀਵਮੈਂਟ ਦੇ ਤੌਰ ਤੇ ਮੈਂ ਇਹਨੂੰ ਦੇਖਦਾ। ਇਹ ਪਹਿਲੀ ਵਾਰੀ ਹੋਇਆ ਵੀ ਲਗਾਤਾਰਤਾ ਬਣੀ ਅੰਦੋਲਨ ਦੀ ਤੇ ਉਹ ਲਗਾਤਾਰਤਾ ਕਿਸਾਨ ਸੰਸਦ ਤੱਕ ਚਲੀ ਗਈ ਹੈ ਤੇ ਉਹ ਲਗਾਤਾਰਤਾ ਹੁਣ ਮਿਸ਼ਨ ਯੂਪੀ ਵੱਲ ਵੱਧ ਰਹੀ ਹੈ ਤੇ ਸਾਨੂੰ ਇਹਦੇ ਤੇ ਬਹੁਤ ਹੀ ਪੋਜ਼ਿਟਿਵਲੀ ਸ਼ਾਇਦ ਗੱਲ ਕਰਨ ਦੀ ਸਮਾਂ ਕਾਫੀ ਹੋ ਗਿਆ। ਕਿਸਾਨ ਸਾਹਿਬ ਇਹ ਖਬਰਾਂ ਤੇ ਬਹੁਤ ਦੁਨੀਆ ਦੀਆਂ ਭਰੀਆਂ ਪਈਆਂ ਨੇ। ਵਿਜੇ ਮਾਲੀਆ ਦੀ ਖਬਰ ਸੀ ਮੇਰੇ ਸਾਹਮਣੇ, ਯਦਰੂਪਾ ਵਾਲੀ ਖਬਰ ਸੀਗੀ, ਪਰ ਜਾਂਦੇ ਜਾਂਦੇ ਇੱਕ ਖਬਰ ਨਹੀਂ ਗਈ ਜੀ ਤੁਹਾਡੇ ਨਾਲ ਮੈਂ ਜ਼ਰੂਰ ਕਰ ਲੈਣੀ ਚਾਹੁੰਦਾ ਵਾਂ। ਚਮਕੌਰ ਸਾਹਿਬ ਜੋ ਘਟਨਾਕ੍ਰਮ ਹੋਇਆ ਸਿੱਧੂ ਨੂੰ ਲੈ ਕੇ, ਕਈ ਦਿਨਾਂ ਦਾ ਸਿੱਧੂ ਸਾਰੇ ਪਾਸੇ ਹੋ ਰਹੀ ਆ ਤੇ ਉਹ ਪਹਿਲਾਂ ਤਾਂ ਡੀਜੀਪੀ ਦੇ ਉੱਤੇ ਉਹਨਾਂ ਦੇ ਕੁਐਸਚਨ ਆਏ ਕਿ ਗਲਤ ਕੀਤਾ ਗਿਆ ਜੀ, ਗੁੰਡਿਆਂ ਨੂੰ ਸਾਡੀਆਂ ਗੱਡੀਆਂ ਤੱਕ ਜਾਣ ਦਿੱਤਾ ਗਿਆ ਨਾ ਤੇ ਕੇਸ ਦਰਜ ਹੋਣ। ਤੇ ਜਦੋਂ ਕੇਸ ਦਰਜ ਹੋਏ ਤੇ ਮੁੜ ਕੇ ਉਹ ਝੁਕ ਵੀ ਗਏ ਨੇ ਚਰਨਜੀਤ ਚੰਨੀ ਹੋਰੀ। ਉਹ ਕਹਿੰਦੇ ਜੀ
ਕੋਈ ਕੇਸ ਨਾ ਪਾਇਆ ਜਾਵੇ ਕਿਸਾਨਾਂ ਤੇ, ਮਤਲਬ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ ਤੇ ਹੋਇਆ ਉੱਥੇ। ਪਰ ਸਿੱਧੂ ਨੂੰ ਲੈ ਕੇ ਜਿਹੜਾ ਵਾਰ ਬਣ ਰਿਹਾ ਸੀ, ਤੇ ਸਿੱਧੂ ਨੇ ਜਿਵੇਂ ਬਿਆਨ ਦੇ ਦਿੱਤਾ ਕਿ ਪਿਆਸਾ ਖੂਹ ਕੋਲ ਆਉਂਦਾ ਆ, ਉਹਦੇ ਕੁਝ ਮੀਨਿੰਗ ਇੱਦਾਂ ਦੇ ਗਏ ਕਿ ਸ਼ਾਇਦ ਉਹ ਵੀ ਆਪਣੇ ਆਪ ਨੂੰ ਬਹੁਤ ਐਰੋਗੇਟਿਵ ਸਮਝਣ ਲੱਗ ਪਿਆ, ਜਾਂ ਕਿੱਦਾਂ ਵਿਹਾਰ ਉਹਦਾ ਠੀਕ ਨਹੀਂ ਲੱਗਿਆ ਕਿਸਾਨਾਂ ਨੂੰ, ਔਰ ਲਗਾਤਾਰ ਕਿਸਾਨਾਂ ਦੇ ਬਿਆਨ ਉਹਦੇ ਖਿਲਾਫ ਹੋਣੇ ਸ਼ੁਰੂ ਹੋ ਗਏ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ ਪੰਜਾਬ ਦੇ ਵਿੱਚ, ਇੱਕ ਪਾਸੇ ਪੰਜਾਬ ਕਾਂਗਰਸ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ, ਇੱਕ ਪਾਸੇ ਉਹਨਾਂ ਦਾ ਵੀ ਰਾਹ ਰੋਕਣ ਲਈ ਹੁਣ ਕਿਸਾਨ ਹੌਲੇ ਭਾਰੇ ਹੋ ਰਹੇ ਉਹਨਾਂ ਨਾਲ। ਇਹ ਕਿੱਧਰ ਦੀ ਸਿਚੁਏਸ਼ਨ ਕੀ ਹੈ? ਦੇਖੋ, ਕੱਲ ਆਪਾਂ ਜਦੋਂ ਗੱਲ ਕਰਾਂਗੇ ਇਹਦੇ 'ਤੇ ਸ਼ਾਇਦ ਡਿਟੇਲ 'ਚ ਗੱਲ ਕਰ ਸਕਾਂਗੇ, ਪਰ ਜਿਹੜੀ ਮੈਂ ਸੰਖੇਪ 'ਚ ਗੱਲ ਦੱਸਾਂ ਤੁਹਾਨੂੰ, ਕਿਉਂਕਿ ਕਾਫੀ ਵੱਡਾ ਮਸਲਾ ਬਣ ਗਿਆ ਹੈ। ਨਵਜੋਤ ਸਿੰਘ ਸਿੱਧੂ ਬਾਰੇ ਮੇਰੇ ਸ਼ੁਰੂ ਤੋਂ ਜਿਹੜੇ ਵਿਚਾਰ ਕੁਝ ਵੱਖਰੇ ਹੈ। ਮੈਂ ਸਮਝਦਾ ਕਿ ਸ਼ਾਇਦ ਕਾਂਗਰਸ ਨੇ ਪੰਜਾਬੀਆਂ ਦੇ ਸਾਹਮਣੇ ਇੱਕ ਨਵਾਂ ਜਾਲ ਜਿਹੜਾ ਆ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਸਿੱਟਿਆ। ਪਹਿਲਾ ਜਾਲ ਜਿਹੜਾ ਕੈਪਟਨ ਅਮਰਿੰਦਰ ਵਾਲਾ, ਉਹ ਜਿਹੜਾ ਉਹਨੂੰ ਸਮਝ ਗਏ ਨੇ ਲੋਕ, ਉਹਨਾਂ ਨੂੰ ਲੱਗਦਾ ਹੈ ਲੋਕਾਂ ਨੂੰ ਵੀ ਇਹ ਸਰਕਾਰ ਫੇਲ ਹੈ, ਤੇ ਇਸ ਕਰਕੇ ਉਹਦੇ ਤੋਂ ਇੱਕ ਨਿਰਾਸ਼ਾ ਉੱਭਰੀ ਹੈ, ਤੇ ਉਸ ਨਿਰਾਸ਼ਾ ਨੂੰ ਨਵੇਂ ਜਾਲ ਰਾਹੀਂ ਜਿਹੜਾ ਆ ਆਪਣੇ ਪੱਖ ਦੇ ਵਿੱਚ ਕਰਨ ਦੀ ਕੋਸ਼ਿਸ਼ ਹੈ ਕਾਂਗਰਸ ਪਾਰਟੀ ਦੀ। ਉਹ ਨਵਾਂ ਜਾਲ ਹੈ। ਨਵਜੋਤ ਸਿੰਘ ਸਿੱਧੂ ਪੰਜਾਬੀਆਂ ਲਈ ਕਾਂਗਰਸ ਪਾਰਟੀ ਦਾ ਨਵਾਂ ਜਾਲ ਹੈ। ਜਿਹੜੇ ਵੀ ਨਵੇਂ ਜਾਲ ਹੁੰਦੇ ਆ ਉਹ ਜ਼ਿਆਦਾ ਖਤਰਨਾਕ ਹੋਇਆ ਕਰਦੇ। ਦੂਜੀ ਗੱਲ, ਤੁਸੀਂ ਇੱਕ ਲਫ਼ਜ਼ ਵਰਤਿਆ ਜਿਹਨੂੰ ਪੰਜਾਬੀ 'ਚ ਆਪਾਂ ਹੰਕਾਰ ਹੀ ਕਹਿ ਸਕਦੇ ਹਾਂ। ਇੱਕ ਹੰਕਾਰ ਸਾਫ਼ ਤੌਰ 'ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਦਿਖਾਈ ਦੇ ਰਿਹਾ। ਜਿਹੜੀ ਕਾਂਗਰਸ ਦੀ ਅੰਦਰੂਨੀ ਪੋਲੀਟਿਕਸ, ਇਹਦੇ ਬਾਰੇ ਆਪਾਂ ਕੱਲ੍ਹ ਜ਼ਿਆਦਾ ਗੱਲ ਕਰ ਲਾਂਗੇ, ਪਰ ਕਿਸਾਨਾਂ ਨਾਲ ਜਿਹੜਾ ਮਸਲਾ ਆ, ਚਮਕੌਰ ਸਾਹਿਬ 'ਚ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਵੀ ਮੈਂ ਜੋ ਵੀ ਬੋਲਦਾ ਸੋਚ ਸਮਝ ਕੇ ਬੋਲਦਾ। ਜੇ ਉਹ ਜੋ ਵੀ ਬੋਲਦੇ ਆ ਸੋਚ ਸਮਝ ਕੇ ਬੋਲਦੇ ਆ, ਤਾਂ ਫਿਰ ਤਾਜਪੋਸ਼ੀ ਵਾਲੇ ਦਿਨ ਪਿਆਸਾ ਤੇ ਖੂਹ ਵਾਲੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਪਿਆਸਾ ਖੂਹ ਦੇ ਕੋਲ ਆਇਆ ਕਰਦਾ, ਕਿਸਾਨਾਂ ਨੂੰ ਕਿਹਾ ਤੁਸੀਂ ਮੇਰੇ ਕੋਲ ਆਓ। ਫਿਰ ਉਹ ਵੀਡੀਓ ਜਾਰੀ ਕੀਤੀ ਗਈ ਹੈ ਜਿਹੜੀ ਕੱਲ ਆਪਣੇ ਟਵੀਟ ਦੇ ਨਾਲ, ਫਿਰ ਉਸ ਵੀਡੀਓ 'ਚ ਉਹ ਹਿੱਸਾ ਕਿਉਂ ਕੱਟ ਦਿੱਤਾ ਉਹਨਾਂ ਨੇ? ਜੇ ਉਹ ਜੋ ਬੋਲਦੇ ਆ ਸੱਚ ਬੋਲਦੇ ਆ, ਸੋਚ ਸਮਝ ਕੇ ਬੋਲਦੇ ਆ, ਤੇ ਜਿਹੜੀ ਗੱਲ ਕਿਸਾਨਾਂ ਬਾਰੇ ਕਹੀ ਸੀ ਉਹ ਵੀਡੀਓ ਕੱਲ ਟਵੀਟ ਕੀਤਾ, ਟਵੀਟ 'ਚ ਇਹ ਗੱਲ ਕਹੀ ਆ ਨਵਜੋਤ ਸਿੰਘ ਸਿੱਧੂ ਨੇ ਵੀ ਮੈਂ ਕਿਸਾਨਾਂ ਨੂੰ ਸਮਰਪਿਤ ਹੈ ਜੀ, ਤੇ ਨਾਲ ਉਹਨੇ ਉਹ ਵੀਡੀਓ ਲਾਤੀ ਵੀ ਇੱਦਾਂ ਦੀ ਕੋਈ ਗੱਲ ਨਹੀਂ ਮੈਂ ਕਹੀ, ਤੇ ਉਹਦੇ ਵਿੱਚ ਉਹ ਵੀਡੀਓ ਦੇ ਵਿੱਚੋਂ ਹਿੱਸਾ ਕੱਟ ਦਿੱਤਾ ਗਿਆ ਜਿਹਦੇ 'ਚ ਉਹ ਗੱਲ ਕਹੀ ਸੀ। ਨੰਗੇ ਪੈਰੀ ਜਾਣ ਦੀ ਗੱਲ ਕਹਿ ਰਹੇ ਹੁਣ, ਨੰਗੇ ਪੈਰੀ ਉੱਥੇ ਜਾਣ ਦੀ ਗੱਲ ਕਹਿ ਰਹੇ ਹੁਣ। ਹਾਂ, ਤੇ ਪਰ ਵੀਡੀਓ 'ਚ ਜਿਹੜੀ ਉਹ ਵੀਡੀਓ ਉੱਥੇ ਤਾਜਪੋਸ਼ੀ ਸਮਾਗਮ ਦੀ ਆ, ਉਹਦੇ ਵਿੱਚ ਉਹ ਹਿੱਸਾ ਕੱਟ ਦਿੱਤਾ ਜਿਹੜਾ ਪਿਆਸੇ ਤੇ ਖੂਹ ਵਾਲਾ ਐਪੀਸੋਡ ਉਹਦੇ ਵਿੱਚ ਸੀਗਾ। ਸੋ ਕੋਈ ਸੋਚ ਸਮਝ ਕੇ ਨਹੀਂ ਉਹ ਬੋਲਦੇ, ਉੱਤੋਂ ਬੋਲਦੇ ਆ। ਜੇ ਉਹ ਸੋਚ ਸਮਝ ਕੇ ਬੋਲਦੇ ਹੁੰਦੇ ਤਾਂ ਘੱਟੋ ਘੱਟ ਆਪਣੇ ਉਹਨਾਂ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਕਿਤੇ ਵੀ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ, ਘੱਟੋ ਘੱਟ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਦਾ ਨਾਂ ਜ਼ਰੂਰ ਲੈਂਦੇ ਵੀ ਇਹਨਾਂ ਕਰਕੇ ਮੈਂ ਅੱਜ ਪ੍ਰਧਾਨ ਬਣਿਆ। ਉਹਨਾਂ ਦੋਵਾਂ ਦਾ ਨਾਂ ਵੀ ਉਹਨੇ ਉਦੋਂ ਨਹੀਂ ਲਿਆ। ਤੇ ਜੇ ਸੋਚ ਸਮਝ ਕੇ ਜੋ ਕੀਤਾ ਉਹ ਇਹ ਕੀਤਾ ਵੀ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਨੂੰ ਸਿਰੇ ਤੋਂ ਨਕਾਰ ਦਿੱਤਾ, ਸਟੇਜ ਦੇ ਉੱਤੇ ਇਗਨੋਰ ਕੀਤਾ, ਤੇ ਸਪੈਸ਼ਲੀ ਬੀਬੀ ਭੱਠਲ ਦੇ ਪੈਰੀ ਹੱਥ ਲਾਇਆ, ਲਾਲਸੂ ਦੇ ਪੈਰੀ ਹੱਥ ਲਾਇਆ। ਉਹ ਸੋਚ ਸਮਝ ਕੇ ਕੀਤਾ। ਜਿਹੜਾ ਕਿਸਾਨਾਂ ਬਾਰੇ ਬੋਲਿਆ ਉਹ ਸੋਚ ਸਮਝ ਕੇ ਨਹੀਂ ਬੋਲਿਆ, ਉਹ ਮੂੰਹ ਚੋਂ ਨਿਕਲੀ ਗੱਲ ਹੈ ਤੇ ਉਹ ਦਿਲ ਦੀ ਗੱਲ ਹੈ। ਮੂੰਹ ਚੋਂ ਜੋ ਨਿਕਲਦਾ ਹੁੰਦਾ ਉਹ ਦਿਲ ਦੇ ਵਿੱਚ ਹੁੰਦਾ ਅਸਲ ਦੇ ਵਿੱਚ, ਪਰ ਕਿਹਾ ਗਿਆ ਉਹਦੇ ਤੋਂ। ਸੋ ਅਲਟੀਮੇਟਲੀ ਕਿਸਾਨ ਮੋਰਚੇ ਨੇ ਤਾਂ ਐਲਾਨ ਕਰਤਾ ਵੀ ਭਾਈ ਜਿੱਦਾਂ ਬੀਜੇਪੀ ਵਾਲਿਆਂ ਦਾ ਘਰਾਓ ਕਰਦੇ ਆ, ਬਾਈਕਾਟ ਕਰਦੇ ਆ, ਹੁਣ ਇੱਥੇ ਕਾਂਗਰਸੀਆਂ ਦਾ ਹੋਊਗਾ। ਇਸੇ ਕਰਕੇ ਖਟਕੜ ਕਲਾਂ ਉੱਧਰ ਜਾਂਦਿਆਂ, ਅੰਮ੍ਰਿਤਸਰ ਜਾਂਦਿਆਂ ਰਸਤੇ ਦੇ ਵਿੱਚ ਵਿਰੋਧ ਹੋਇਆ, ਖਟਕੜ ਕਲਾਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਇਸੇ ਕਰਕੇ ਚਮਕੌਰ ਸਾਹਿਬ ਦੇ ਵਿੱਚ ਵਿਰੋਧ ਹੋਇਆ। ਸੋ ਕਾਂਗਰਸ ਪਾਰਟੀ ਦਾ ਵਫਾਦਾਰ ਹੋਣਾ, ਗਾਂਧੀ ਪਰਿਵਾਰ ਦਾ ਵਫਾਦਾਰ ਹੋਣਾ, ਤੇ ਇਹ ਕਹਿਣਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਮੋਰਚੇ ਦੇ ਨਾਲ ਆ ਜੀ, ਸੰਯੁਕਤ ਮੋਰਚੇ ਦੇ ਨਾਲ। ਇਹ ਟਵੀਟ 'ਚ ਕਿਹਾ ਨਾ ਉਹਨਾਂ ਨੇ ਵੀ ਕਾਂਗਰਸ ਪਾਰਟੀ ਕਿਸਾਨ ਮੋਰਚੇ ਦੇ ਨਾਲ ਆ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ। ਉਹ ਗੱਲਾਂ ਕਰਦੀਆਂ ਟਵੀਟ ਕਰਕੇ, ਉਹ ਹੋਰ ਗੱਲਾਂ ਹੁੰਦੀਆਂ। ਪ੍ਰੈਕਟਿਸ 'ਚ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਸਾਰਾ ਫਸਾਦ ਹੀ ਕਾਂਗਰਸ ਦਾ ਖੜਾ ਕੀਤਾ ਹੋਇਆ। ਜਿਹੜੀ ਆ ਨਵੇਂ 3 ਖੇਤੀ ਕਾਨੂੰਨ ਆਏ ਆ ਲੈ ਕੇ ਨਰਿੰਦਰ ਮੋਦੀ ਦੀ ਸਰਕਾਰ ਆਈ ਆ, ਇਹਦੀ ਜ਼ਮੀਨ ਡਾਕਟਰ ਮਨਮੋਹਨ ਸਿੰਘ ਦੀ ਤਿਆਰ ਕੀਤੀ ਹੋਈ।
ਜੀ ਸਮਾਂ ਹੋ ਗਿਆ, ਕੁਐਸਚਨ ਤੇ ਬਹੁਤ ਹੈ, ਅੱਜ ਇੱਥੇ ਹੀ ਖਤਮ ਕਰਦੇ ਹਾਂ। ਵੈਸੇ ਜਿਹੜੀ ਤੁਸੀਂ ਖਟਕੜ ਕਲਾਂ ਦੀ ਘਟਨਾ ਦੱਸ ਰਹੇ ਹੋ, ਉਹਦੇ ਵਿੱਚ ਸਾਨੂੰ ਪਤਾ ਹੈ, ਆਪਾਂ ਜ਼ਿਕਰ ਵੀ ਕੀਤਾ ਸੀ ਕਿ ਕਿਰਤੀ ਕਿਸਾਨ ਯੂਨੀਅਨ ਦੇ ਲੀਡਰ ਉੱਥੇ ਕਾਫੀ ਪ੍ਰਭਾਵ ਹੈ ਉਹਨਾਂ ਦਾ। ਪਰ ਇੱਕ ਖਬਰ ਇਹ ਵੀ ਆ ਰਹੀ ਆ ਕਿ ਮਨਜੀਤ ਸਿੰਘ ਰਾਏ ਦਾ ਵੀ ਦੁਆਬੇ 'ਚ ਉਸ ਇਲਾਕੇ 'ਚ ਕਾਫੀ ਪ੍ਰਭਾਵ ਆ, ਔਰ ਉਹ ਅਕਾਲੀ ਪੋਲੀਟਿਕਸ ਨੂੰ ਕਿਤੇ ਨਾ ਕਿਤੇ ਸਪੋਰਟ ਕਰਦੇ ਆ, ਅਤੇ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਗਈ ਆ ਕਿ ਸਿੱਧੂ ਨੂੰ ਨੀਵਾਂ ਦਿਖਾਇਆ ਜਾਵੇ ਜਾਂ ਇੱਦਾਂ ਕੀਤਾ ਜਾਵੇ। ਇਸ ਤਰ੍ਹਾਂ ਦੀਆਂ ਖਬਰਾਂ ਕਈ ਕੁਝ ਆ। ਸਿਆਸਤ ਹਰ ਜਗ੍ਹਾ, ਚਾਹੇ ਕਿਸਾਨ ਅੰਦੋਲਨ ਹੋਵੇ ਚਾਹੇ ਅੰਦੋਲਨ ਤੋਂ ਬਾਹਰ ਹੋਵੇ, ਜਿਹੜੀ ਸਿਆਸਤ ਆ ਉਹ ਵੀ ਆਪਣਾ ਰੋਲ ਨਾਲ ਨਾਲ ਅਦਾ ਕਰ ਰਹੀ ਆ, ਉਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਦੇ ਪ੍ਰੋਗਰਾਮ 'ਚ ਬਾਕੀ ਗੱਲਾਂ ਕਰਾਂਗੇ, ਕਾਫੀ ਸਮਾਂ ਜ਼ਿਆਦਾ ਹੋ ਗਿਆ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸ਼ੁਕਰੀਆ ਸ਼ੁਕਰੀਆ ਜੀ।